अगली खबर देख रहे सारे दर्शकों को मेरे हरप्रीत ਵੱਲੋਂ प्यार भरी सत श्री अकाल। और मेरा साथ देन जा रहे हैं टोरंटो तो कुलवीर जी, कैलगरी तो अजीत जी, इंडिया तो साडे नाल जोड़ रहे हैं जरमनजीत सिंह जी, सबदीश जी और दिलराज जी। ਤੁਹਾਡੇ ਸਭ ਦਾ ਸ਼ੋਅ ਵਿੱਚ ਸਵਾਗਤ ਹੈ। ਧੰਨਵਾਦ ਹਰਪ੍ਰੀਤ ਜੀ। ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇੱਕ ਬੇਨਤੀ ਜਾਂ ਇੱਕ ਅਰਜ਼ ਤੁਹਾਡੇ ਸਾਹਮਣੇ ਜ਼ਰੂਰ ਕਰਨਾ ਚਾਹਾਂਗੇ। ਅਸੀਂ ਤੁਹਾਨੂੰ ਸਭ ਨੂੰ ਪਿਛਲੇ ਕੁਝ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ ਚੱਕ ਦੇ ਟੀਵੀ ਨੂੰ ਤੁਸੀਂ ਹੁਣ ਐਂਡਰੋਇਡ ਫੋਨ, ਐਂਡਰੋਇਡ ਟੀਵੀ ਜਾਂ ਐਂਡਰੋਇਡ ਟੈਬ ਤੇ ਵੀ ਦੇਖ ਸਕਦੇ ਜੋ। ਤੁਸੀਂ ਚੱਕ ਦੇ ਟੀਵੀ ਦੀ ਐਪ ਗੂਗਲ ਪਲੇ ਤੋਂ ਡਾਊਨਲੋਡ ਕਰ ਸਕਦੇ ਜੋ। ਸਿਰਫ ਤੁਸੀਂ ਚੱਕ ਦੇ ਟੀਵੀ ਲਿਖੋ ਤੇ ਫ੍ਰੀ ਐਪ ਹੈ, ਡਾਊਨਲੋਡ ਕਰੋ ਤੇ ਚੱਕ ਦੇ ਟੀਵੀ ਦਾ ਫ੍ਰੀ ਵਿੱਚ ਦੁਨੀਆ ਭਰ ਵਿੱਚ ਆਨੰਦ ਮਾਰੋ। ਛੇਤੀ ਹੀ ਅਸੀਂ ਕੁਝ ਹੋਰ ਚੈਨਲਸ ਵੀ ਇਸ ਐਪ ਵਿੱਚ ਕੁਝ ਹੋਰ ਐਡੀਸ਼ਨ ਵੀ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਕੀ ਇੱਕ 24/7 ਪੰਜਾਬੀ ਨਿਊਜ਼ ਚੈਨਲ ਹੋਊਗਾ ਜੋ ਕਿ ਇੱਕ ਮੈਨੂੰ ਲੱਗਦਾ ਪੂਰੀ ਦੁਨੀਆ ਵਿੱਚ ਐਸਾ ਪੰਜਾਬੀ ਇੱਕੋ ਹੀ ਚੈਨਲ ਹੋਊਗਾ ਜਿਹੜਾ ਕਿ ਨਿਰਪੱਖ ਤੁਹਾਡੇ ਸਾਹਮਣੇ 24 ਘੰਟੇ ਨਿਊਜ਼ ਲਿਆਊਗਾ। ਕੁਝ ਨਿਊਜ਼ ਚੈਨਲ ਆਲਰੇਡੀ ਹੈਗੇ ਆ ਪਰ ਉਹਦੇ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ, ਤੁਸੀਂ ਸਾਰੇ ਹੀ ਜਾਣੋ ਜੋ। ਪਹਿਲਾ ਇਦਾਂ ਦਾ ਪੰਜਾਬੀ ਨਿਊਜ਼ ਚੈਨਲ ਹੋਊਗਾ ਜੋ 24 ਘੰਟੇ ਤੁਹਾਡੇ ਸਾਹਮਣੇ ਨਿਰਪੱਖ ਨਿਊਜ਼ ਲਿਆਊਗਾ। ਉਮੀਦ ਕਰਦੇ ਹਾਂ ਤੁਸੀਂ ਸਾਡਾ ਇਦਾਂ ਹੀ ਸਾਥ ਦਿੰਦੇ ਰਹੋਗੇ। ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਡਿਬੇਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਜ਼ਰੂਰ ਦਿਖਾਉਣਾ ਚਾਹੂੰਗਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕੱਲ ਲੋਕ ਸਭਾ ਦੇ ਵਿੱਚ ਸਹਿਜਧਾਰੀ ਮਸਲੇ ਤੇ ਬਿੱਲ ਪਾਸ ਹੋਇਆ, ਸਮੁੱਚੇ ਖਾਲਸਾ ਪੰਥ ਨੇ ਇਸ ਦੀ ਬਹੁਤ ਖੁਸ਼ੀ ਮਨਾਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਪਰਾਲੇ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬਿੱਲ ਰਾਜ ਸਭਾ ਦੇ ਵਿੱਚ ਫਿਰ ਲੋਕ ਸਭਾ ਦੇ ਵਿੱਚ ਪਾਸ ਹੋਇਆ ਹੈ, ਜਿਸ ਦੇ ਨਾਲ ਗੁਰੂ ਘਰ ਦਾ ਪ੍ਰਬੰਧ ਕੇਵਲ ਤੇ ਕੇਵਲ ਸਿੱਖ ਜਾਂ ਸਿੰਘ ਹੀ ਕਰ ਸਕਦੇ ਹਨ। ਔਰ ਅਕਾਲ ਤਖ਼ਤ ਸਾਹਿਬ ਤੋਂ ਵੀ ਇਹ ਆਦੇਸ਼ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅੰਮ੍ਰਿਤਧਾਰੀ ਸਿੱਖਾਂ ਦੀ ਹੋਣੀ ਚਾਹੀਦੀ ਹੈ। ਔਰ ਉਹਦੇ ਸੰਦਰਭ ਦੇ ਵਿੱਚ ਹੀ ਜਿਹੜੇ 10 ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਨ ਔਰ ਖੰਡੇ ਬਾਟੇ ਦੇ ਅੰਮ੍ਰਿਤ ਦੇ ਉੱਤੇ ਇਤਕਾਦ ਰੱਖਦੇ ਹਨ, ਕੇਸਾਂ ਦੀ ਬੇਅਦਬੀ ਨਹੀਂ ਕਰਦੇ, ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਕੇ ਨਤਮਸਤਕ ਹੁੰਦੇ ਹਨ, ਉਹਨਾਂ ਨੂੰ ਇਹ ਪ੍ਰਬੰਧ ਕਰਨ ਦਾ ਅਧਿਕਾਰ ਹੈ। ਜਿਸ ਤਰ੍ਹਾਂ ਹਿੰਦੂ ਵੀਰ ਮੰਦਰਾਂ ਦਾ ਪ੍ਰਬੰਧ ਕਰਦੇ ਨੇ, ਮੁਸਲਮਾਨ ਭਰਾ ਮਸਜਿਦਾਂ ਦਾ ਪ੍ਰਬੰਧ ਕਰਦੇ ਨੇ, ਈਸਾਈ ਗਿਰਜਿਆਂ ਦਾ ਪ੍ਰਬੰਧ ਕਰਦੇ ਨੇ, ਇਸੇ ਤਰ੍ਹਾਂ ਸਿੱਖ ਜਿਹੜੇ ਨੇ ਉਹ ਗੁਰਦੁਆਰਿਆਂ ਦਾ ਪ੍ਰਬੰਧ ਕਰਦੇ ਨੇ। ਜਿਹੜੇ ਦੂਸਰੇ ਮੱਥਾ ਕੋਈ ਵੀ ਟੇਕ ਸਕਦਾ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਕਿਉਂ ਨਾ ਹੋਵੇ, ਲੰਗਰ ਛਕ ਸਕਦਾ ਹੈ, ਮੱਥਾ ਟੇਕ ਸਕਦਾ ਹੈ, ਸੇਵਾ ਕਰ ਸਕਦਾ ਹੈ, ਅਰਦਾਸ ਕਰ ਸਕਦਾ ਹੈ, ਪਰ ਪ੍ਰਬੰਧ ਕੇਵਲ ਤੇ ਕੇਵਲ ਸਿੱਖਾਂ ਨੂੰ ਹੀ ਕਰਨ ਦਾ ਅਧਿਕਾਰ ਹੈ। ਕਿਉਂਕਿ ਜੋ ਧਰਮ ਦੇ ਉੱਤੇ ਪਰਪੱਕ ਹੈ ਉਹੀ ਧਰਮ ਅਸਥਾਨ ਦੇ ਉੱਤੇ ਜਿਹੜੇ ਵੀ ਧਰਮ ਦੇ ਨਾਲ ਸੰਬੰਧਿਤ ਹੈ ਉਸ ਅਸਥਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖ ਸਕਦਾ। ਇਹ ਸਨ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਅਕਾਲ ਤਖ਼ਤ ਅਪੁਆਇੰਟਡ ਬਾਈ ਐਸਜੀਪੀਸੀ। ਅਸੀਂ ਇਸ ਬਹਿਸ ਵਿੱਚ ਨਹੀਂ ਪਵਾਂਗੇ ਕਿ ਇਸ ਟਾਈਮ ਅਕਾਲ ਤਖ਼ਤ ਦਾ ਜਥੇਦਾਰ ਕਿਹਨੂੰ ਕਹਿਣਾ ਚਾਹੀਦਾ, ਕਿਹਨੂੰ ਨਹੀਂ ਕਹਿਣਾ ਚਾਹੀਦਾ, ਪਰ ਸਾਡਾ ਇਹ ਵੀਡੀਓ ਵਿਖਾਉਣ ਦਾ ਸਿਰਫ ਇੱਕੋ ਹੀ ਮਕਸਦ ਸੀ। ਤੇ ਵੀਡੀਓ ਦੇ ਐਂਡ ਵਿੱਚ, ਵੀਡੀਓ ਦੇ ਅਖੀਰ 'ਚ ਤੁਸੀਂ ਕੁਝ ਸੈਕਿੰਡ ਵਿੱਚ ਸੁਣੋ ਤੇ ਜਥੇਦਾਰ ਸਾਹਿਬ ਇਹ ਸਾਫ਼-ਸਾਫ਼ ਕਹਿ ਰਹੇ ਆ, ਜਿਸ ਤਰ੍ਹਾਂ ਹਿੰਦੂ ਭਰਾ ਮੰਦਿਰਾਂ ਦਾ ਪ੍ਰਬੰਧ ਕਰਦੇ ਨੇ, ਮੁਸਲਮਾਨ ਭਰਾ ਮਸਜਿਦਾਂ ਦਾ ਪ੍ਰਬੰਧ ਕਰਦੇ ਨੇ, ਈਸਾਈ ਭਰਾ ਗਿਰਜਾ ਘਰਾਂ ਦਾ ਪ੍ਰਬੰਧ ਕਰਦੇ ਨੇ, ਉਸ ਤਰ੍ਹਾਂ ਹੁਣ ਸਿੱਖ ਸਿਰਫ ਸਿੱਖਾਂ ਦਾ ਪ੍ਰਬੰਧ ਕਰਨਗੇ। ਕਹਿਣ ਦਾ ਮੇਰਾ ਮਤਲਬ ਇਹ ਆ ਕਿ ਜਿਹੜਾ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਐਕਟ, ਬਾਦਲ ਗੁਰਦੁਆਰਾ ਐਕਟ ਵਿੱਚ ਅਮੈਂਡਮੈਂਟ ਕਰਾਈ ਗਈ ਆ, ਉਹਦੇ ਵਿੱਚ ਸਹਿਸਧਾਰੀਆਂ ਨੂੰ ਵੋਟ ਪਾਉਣ ਦਾ ਹੱਕ ਛਿਨ ਲਿਆ ਗਿਆ ਵਾ। ਪਰ ਇਹ 'ਚ ਜੇ ਤੁਸੀਂ ਗੌਰ ਨਾ ਦੇਖੋ, ਹੁਣ ਤੁਹਾਨੂੰ ਇਹ ਵੀ ਕਿਹਾ ਜਾ ਰਿਹਾ ਹੈ, ਹੁਣ ਮੇਰੇ ਵਰਗਿਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਿੱਖ ਹੀ ਨਹੀਂ ਜੋ। ਇਹਦਾ ਹੀ ਸਾਨੂੰ ਡਰ ਸੀ, ਇਹੀ ਅਸੀਂ ਕਈ ਦਿਨਾਂ ਤੋਂ ਰੌਲਾ ਪਾਉਂਦੇ ਸੀ ਕਿ ਜੇ ਹੁਣ ਇਹ ਮੁੱਦੇ ਨਹੀਂ ਚੱਕੇ ਗਏ ਤੇ ਹੌਲੀ ਹੌਲੀ ਤੁਹਾਨੂੰ ਇਹ ਵੀ ਕਿਹਾ ਜਾਊਗਾ ਕਿ ਹੁਣ ਤੁਸੀਂ ਸਿੱਖ ਹੀ ਨਹੀਂ ਜੋ। ਇਹ ਵੀ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਜਥੇਦਾਰ ਸਾਹਿਬ ਦੇ ਕਹਿਣ ਨਾਲ ਕਿ ਤੁਸੀਂ ਸਿੱਖ ਹੋ ਜਾਂ ਨਹੀਂ ਹੋ, ਇਹ ਤਾਂ ਸਾਡੀ ਸਿਹਤ ਜਾਂ ਸਾਨੂੰ ਕੋਈ ਫਰਕ ਪੈਂਦਾ ਹੈ। ਪਰ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਤੁਹਾਨੂੰ ਇਹ ਕਹੇ ਕਿ ਸਿੱਖ ਹੁਣ ਗੁਰਦੁਆਰਿਆਂ ਦਾ ਪ੍ਰਬੰਧ ਕਰਨਗੇ, ਇਹਦਾ ਇਹ ਮਤਲਬ ਹੋਇਆ ਕਿ ਅਸੀਂ ਹੁਣ ਸਿੱਖ ਹੀ ਨਹੀਂ ਆ। ਕਿ ਇਹ ਆਰਐਸਐਸ ਦੀ ਚਾਲ ਆ, ਕਿ ਇਹ ਬਾਦਲ ਸਾਹਿਬ ਦੀ ਚਾਲ ਆ, ਕਿ ਸਿਰਫ ਵੋਟਾਂ ਲੈਣ ਵਾਸਤੇ ਇੱਕ ਕੌਮ ਨੂੰ ਇਸ ਤਰ੍ਹਾਂ ਵੰਡਿਆ ਜਾ ਰਿਹਾ ਸਿਰਫ ਆਪਣੇ ਫਾਇਦੇ ਵਾਸਤੇ।
ਗੱਲਬਾਤ ਕਰਦੇ ਹਾਂ ਆਪਣੇ ਪੈਨਲਿਸਟ ਕੋਲੋਂ, ਜਾਣਦੇ ਹਾਂ ਉਹਨਾਂ ਦੇ ਵਿਚਾਰ। ਸ਼ੁਰੂ ਕਰਦੇ ਹਾਂ ਕੁਲਵੀਰ ਜੀ ਤੋਂ, ਉਸ ਤੋਂ ਬਾਅਦ ਓਪਨ ਡਿਬੇਟ ਹੋਊਗੀ। ਹਰਪ੍ਰੀਤ ਜੀ, ਇਸ ਮੁੱਦੇ ਤੇ ਅਸੀਂ ਕਾਫੀ ਵਾਰੀ ਗੱਲ ਕਰ ਚੁੱਕੇ ਹਾਂ, ਆਪਣੇ ਵਿਊਜ਼ ਵੀ ਦੇ ਚੁੱਕੇ ਹਾਂ, ਬਹਿਸ ਵੀ ਬਹੁਤ ਵਾਰ ਹੋ ਚੁੱਕੀ ਆ ਕਿ ਇਹ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀਗਾ। ਚਲੋ ਹੁਣ ਇਹ ਹੋ ਚੁੱਕਿਆ, ਤੇ ਜਿਹੜੀਆਂ ਗੱਲਾਂ ਪਿਛਲੀਆਂ ਡਿਬੇਟਸ ਵਿੱਚ ਅਸੀਂ ਕੀਤੀਆਂ ਸੀਗੀਆਂ ਉਹ ਸਾਹਮਣੇ ਵੀ ਆਉਣ ਲੱਗ ਪਈਆਂ। ਮੈਂ ਸ਼ੁਰੂ ਵਿੱਚ ਇੱਕ ਗੱਲ ਜਿਹੜੀ ਕਹੀ ਸੀਗੀ ਕਿ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈਗੀ ਆ। ਉਸ ਸਾਜ਼ਿਸ਼ ਦੇ ਅਧੀਨ ਜਿਹੜਾ ਹੈਗਾ ਇਹ ਸਿੱਖ ਕਮਿਊਨਿਟੀ ਨੂੰ ਜਿਹੜੀ ਹੈਗਾ ਦੋ ਹਿੱਸਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਕਿਤੇ ਨਾ ਕਿਤੇ ਉਹ ਮੈਨੂੰ ਕਾਮਯਾਬ ਹੁੰਦੇ ਦਿਖ ਰਿਹਾ। ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਹੈਗਾ, ਜਿਹੜਾ ਉਹਨਾਂ ਨੇ ਐਂਡ ਦੇ ਵਿੱਚ ਕਿਹਾ ਕਿ ਮੱਥਾ ਕੋਈ ਵੀ ਟੇਕ ਸਕਦਾ, ਸੇਵਾ ਕੋਈ ਵੀ ਕਰ ਸਕਦਾ, ਅਰਦਾਸ ਕੋਈ ਵੀ ਕਰ ਸਕਦਾ, ਲੰਗਰ ਕੋਈ ਵੀ ਛਕ ਸਕਦਾ, ਤੇ ਹਰ ਕੋਈ ਬੰਦਾ ਇੱਥੇ ਆ ਸਕਦਾ। ਪਰ ਜਿਹੜੀ ਗੁਰੂ ਘਰਾਂ ਦੀ ਸੇਵਾ ਹੈਗੀ ਆ ਜਾਂ ਮੈਨੇਜਮੈਂਟ ਹੈਗੀ, ਉਹ ਸਿਰਫ ਸਿੱਖ ਕਰਨਗੇ। ਸਿੱਖ ਕਿਹੜੇ ਸਿੱਖ? ਜਿਹੜੇ ਅੰਮ੍ਰਿਤਧਾਰੀ ਸਿੱਖ ਹੋਣਗੇ। ਬਹੁਤ ਚੰਗੀ ਗੱਲ ਆ ਕਿ ਉਹ ਚਾਹੁੰਦੇ ਨੇ ਕਿ ਜਿਹੜੇ ਅੰਮ੍ਰਿਤਧਾਰੀ ਸਿੱਖ ਹੈਗੇ ਨੇ, ਜਿਹੜੇ ਪੂਰੇ ਸਿੱਖ ਹੈਗੇ ਨੇ, ਉਹ ਜਿਹੜੇ ਹੈਗੇ ਉਹ ਗੁਰੂ ਧਾਮਾਂ ਦੀ ਸੇਵਾ ਕਰਨ, ਗੁਰੂ ਘਰਾਂ ਦੀ ਸੇਵਾ ਕਰਨ। ਪਰ ਜਿਸ ਤਰੀਕੇ ਦੇ ਨਾਲ ਡਿਵਾਈਡ ਕੀਤਾ ਜਾ ਰਿਹਾ, ਜਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਸੰਪੂਰਨ ਸਿੱਖ ਨਹੀਂ ਹੈਗੇ, ਜਿਨ੍ਹਾਂ ਨੇ ਆਪਣੇ ਕੇਸ ਕਤਲ ਕੀਤੇ ਹੋਏ ਨੇ, ਜਾਂ ਜਿਹੜੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਹੈਗਾ, ਉਹਨਾਂ ਨੂੰ ਇਸ ਤਰ੍ਹਾਂ ਪਿੱਛੇ ਸਿੱਟਣਾ, ਇਸ ਤਰ੍ਹਾਂ ਲਾ ਕੇ ਉਹਨਾਂ ਨੂੰ ਅਲੱਗ ਕਰ ਦੇਣਾ, ਇਹ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈਗਾ। ਕਿਤੇ ਨਾ ਕਿਤੇ ਇਹਦੇ ਵਿੱਚੋਂ ਇੱਕ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਿੱਖਾਂ ਨੂੰ ਡਿਵਾਈਡ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਹੈਗੇ ਨੇ ਉਹਨਾਂ ਦੀ ਪਾਪੂਲੇਸ਼ਨ ਪੰਜਾਬ ਵਿੱਚ ਕਿੰਨੀ ਹੈਗੀ ਆ। ਅੱਜ ਦੀ ਡੇਟ ਦੇ ਵਿੱਚ ਅਗਰ ਇਸ਼ੂ ਆਉਂਦਾ ਜਿਸ ਤਰ੍ਹਾਂ 2020 ਰੈਫਰੈਂਡਮ ਦੀ ਗੱਲ ਆਪਾਂ ਕਰਦੇ ਹਾਂ, ਅਗਰ ਉੱਥੇ ਇਸ਼ੂ ਆਏਗਾ ਕਿ ਸਿੱਖ ਕਿੰਨੇ ਨੇ ਪੰਜਾਬ ਦੇ ਵਿੱਚ, ਜਾਂ ਕਦੀ ਵੀ ਪੰਜਾਬ ਦੇ ਵਿੱਚ ਹੁਣ ਗਣਨਾ ਹੁੰਦੀ ਹੈ ਤੇ ਉੱਥੇ ਇਸ਼ੂ ਆਏਗਾ ਕਿ ਸਿੱਖ ਕਿੰਨੇ ਨੇ ਪੰਜਾਬ ਦੇ ਵਿੱਚ, ਤੇ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ 65% 70% ਸਿੱਖ ਹੈਗੇ ਨੇ, ਜਾਂ ਸਿੱਖਾਂ ਦੀ ਜਿਹੜੀ ਮੈਜੋਰਟੀ ਹੈਗੀ ਆ ਪੰਜਾਬ ਦੇ ਵਿੱਚ, ਆਉਣ ਵਾਲਾ ਸਮਾਂ ਇੱਦਾਂ ਦਾ ਆਏਗਾ ਜਦੋਂ ਇਹ ਜਨਗਣਨਾ ਹੋਏਗੀ। ਔਰ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕਾਨੂੰਨੀ ਤੌਰ ਤੇ ਹੋ ਗਿਆ ਕਿ ਸਿੱਖ ਸਿਰਫ ਉਹੀ ਹੈ ਜਿਹਨੇ ਅੰਮ੍ਰਿਤ ਛਕਿਆ ਹੋਇਆ, ਦੂਸਰਾ ਬੰਦਾ ਸਿੱਖ ਨਹੀਂ ਹੈਗਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲੇਗਾ ਕਿ ਪੰਜਾਬ ਦੇ ਵਿੱਚ ਜਿਹੜੀ ਟੈਕਨੀਕਲੀ ਜਿਹੜੀ ਸਿੱਖਾਂ ਦੀ ਗਿਣਤੀ ਹੋਵੇਗੀ ਉਹ ਮਾਈਨੋਰਟੀ ਵਿੱਚ ਆ ਜਾਏਗੀ। ਜੀ ਥੋੜਾ ਜਿਹਾ ਮੈਂ ਡਿਟੇਲ 'ਚ ਜੇ ਇੱਥੇ ਜ਼ਰੂਰ ਮੈਂ ਚਾਨਣਾ ਪਾਉਣਾ ਚਾਹੂੰਗਾ। ਇੱਕ ਮੇਰੇ ਕੋਲ ਕਾਪੀ ਆਈ ਸੀ ਇਸ ਬਿੱਲ ਦੀ, ਉਹਦੇ ਹਿਸਾਬ ਨਾਲ ਜਦੋਂ ਮੈਂ ਥੋੜਾ ਜਿਹਾ ਪੜ੍ਹਨ ਦੀ ਕੋਸ਼ਿਸ਼ ਕੀਤੀ, ਸਮਝਣ ਦੀ ਕੋਸ਼ਿਸ਼ ਕੀਤੀ, ਕਾਫੀ ਜ਼ਿਆਦਾ ਕੈਟਾਗਰੀਜ਼ ਨੇ ਕੁਲਵੀਰ ਜੀ ਜਿਹਦੇ ਵਿੱਚ ਸਿੱਖਾਂ ਨੂੰ ਡਿਵਾਈਡ ਕੀਤਾ ਜਾ ਰਿਹਾ ਹੈ। ਅੰਮ੍ਰਿਤਧਾਰੀ, ਪਤੀਤ ਸਿੱਖ, ਸਹਿਜਧਾਰੀ, ਤੇ ਸਹਿਜਧਾਰੀ ਸਿੱਖ ਤੋਂ ਬਾਅਦ ਤੁਸੀਂ ਇੱਕ ਕੈਟਾਗਰੀ ਹੋਰ ਹੈ ਜਿਹਨੂੰ ਤੁਸੀਂ ਸਾਬਤ ਸੂਰਤ ਸਿੱਖ ਕਹਿ ਰਹੇ ਹੋ। ਬੇਸਿਕਲੀ ਸਿਰਫ ਸਹਿਜਧਾਰੀ ਵਿੱਚ ਨਹੀਂ, ਸਿੱਖਾਂ ਨੂੰ 4 ਡਿਫਰੈਂਟ ਕੈਟਾਗਰੀਆਂ ਵਿੱਚ ਡਿਵਾਈਡ ਕੀਤਾ ਜਾ ਰਿਹਾ ਹੈ। ਤੇ ਸ਼ਾਇਦ ਇਹ ਕਹਿਣ ਦੀ ਕੋਈ ਲੋੜ ਨਹੀਂ, ਜਦਕਿ ਮੈਂ ਇਹ ਵੀ ਕਹਿਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰੂੰਗਾ ਕਿ ਬਹੁਤ ਇੰਡੀਆ ਵਿੱਚ ਜਾਂ ਬਾਹਰ ਬੈਠੇ ਬਹੁਤ ਸਾਰੇ ਇਦਾਂ ਦੇ ਲੋਕ ਹੈ, ਇਦਾਂ ਦੇ ਸਿੱਖ ਹੈ ਜਿਹੜਾ ਕਿ ਇਹਦਾ ਸਮਰਥਨ ਕਰ ਰਹੇ ਨੇ, ਜੋ ਕਹਿ ਰਹੇ ਨੇ ਕਿ ਬਿਲਕੁਲ ਸਹੀ ਹੋਇਆ। ਮੈਂ ਗਾਰੰਟੀ ਦਿੰਦਾ ਵਾਂ ਕਿ ਬਾਅਦ 'ਚ ਆਪਣੇ ਹੱਥਾਂ ਤੇ ਦੰਦੀਆਂ ਵੱਢਣਗੇ ਕਿ ਅਸੀਂ ਇਹ ਕਿਉਂ ਉਦੋਂ ਇਸ ਬਿੱਲ ਤੇ ਮੋਹਰ ਲਾਈ ਸੀ, ਕਿਉਂਕਿ ਇਹ ਬਿੱਲ ਬਾਦਲ ਸਾਹਿਬ ਨੇ ਕਿਹਦੇ ਫਾਇਦੇ ਵਾਸਤੇ ਜਾਂ ਕੌਮ ਦੇ ਫਾਇਦੇ ਵਾਸਤੇ ਨਹੀਂ ਪਾਸ ਕਰਾਇਆ। ਉਹਨਾਂ ਨੇ ਸਿਰਫ ਤੇ ਸਿਰਫ ਇਲੈਕਸ਼ਨ, ਐਸਜੀਪੀਸੀ ਦੀ ਇਲੈਕਸ਼ਨ ਜਿੱਤਣ ਵਾਸਤੇ ਪਾਸ ਕਰਾਇਆ। ਜਿੰਨਾ ਛੋਟਾ ਵੋਟ ਬੈਂਕ ਹੁੰਦਾ ਵਾ ਉਹਨੂੰ ਉਨਾ ਹੀ ਈਜ਼ੀ ਕੰਟਰੋਲ ਕਰਨਾ ਹੁੰਦਾ ਵਾ, ਉਹਨਾਂ ਉੱਤੇ ਪ੍ਰੈਸ਼ਰ ਪਾਉਣਾ, ਉਹਨਾਂ ਉੱਤੇ ਦਬਾਅ ਪਾਉਣਾ ਉਨਾ ਹੀ ਈਜ਼ੀ ਹੋ ਜਾਂਦਾ। ਤੇ ਸ਼ਾਇਦ ਇਹ ਸਾਰੀ ਕੈਲਕੂਲੇਸ਼ਨ ਪਹਿਲਾਂ ਬਾਦਲ ਸਾਹਿਬ ਨੇ ਕੀਤੀ ਹੋਈ ਸੀ ਤੇ ਇੱਕ ਵੋਟ ਬੈਂਕ ਛੋਟਾ ਕਰ ਲਿਆ ਗਿਆ ਤਾਂ ਕਿ ਅਸੀਂ ਐਸਜੀਪੀਸੀ ਦੀ ਇਲੈਕਸ਼ਨ, ਚਾਹੇ ਅਸੀਂ ਪੰਜਾਬ 2017 ਹਾਰ ਜਾਈਏ ਪਰ ਅਸੀਂ ਐਸਜੀਪੀਸੀ ਦੀ ਇਲੈਕਸ਼ਨ ਨਾ ਹਾਰੀਏ। ਸਤੀਸ਼ ਜੀ ਦੇਖੋ ਹਰਪ੍ਰੀਤ ਜੀ, ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਤਾਂ ਅਫੋਰਡ ਕਰਦੇ ਨੇ ਕਿ ਉਹ ਵਿਧਾਨ ਸਭਾ ਦੀ ਚੋਣ ਕਿਸੇ ਹਾਲਾਤ ਦੇ ਵਿੱਚ ਹਾਰ ਜਾਣ। ਅੱਜ ਦੀ ਤਰੀਕ ਦੇ ਵਿੱਚ ਉਹ ਇਹ ਵੀ ਅਫੋਰਡ ਕਰਦੇ ਨੇ ਕਿ ਸਾਡੀ ਜਗ੍ਹਾ ਦੇ ਉੱਤੇ ਕਾਂਗਰਸ ਆ ਜਾਵੇ, ਆਮ ਆਦਮੀ ਪਾਰਟੀ ਨਾ ਆਵੇ ਵਿਧਾਨ ਸਭਾ 'ਚ। ਪਰ ਉਹ ਇਹ ਕਦੇ ਅਫੋਰਡ ਨਹੀਂ ਕਰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਅਕਾਲੀ ਦਲ ਬਾਦਲ ਦੀ ਜਿਹੜੀ ਚੜ੍ਹਤ ਸਾਲਾਂ ਤੋਂ ਬਣੀ ਹੋਈ ਹੈ ਉਹ ਕਦੇ ਵੀ ਭੰਗ ਹੋਵੇ, ਉਹਦੇ 'ਚ ਕਦੇ ਵੀ ਕੋਈ ਵੱਡਾ ਡੈਂਟ ਪਵੇ। ਪਰ ਇੱਕ ਗੱਲ ਬਹੁਤ ਅਹਿਮ ਆ ਤੇ ਜਿਹੜੀ ਸੋਚਣ ਦੀ ਹੈ ਕਿ ਸਿੱਖ ਭਾਈਚਾਰੇ ਦੇ ਅੰਦਰ ਜਿਹੜੀ ਲਕੀਰ ਖਿੱਚ ਦਿੱਤੀ ਗਈ ਹੈ
ਇਹਦਾ ਆਉਣ ਵਾਲੇ ਸਮੇਂ 'ਚ ਪੋਲੀਟੀਕਲੀ ਜਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਕੀ ਅਸਰ ਪਵੇਗਾ, ਇਹ ਆਪਣੇ ਆਪ ਦੇ ਵਿੱਚ ਅਹਿਮ ਮੁੱਦਾ, ਕਿਉਂਕਿ ਤੁਸੀਂ ਸਿਧਾਂਤਕ ਤੌਰ ਤੇ ਕਹਿ ਸਕਦੇ ਹੋ ਕਿ ਸੇਵਾ ਕਰਨ ਕੋਈ ਵੀ ਆ ਸਕਦਾ। ਜਦੋਂ ਤੁਸੀਂ ਇਹ ਤੈਅ ਕਰ ਲਿਆ ਕਿ ਸੇਵਾ ਸੰਭਾਲ ਦਾ ਜ਼ਿੰਮਾ ਸਿਰਫ ਅੰਮ੍ਰਿਤਧਾਰੀ ਸਿੱਖ ਕੋਲ ਆ, ਕਿਉਂਕਿ ਉਹੀ ਸੇਵਾ ਸੰਭਾਲ ਦਾ ਅਸਲੀ ਹੱਕਦਾਰ ਹੈ, ਤਾਂ ਫਿਰ ਦੂਸਰਾ ਬੰਦਾ ਸੇਵਾ ਦੇ ਲਈ ਘੱਟੋ ਘੱਟ ਨਹੀਂ ਆ ਸਕਦਾ। ਮੱਥਾ ਟੇਕਣ ਚਾਹੇ ਉਹ ਆ ਜਾਵੇ, ਪਰ ਉਹ ਪ੍ਰਬੰਧ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਤੇ ਪ੍ਰਬੰਧ ਸਿਰਫ ਉਹੀ ਨਹੀਂ ਮੰਨਿਆ ਜਾਂਦਾ ਜਿਹਨੂੰ ਤੁਸੀਂ ਧਾਰਮਿਕ ਪੱਧਰ ਦੇ ਉੱਤੇ ਦੇਖਦੇ ਹੋ। ਲੰਗਰ ਦੀ ਸੇਵਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪੱਖ ਹੈ। ਉਹਦਾ ਹਾਲਾਂਕਿ ਸਿੱਧੇ ਤੌਰ ਤੇ ਧਰਮ ਨਾਲ ਕੋਈ ਕੰਸਰਨ ਨਹੀਂ, ਉੱਥੇ ਕੋਈ ਵੀ ਬੰਦਾ ਸੇਵਾ ਕਰ ਸਕਦਾ, ਪਰ ਜੇ ਕੋਈ ਬੰਦੇ ਨੂੰ ਗੁਰਦੁਆਰਾ ਸਾਹਿਬ ਦੇ ਬਾਕੀ ਪ੍ਰਬੰਧਾਂ 'ਚ ਸ਼ਮੂਲੀਅਤ ਦਾ ਅਧਿਕਾਰ ਨਹੀਂ, ਤੇ ਕਿੰਨੇ ਲੋਕ ਨੇ ਕਿ ਫਿਰ ਉਹ ਇਹ ਸਮਝਣਗੇ ਕਿ ਅਸੀਂ ਇਸ ਸੇਵਾ ਦੇ ਵਿੱਚ ਵੀ ਕਿਉਂ ਸ਼ਾਮਲ ਹੁੰਦੇ ਹਾਂ, ਅਸੀਂ ਲੰਗਰ ਦੀ ਸੇਵਾ ਵੀ ਕਿਉਂ ਕਰੀਏ, ਅਸੀਂ ਜੋੜਿਆਂ ਦੀ ਸੇਵਾ ਵੀ ਕਿਉਂ ਕਰੀਏ। ਸਵਾਲ ਜ਼ਰੂਰ ਲੋਕਾਂ ਦੇ ਮਨਾਂ ਅੰਦਰ ਉੱਠਣਗੇ, ਔਰ ਜੇ ਇਹ ਸਵਾਲ ਉੱਠਦੇ ਨੇ ਤੇ ਘੱਟੋ ਘੱਟ ਇਹ ਇੱਕ ਭਾਈਚਾਰੇ ਦੇ ਤੌਰ ਤੇ ਸਿੱਖੀ 'ਚ ਦੁਫੇੜ ਜ਼ਰੂਰ ਪੈਦਾ ਕਰਦੇ। ओपन डिबेट है जी, कोई भी पैनलिस्ट हो इस डिबेट से हिस्सा ले सकता है। हाँ जी हरप्रीत जी, मैं ये सोच रहा कि ਆਪਾਂ इस चीज से क्यों बजिद हो रहे हैं कि हर कोई बंदा जे वो साबित सूरत भी नहीं है, वो केसां की बेअदबी भी करता है, पर वो अपने आप को सिख कहता है, ਤਾਂ क्यों ਉਹ ਇੰਨਾ ਇਮੋਸ਼ਨਲ ਹੋਇਆ ਇਸ ਗੱਲ ਪਿੱਛੇ ਕਿ ਕਿਉਂ ਬਣਾ ਦਿੱਤੇ ਗਏ ਨੇ। ਇਹ ਰੂਲ ਬਣ ਗਿਆ ਕਿ ਸਿਰਫ ਅੰਮ੍ਰਿਤਧਾਰੀ ਸਿੱਖ ਹੀ ਪ੍ਰਬੰਧ ਵਿੱਚ ਹਿੱਸਾ ਲਵੇ। ਮੇਰਾ ਖਿਆਲ ਹੈ ਜੇ ਆਪਾਂ ਈਸਾਈ ਧਰਮ ਬਾਰੇ ਵੀ ਦੇਖੀਏ, ਉੱਥੇ ਵੀ ਜਿਹੜੇ ਬੈਪਟਾਈਜ਼ ਜਿਹੜੇ ਹੈਗੇ ਨੇ ਕ੍ਰਿਸਚੀਅਨਸ, ਫਿਰ ਉਹ ਹੌਲੀ ਹੌਲੀ ਉਹਨਾਂ ਦਾ ਜਿਹੜਾ ਦਰਜਾ ਉਹ ਆਪਣੀ ਜਿਹੜੀ ਹਾਇਰਾਰਕੀ ਆ ਉਹਦੀ ਚਰਚ ਦੇ ਉੱਤੇ ਜਾਂਦੇ ਨੇ, ਤਾਂ ਜਾ ਕੇ ਉਹ ਵੈਟੀਕਨ ਦੇ ਪ੍ਰਬੰਧਕ ਜਾਂ ਪੋਪ ਜਾਂ ਕੁਝ ਵੀ ਇਸ ਤਰ੍ਹਾਂ ਦੇ ਅਹੁਦੇਦਾਰ ਬਣਦੇ ਨੇ। ਕਿਉਂਕਿ ਉਹਦਾ ਰੀਜ਼ਨ ਹੁੰਦਾ ਹੈ ਕਿ ਅਸੀਂ ਉਹਦੇ ਦੀ ਗੱਲ ਨਹੀਂ ਕਰ ਰਹੇ, ਅਸੀਂ ਅਜੀਤ ਜੀ ਅਸੀਂ ਉਹਦੇ ਦੀ ਗੱਲ ਨਹੀਂ ਕਰ ਰਹੇ, ਅਸੀਂ ਉਹਦੇ ਦੀ ਗੱਲ ਨਹੀਂ ਕਰ ਰਹੇ, ਅਸੀਂ ਰੂਲ ਦੀ ਗੱਲ ਕਰ ਰਹੇ ਹਾਂ, ਡੈਮੋਕ੍ਰੇਟਿਕ ਪ੍ਰੋਸੈਸ ਵਿੱਚ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹਾਂ। ਜੀ ਸਵਾਲ ਤਾਂ ਉੱਠੇਗਾ, ਸਵਾਲ ਤਾਂ ਉੱਠੇਗਾ ਹੀ। ਇੱਕ ਮੈਂਬਰ ਚੁਣਨ ਵਾਸਤੇ ਵੋਟਰ ਦਾ ਤੇ ਨੁਮਾਇੰਦੇ ਦਾ ਫਰਕ ਹੁੰਦਾ। ਮੈਂਬਰ ਵੀ ਬਣ ਜਾ, ਜੇ ਵੋਟਰ ਬਣੇਗਾ ਤਾਂ ਮੈਂਬਰ ਵੀ ਬਣੇਗਾ। ਮੈਂਬਰ ਬਣ ਕੇ ਉਹ ਆਪਣੀਆਂ ਭਾਵਨਾਵਾਂ ਦੇ ਹਿਸਾਬ ਨਾਲ ਪ੍ਰਬੰਧ ਕਰੇਗਾ, ਨਾ ਕਿ ਉਹਨਾਂ ਭਾਵਨਾਵਾਂ ਦੇ ਨਾਲ ਜਿਹੜੀਆਂ ਗੁਰੂ ਘਰ ਦੀਆਂ ਭਾਵਨਾਵਾਂ ਗੁਰੂ ਸਾਹਿਬਾਨ ਵੱਲੋਂ ਦਿਖਾਈਆਂ ਗਈਆਂ ਨੇ। ਇਦਾਂ ਨਹੀਂ ਹੁੰਦਾ ਜੀ, ਮੈਂਬਰ ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਹੁੰਦੀ ਆ, ਮੈਂਬਰ ਬਣਨ ਵਾਸਤੇ ਕੁਆਲੀਫਿਕੇਸ਼ਨ ਹੁੰਦੀ ਆ, ਕੁਆਲੀਫਿਕੇਸ਼ਨ ਨਹੀਂ ਹੁੰਦੀ। ਹੋਇਆ ਵਾ ਜਾਂ ਹੋਰਾਂ ਨੇ ਅੰਮ੍ਰਿਤ ਛਕਿਆ ਹੋਇਆ, ਜਿਹੜੇ ਅੱਜ ਕੱਲ ਪ੍ਰਬੰਧਕ ਹੈ, ਕੀ ਤੁਸੀਂ ਉਹਨਾਂ ਦੇ ਪ੍ਰਬੰਧਨਾਂ ਤੋਂ ਖੁਸ਼ ਹੋ? ਬਿਲਕੁਲ, ਜੇ ਖੁਸ਼ ਹੋ ਉਹਨਾਂ ਨੂੰ ਤੁਸੀਂ ਪੰਥ ਵਿੱਚੋਂ ਛੇਕ ਦਿੰਦੇ ਹੋ, ਉਹਨਾਂ ਦੀ ਕੀਤੇ ਹੋਏ ਫੈਸਲੇ ਨੂੰ ਬਾਅਦ ਚ ਸਲਾਮ ਵੀ ਕਰਦੇ ਹੋ। ਲੋੜ ਨਹੀਂ ਪੈਣੀ। ਹਰ ਇੱਕ ਚੀਜ਼ ਦੇ ਵਿੱਚ ਹਮੇਸ਼ਾ ਹੀ ਸੁਧਾਰ ਦੀ ਗੁੰਜਾਇਸ਼ ਬਣੀ ਰਹਿੰਦੀ ਹੁੰਦੀ ਹੈ, ਪਰ ਤੁਸੀਂ ਉਹ ਜਿਹੜਾ ਸੁਧਾਰ ਆ ਉਹਨੂੰ ਨੈਗੇਟਿਵ ਪਾਸੇ ਨੂੰ ਜਿਹੜਾ ਹੋਰ ਜਿਹੜਾ ਹੈਗਾ ਨੈਗੇਟਿਵ ਪਾਸੇ ਨੂੰ ਨਾ ਤੁਸੀਂ ਉਸ ਚੀਜ਼ ਨੂੰ ਸੁਧਾਰ ਕਰੋ, ਉਹਨੂੰ ਪੋਜ਼ਿਟਿਵ ਪਾਸੇ ਨੂੰ ਕਰੋ। ਤੁਸੀਂ ਇਹ ਕਹੋ ਕਿ ਜੇ ਅੰਮ੍ਰਿਤਧਾਰੀ ਸਿੱਖ ਹੈ ਉਹਨੂੰ ਸਿੱਖੀ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਿੱਤੇ ਨੇ ਅਸੂਲ ਉਹਨਾਂ 'ਚ ਪੂਰਾ ਹੋਣਾ ਚਾਹੀਦਾ। ਜੇ ਘਾਟ ਹੈ ਤਾਂ ਉਹਨੂੰ ਨੰਗਿਆ ਕੀਤਾ ਜਾਣਾ ਚਾਹੀਦਾ, ਉਹਨੂੰ ਸਵਾਲ ਕਰਨੇ ਚਾਹੀਦੇ ਨੇ। ਇਸ ਗੱਲ ਨੂੰ ਮੰਨਣ ਨੂੰ ਤਿਆਰ ਆ ਅਸੀਂ, ਪਰ ਤੁਸੀਂ ਇਹ ਕਿਉਂ ਕਹੋ ਕਿ ਤੁਹਾਨੂੰ ਆਪਣੇ ਸਿੱਖੀ ਦੇ ਜਿਹੜੇ ਅਸੂਲ ਨੇ, ਕਿਆ ਆਪਾਂ ਇਸ ਚੀਜ਼ ਨੂੰ ਮੰਨਦੇ ਹਾਂ ਕਿ ਦਸਵੇਂ ਪਾਤਸ਼ਾਹ ਨੇ ਲਾਗੂ ਨਹੀਂ ਕੀਤਾ ਕਿ ਬੰਦਾ ਜਿਹੜਾ ਸਿੱਖ ਆ ਉਹ ਸਾਬਤ ਸੂਰਤ ਹੋਣਾ ਚਾਹੀਦਾ, ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ? ਜੇ ਨਹੀਂ ਹੋਣਾ, ਜੇ ਤੁਸੀਂ ਇਹ ਕਹਿ ਸਕਦੇ ਹੋ ਏਦਾਂ ਵੀ ਨਹੀਂ ਸੀ। ਦਸਵੇਂ ਪਾਤਸ਼ਾਹ ਜੀ ਦੇ ਨਾਲ ਵੀ ਕਈ ਸਿੱਖ ਏਦਾਂ ਦੇ ਸੀਗੇ ਜਿਨ੍ਹਾਂ ਨੇ ਨਾ ਤਾਂ ਅੰਮ੍ਰਿਤ ਛਕਿਆ ਹੋਇਆ ਸੀਗਾ, ਪਰ ਉਹ ਤਾਂ ਵੀ ਗੁਰੂ ਸਾਹਿਬ ਦੇ ਪਿਆਰੇ ਸੀਗੇ। ਬੇਸ਼ੁਮਾਰ ਏਦਾਂ ਦੀ ਉਹਨਾਂ ਨੇ ਉਹਨਾਂ ਨੂੰ ਨਿਸ਼ਚਿਤ ਕਰਤਾ ਕਿ ਨਹੀਂ ਤੁਸੀਂ ਮੇਰੇ ਨਾਲ ਨਹੀਂ ਰਹਿ ਸਕਦੇ। ਸਾਹਿਬਾਨ ਉਹ ਦੇਖ ਸਕਦੇ ਸੀ ਕਿ ਬੰਦੇ ਦਾ ਜਿਹੜਾ ਅਧਿਆਤਮਿਕ ਪੱਧਰ ਹੈ, ਕੀ ਦਿਲਰਾਜ ਸਿੰਘ ਦੇਖ ਸਕਦਾ ਕਿ ਕਿਸੇ ਬੰਦੇ ਦਾ ਅਧਿਆਤਮਿਕ ਪੱਧਰ ਕੀ ਆ? ਅਸੀਂ ਘੱਟੋ ਘੱਟ ਅਜੀਤ ਜੀ ਕੀ ਸਾਬਤ ਸੂਰਤ ਹੋ ਕੇ ਅੰਮ੍ਰਿਤ ਛਕਣ ਦੇ ਨਾਲ ਅਧਿਆਤਮਿਕ ਪੱਧਰ ਬਣ ਜਾਂਦਾ? ਕੋਈ ਚਾਹੀ ਤਾਂ ਨਹੀਂ ਸਿੱਖੀ ਏਦਾਂ ਦੇ ਹੁਣ ਜਿਹਨਾਂ ਦੇ ਅਧਿਆਤਮਿਕ ਪੱਧਰ ਬਿਲਕੁਲ ਠੀਕ ਠਾਕ ਹੋ ਗਏ। ਮੇਰੀ ਗੱਲ ਪੂਰੀ ਕਰਨ ਦਿਓ। ਜੇ ਪਿੱਛੇ ਜੇ ਇੱਕ ਨਿਹੰਗ ਦੀ ਵੀ ਆਇਆ ਸੀ ਖਬਰ ਕਿ ਉਹਨੂੰ ਠੇਕੇ ਵਾਲੇ ਮੁੰਡੇ ਨੇ, ਹਾਲਾਂਕਿ ਉਹ ਦੋਸ਼ੀ ਹੋ ਘੇਰਿਆ ਕਿ ਕਲਗੀਧਰ ਦਾ ਬਾਣਾ ਪਾ ਕੇ ਜਿਹੜਾ ਹੈਗਾ ਨਾਰੂ ਮੈਂ ਤੁਹਾਨੂੰ ਸਭ ਨੂੰ ਰੋਕਣਾ ਚਾਹੂੰਗਾ। ਇੱਕ ਬੜਾ
अजीत जी मैं तो रोकना चाहूंगा एक बारी। अजीत जी मेरी गल सुनो, थोड़ा जा बिल बारे मैं तो दसना चाहूंगा। अजीत जी मैं तो बिल बारे दसना चाहूंगा। मैं चाहूंगा तुसी एक बिल बारे थोड़ी जी गल्लां होर सुन लो। तुसी जो कमेंट्स दे रहे हो ना, वो तो पहला तुहानू ये जानना बहुत ही जरूरी है। दसो दसो। साबत सूरत 6 कैन वोट। साबत सूरत 6 कैन वोट, Saz Tari cannot, nor Patits, while Amrit Tari can vote as well as contest the polls। साफ लिखा हुआ, साबत सूरत सिख वोट पा सकते ने, सैज तारी वोट नहीं पा सकते, पतीत वोट नहीं पा सकते, अमृतधारी वोट पा भी सकते ने, नाल हिस्सा भी ले सकते ने। ਜਦੋਂ ਅਸੀਂ ਬਿੱਲ ਵਿੱਚ ਅਮੈਂਡਮੈਂਟ ਕੀਤੀ ਆ ਕਿ ਅਮਰਤਾਰੀ ਹੀ ਸਿਰਫ ਹਿੱਸਾ ਲੈ ਸਕਦੇ ਨੇ, ਤਾਂ ਫਿਰ ਸਹਿਜਤਾਰੀ ਜਾਂ ਪਤੀਤ ਸੇ ਕਿਉਂ ਨਹੀਂ ਵੋਟ ਪਾ ਸਕਦੇ? ਨਹੀਂ, ਉਹਨਾਂ ਵਿੱਚ ਲਿਖਿਆ ਕਿ ਜਿਹੜੇ ਬੰਦੇ ਨੇ ਅਮਰਤਾਰੀ ਨਹੀਂ, ਪਰ ਉਹ ਸਾਬਤ ਸੂਰਤ ਸਿਰਫ ਇਹੀ ਗੱਲ ਹੈ ਕਿ ਕੇਸ ਨਹੀਂ ਕੱਟਦਾ, ਵੋਟ ਪਾ ਸਕਦਾ। ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ, ਰਿਪੀਟ ਕਰਾਂ ਫਿਰ ਤੋਂ? ਰਿਪੀਟ ਕਰਾਂ? ਕਰੋ ਰਿਪੀਟ। ओके फिर तो सुन लो। साबत सूरत सिख कैन वोट। साबत सूरत सिख वोट पा सकते ने, सैजतारी नहीं पा सकते, पतीत नहीं पा सकते, अमरतारी कैन वोट, अमरतारी वोट पा भी सकते ने ते इलेक्शन लड़ भी सकते ने। ਜਦੋਂ ਇਸ ਬਿੱਲ ਵਿੱਚ ਲਿਖਿਆ ਹੋਇਆ ਸੀ ਕਿ ਸਿਰਫ ਅਮਰਤਾਰੀ ਇਲੈਕਸ਼ਨ ਲੜ ਸਕਦੇ ਨੇ, ਉਦੋਂ ਪਤੀਤ ਵੋਟ, ਪਤੀਤ ਸਿੱਖ ਜਾਂ ਉਹ ਲੋਕ ਜੋ ਸਿੱਖੀ ਨਾਲ ਜੋੜਨਾ ਚਾਹੁੰਦੇ ਨੇ, ਉਹਨਾਂ ਤੋਂ ਵੋਟ ਪਾਉਣ ਦਾ ਹੱਕ ਕਿਉਂ ਲਿਆ ਗਿਆ? ਜਦੋਂ ਬਿੱਲ ਵਿੱਚ ਪ੍ਰੋਵੀਜ਼ਨ ਹੈਗਾ ਵਾ ਸਿਰਫ ਅਮਰਤਾਰੀ ਸਿੱਖ ਹੀ ਮੈਂਬਰ ਬਣ ਸਕਦੇ ਨੇ, ਜਿਹਦੇ ਉੱਤੇ ਕੋਈ ਕੁਐਸਚਨ ਨਹੀਂ ਕਰ ਰਿਹਾ, ਤੇ ਫਿਰ ਕੁਝ ਲੋਕਾਂ ਕੋਲੋਂ ਵੋਟ ਪਾਉਣ ਦਾ ਹੱਕ ਕਿਉਂ ਲਿਆ ਗਿਆ? ਇੱਕ ਪਾਸੇ ਤੁਸੀਂ ਸਾਰੇ ਡੈਮੋਕ੍ਰੇਸੀ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਜੋ, ਦੂਜੇ ਪਾਸੇ ਤੁਸੀਂ ਆਪਣੇ ਹੀ ਘਰ, ਆਪਣੇ ਹੀ ਵੀਰਾਂ ਭੈਣਾਂ ਕੋਲ ਵੋਟ ਪਾਉਣ ਦਾ ਹੱਕ ਲੈ ਕੇ ਉਹਨਾਂ ਨੂੰ ਨੀਵਾਂ ਵਿਖਾਉਂਦੇ ਜੋ। ਤੀਜੇ ਪਾਸੇ ਜਥੇਦਾਰ ਸਾਹਿਬ ਅਕਾਲ ਤਖਤ ਅਪਾਇੰਟਡ ਬਾਈ ਐਸਜੀਪੀਸੀ ਇਹ ਆਂਦੇ ਨੇ ਕਿ ਸਿਰਫ ਸਿੱਖੀ ਗੁਰਦੁਆਰੇ ਦਾ ਪ੍ਰਬੰਧ, ਸਿਰਫ ਸਿੱਖੀ ਗੁਰਦੁਆਰੇ ਦਾ ਪ੍ਰਬੰਧ ਕਰ ਸਕਦੇ ਨੇ, ਦੂਜਾ ਪ੍ਰਬੰਧ ਹੀ ਨਹੀਂ ਕਰ ਸਕਦਾ। ਸਾਬਤ ਸੂਰਤ ਜਿਹੜਾ ਹੈਗਾ ਹੈ, ਕਿਆ ਉਹ ਮੈਂਬਰ ਬਣ ਸਕਦਾ ਹੈ? ਇਲੈਕਸ਼ਨ 'ਚ ਖੜ ਸਕਦਾ ਹੈ? ਮੈਂ ਤੁਹਾਨੂੰ ਮੈਂ ਦੋ ਵਾਰੀ ਪੜਦਾ ਜੀ। ਸਾਬਤ ਸੂਦਰ ਇਲੈਕਸ਼ਨ ਵਿੱਚ ਨਹੀਂ ਖੜ ਸਕਦਾ। ਅਮਰਤਧਾਰੀ ਨੂੰ 2 ਹੱਕ ਮਿਲੇ ਨੇ, ਅਮਰਤਧਾਰੀ ਨੂੰ ਦੋਨੋਂ ਹੱਕ ਹੈਗੇ ਨੇ। ਸਾਬਤ ਸੂਰਤ ਨੂੰ ਸਿਰਫ ਵੋਟ ਪਾਉਣ ਦਾ ਹੱਕ ਹੈ, ਬਾਕੀਆਂ ਨੂੰ ਵੀ ਹੱਕ ਨਹੀਂ। ਤੁਸੀਂ ਸਹੀ ਕਹੋਗੇ 2 ਮਿੰਟ ਪਹਿਲਾਂ ਤੱਕ ਅਜੀਤ ਜੀ 2 ਮਿੰਟ ਪਹਿਲਾਂ ਤੱਕ ਤੁਹਾਨੂੰ ਪਤਾ ਹੀ ਨਹੀਂ ਸੀ। ਅਜੀਤ ਜੀ 2 ਮਿੰਟ ਪਹਿਲਾਂ ਤੱਕ ਤੁਹਾਨੂੰ ਇਹ ਪਤਾ ਹੀ ਨਹੀਂ ਸੀ। 2 ਮਿੰਟ ਪਹਿਲਾਂ ਤੱਕ ਤੁਹਾਨੂੰ ਇਹ ਪਤਾ ਹੀ ਨਹੀਂ ਸੀ। ਤੁਸੀਂ ਇਹਨੂੰ ਕਿੱਦਾਂ ਸਹੀ ਕਹਿ ਸਕਦੇ ਜੋ? ਮੈਂ ਬਾਕੀ ਪੈਨਲਿਸਟ ਨੂੰ ਜ਼ਰੂਰ ਕਹੂੰਗਾ ਆਪਣੇ ਕਮੈਂਟ ਕਰਨ। 2 ਮਿੰਟ ਪਹਿਲਾਂ ਤੱਕ ਅਜੀਤ ਜੀ ਨੂੰ ਪਤਾ ਹੀ ਨਹੀਂ ਸੀ। ਬਹੁਤ ਸਾਰੇ ਸਿੱਖ ਵਿਦਵਾਨ ਜਿਨ੍ਹਾਂ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਾਮਲ ਨੇ, ਉਹ ਇੱਕ ਗੱਲ ਕਿਹਾ ਕਰਦੇ ਸੀ ਕਿ ਮੁੰਨੀ ਤੇ ਤੁੰਨੀ ਇੱਕ ਬਰਾਬਰ ਹੈ। ਕੀ ਤੁਸੀਂ ਉਸ ਬੰਦੇ ਨੂੰ ਵੀ ਫਿਰ ਸਿੱਖ ਸਾਬਤ ਸੂਰਤ ਸਿੱਖ ਕਹੋਗੇ ਜਿਹੜਾ ਦਾੜੀ ਨੂੰ ਆਪਣਾ ਬੰਨਦਾ ਵਾ? ਜੇ ਬੰਨਣ ਵਾਲੇ ਸਿੱਖ ਵੀ ਇਹਦੇ ਤੋਂ ਬਾਹਰ ਚਲੇ ਜਾਣਗੇ, ਤੇ ਕਿੰਨੇ ਸ਼ਹਿਰੀ ਸਿੱਖ ਨੇ ਜਿਹੜੇ ਤੁਹਾਡੇ ਵੋਟ ਦੇ ਅਧਿਕਾਰ ਤੋਂ ਇਸ ਕਰਕੇ ਬਾਹਰ ਚਲੇ ਜਾਣਗੇ ਕਿਉਂਕਿ ਮੁੰਨੀ ਤੇ ਤੁੰਨੀ ਇੱਕ ਬਰਾਬਰ ਕਹਿ ਦਿੱਤਾ ਜਾਂਦਾ ਕੁਝ ਲੋਕਾਂ ਵੱਲੋਂ। ਮੈਨੂੰ ਨਹੀਂ ਪਤਾ ਇਹ ਰਹਿਤ ਮਰਿਆਦਾ ਕਹਿੰਦੀ ਆ ਕਿ ਸਿਰਫ ਕਹਿਣ ਵਾਲੇ ਕਹਿੰਦੇ ਨੇ, ਪਰ ਮੈਂ ਇਹ ਜ਼ਰੂਰ ਕਹੂੰਗਾ ਫਿਰ ਸਵਾਲ ਤਾਂ ਬਹੁਤ ਅੱਗੇ ਤੋਂ ਅੱਗੇ ਤੁਰੇ ਜਾਣਗੇ। ਫਿਰ ਘੱਟੋ ਘੱਟ ਇੱਕ ਸਵਾਲ ਜ਼ਰੂਰ ਬਣੇਗਾ ਕਿ ਜਿਹੜਾ ਬੰਦੇ ਨੇ ਅੰਮ੍ਰਿਤ ਨਹੀਂ ਛਕਿਆ, ਜਿਹੜਾ ਸਾਬਤ ਸੂਰਤ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਕੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਇਸ ਗੱਲ ਨੂੰ ਤੈਅ ਕਰਨਾ ਚਾਹੁੰਦੇ ਨੇ ਕਿ ਅਸੀਂ ਜਿਹਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਲਕ ਕਹਿੰਦੇ ਉਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਵਾ? ਜੇ ਕੋਈ ਬੰਦਾ ਖੁਦ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਯਕੀਨ ਰੱਖਣਾ, ਉਹਦਾ ਯਕੀਨ ਕੱਚਾ ਵਾ ਕਿਉਂਕਿ ਅਸੀਂ ਉਹਦੇ ਯਕੀਨ ਦੇ ਉੱਤੇ ਮੋਹਰ ਨਹੀਂ ਲਾਉਂਦੇ। ਇਹ ਆਪਣੇ ਆਪ ਦੇ ਵਿੱਚ ਬੜਾ ਅਜੀਬ ਕਿਸਮ ਦਾ ਸਵਾਲ ਹੈ। ਦੂਸਰੀ ਗੱਲ, ਜੇ ਅਸੀਂ ਦੂਜੇ ਧਰਮਾਂ ਦੀ ਗੱਲ ਕਰਦੇ ਹਾਂ ਤਾਂ ਹਰ ਧਰਮ ਦੀ ਇੱਕ ਆਪਣੀ ਪਰੰਪਰਾ ਵਾ। ਈਸਾਈ ਧਰਮ ਦੇ ਵਿੱਚ ਕਿਸੇ ਨੂੰ ਸੰਤ ਬਣਾਉਣ ਦੀ ਵੀ ਇੱਕ ਲੰਮੀ ਪ੍ਰਕਿਰਿਆ ਕਿ ਉਹਨੂੰ ਸੰਤ ਕਿਹਾ ਵੀ ਜਾਵੇ ਕਿ ਨਾ ਜਾਵੇ, ਪਰ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਜਿਹੜਾ ਇੱਕ ਬੰਦਾ ਪ੍ਰਚਾਰਕ ਉੱਠਦਾ ਜਿਹਨੂੰ 4 ਗੱਲਾਂ ਆਉਂਦੀਆਂ, ਚਾਹੇ ਉਹ ਗੁਰਮਤਿ ਦੀ ਉਲੰਘਣਾ ਵੀ ਕਿਉਂ ਨਾ ਕਰਦਾ ਹੋਵੇ, ਅਸੀਂ ਉਹਨੂੰ ਸੰਤ ਬਾਬਾ ਕਹਿਣ 'ਚ ਇੱਕ ਮਿੰਟ ਨਹੀਂ ਲਾਉਂਦੇ। ਇਹ ਗੱਲਾਂ ਨਹੀਂ ਲਾਉਂਦੇ ਸੰਤ ਬਾਬਾ ਕਹਿਣ 'ਚ।
मैं बाकी पैनलिस्ट ਨੂੰ ਵੀ ਮੈਂ ਬਾਕੀ ਪੈਨਲਿਸਟ ਨੂੰ ਵੀ ਇੱਕ ਮਿੰਟ ਮੈਂ ਲਵਾਂਗਾ ਬਾਕੀ ਪੈਨਲਿਸਟ ਨੂੰ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਇੱਕ ਮਿੰਟ ਮੈਂ ਤੁਹਾਡਾ ਸਭ ਤੋਂ ਪਹਿਲਾਂ ਲਵਾਂਗਾ। मैं सारे ਨੂੰ ਬੇਨਤੀ करना चाहूंगा कि मैं सारे पैनलिस्ट ਦੇ ਵਿਚਾਰ जानना चाहना कि एक या दो इंडिविजुअल ਦੇ नहीं। मैं चाहूंगा जर्मनजीत सिंह जी भी अपना बयान दें, दिलराज जी तुसी भी दो ते कुलवीर जी तुसी भी दो। गो हेड दिलराज जी। हरप्रीत जी, मैं सिर्फ इन्ना ही कहना चाहांगा कि मैं भी इस गल तो एग्रीड हाँ कि जिहड़ी कमेटी ਦੇ ਮੈਂਬਰ ਹੋਣ ਜਾਂ ਜਿਹੜੇ ਕਮੇਟੀ ਨੂੰ ਚਲਾਉਣ ਵਾਲੇ ਬੰਦੇ ਹੋਣ ਉਹ ਅਸੀਂ ਮੰਨ ਲਿਆ ਕਿ ਉਹ ਅੰਮ੍ਰਿਤਧਾਰੀ ਹੋਣੇ ਚਾਹੀਦੇ ਆ, ਸ਼ਾਇਦ ਉਹ ਵਧੀਆ ਤਰ੍ਹਾਂ ਸੁਚਾਰੂ ਢੰਗ ਨਾਲ ਚਲਾ ਸਕਣ। ਪਰ ਵੋਟ ਕਿਸੇ ਨੂੰ ਵੀ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ। ਉਹਦੇ ਪਿੱਛੇ ਕਾਰਨ ਇਹ ਹੈ ਕਿ ਹਰ ਬੰਦਾ ਜਿਹੜਾ ਸਿੱਖੀ ਨਾਲ ਜੁੜਿਆ ਹੋਇਆ, ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦਾ ਹੈ, ਕਿਤੇ ਮੜੀ ਮਤੀ ਤੇ ਨਹੀਂ ਜਾਂਦਾ, ਚਾਹੇ ਵਾਲ ਕੱਟਦਾ ਚਾਹੇ ਨਹੀਂ ਕੱਟਦਾ, ਹਰ ਬੰਦੇ ਨੂੰ ਆਈਡਲੀ ਤਾਂ ਵਾਲ ਰੱਖਣੇ ਚਾਹੀਦੇ ਨੇ। ਪਰ ਜੇ ਪਤਿਤ ਸਿੱਖ ਵੀ ਹੈ ਉਹਦਾ ਵੀ ਉਨਾ ਹੀ ਗੁਰੂ ਗ੍ਰੰਥ ਸਾਹਿਬ ਤੇ ਮਾਣ ਹੈਗਾ, ਉਨਾ ਹੀ ਸਤਿਕਾਰ ਕਰਦਾ। ਉਹ ਵੀ ਵੋਟ ਪਾ ਕੇ ਆਪਣੇ SGPC ਜਿਹੜੀ ਸੰਸਥਾ ਜਿਹੜੀ ਸਭ ਤੋਂ ਵੱਡੀ ਸਿੱਖੀ ਦੀ ਸੰਸਥਾ ਹੈਗੀ ਹੈ, ਸਿੱਖੀ ਨੂੰ ਦੇ ਕਈ ਗੁਰਦੁਆਰਿਆਂ ਨੂੰ ਮੈਨੇਜ ਕਰਦੀ ਹੈ, ਸਿੱਖੀ ਪ੍ਰਮੋਟ ਕਰਨ ਦੇ ਕੰਮਾਂ ਦੀ, ਉਹਨੂੰ ਜੇ ਚੁਣ ਵੀ ਲੈ ਤੇ ਉਹਦੇ ਵਿੱਚ ਹਰਜ ਕੀ ਹੈ, ਕੀ ਪ੍ਰੋਬਲਮ ਹੈ? ਜੇ ਆਪਣੇ ਜਿਹੜੇ ਮੈਂਬਰ ਹੈ ਜਿਹਨਾਂ ਨੇ ਚਲਾਣੀ ਸੰਸਥਾ, ਜੇ ਉਹ ਚਾਹੇ ਸਾਰੇ ਅੰਮ੍ਰਿਤਧਾਰੀ ਹੈਗੇ ਆ ਤੇ ਫਿਰ ਉਹਨਾਂ ਨੂੰ ਕੋਈ ਵੀ ਚੁਣੇ, ਉਹਦੇ ਵਿੱਚ ਹਰਜ ਕੀ ਹੋਣਾ ਚਾਹੀਦਾ? ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਵੀ ਕਿਸੇ ਨੂੰ ਪ੍ਰੋਬਲਮ ਹੋਣੀ ਚਾਹੀਦੀ। ਬਿਲਕੁਲ ਹੋਣੀ ਚਾਹੀਦੀ ਹੈ ਜੀ। ਕਿਉਂ ਹੋਣੀ ਚਾਹੀਦੀ ਆ? ਜਿਹੜਾ ਬੰਦਾ ਗੁਰੂ ਸਾਹਿਬ ਨੂੰ ਮੰਨਦਾ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਆ, ਜਿਹੜਾ ਉਸ ਬੰਦੇ ਨੂੰ ਹੱਕ ਵੀ ਹੋਣਾ ਚਾਹੀਦਾ ਕਿ ਉਸ ਗੁਰਦੁਆਰਾ ਸਾਹਿਬ ਨੂੰ ਮੈਨੇਜ ਕਰਨ ਵਾਲਾ ਨੂੰ ਚੁਣ ਸਕੇ। ਉਹ ਪਹਿਲਾਂ ਤੋਂ ਵੀ ਇਹੀ ਗੱਲ ਚੱਲਦੀ ਆ ਰਹੀ ਹੈ। ਜਦੋਂ ਦੀ ਸ਼੍ਰੋਮਣੀ ਕਮੇਟੀ ਬਣੀ ਹੈ ਤੇ ਜ਼ਿਆਦਾਤਰ ਜਿਹੜੇ ਅੰਮ੍ਰਿਤਧਾਰੀ ਸਿੱਖ ਆ ਉਹੀ ਹੀ ਇਹਦੀ ਮੈਨੇਜਮੈਂਟ ਕਰਦੇ ਆ ਰਹੇ। ਪਰ ਵੋਟ ਦਾ ਹੱਕ ਸਾਰੇ ਸਿੱਖਾਂ ਨੂੰ, ਜਿਹੜਾ ਇੱਕ ਸਿੱਖ ਦੇ ਘਰ ਦੀ ਜੰਮਿਆ, ਮੰਨ ਲਓ ਸਪੋਜ਼ ਕਰ ਲਓ ਜਿਵੇਂ ਕਿ ਹੁਣ ਸਾਡੇ ਘਰ ਦੇ ਵਿੱਚ ਆ, ਮੈਂ ਮੰਨ ਲਓ ਵੀ ਦਾੜੀ ਕੱਟੀ ਹੋਈ ਹੈ, ਇੱਕ ਪਤਿਤ ਸਿੱਖ ਆ, ਜੇ ਤੁਹਾਡੀ ਲੈਂਗੁਏਜ ਦੇ ਵਿੱਚ ਜਿਹੜੇ ਅੰਮ੍ਰਿਤਧਾਰੀ ਸਾਨੂੰ ਪਤਿਤ ਸਿੱਖ ਕਹਿੰਦੇ ਨੇ, ਸਾਡੇ ਘਰ ਦੇ ਵਿੱਚ ਹੀ ਇੱਕ ਅੰਮ੍ਰਿਤਧਾਰੀ ਹੈ ਕਿ ਉਹਨੂੰ ਵੋਟ ਪਾਉਣ ਦਾ ਹੱਕ ਹੈ, ਤੇ ਸਾਡੇ ਘਰ ਦੇ ਵਿੱਚ ਜਿਹੜੇ ਦੂਜੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈਗਾ। ਇਹ ਕਿੱਥੋਂ ਤੱਕ ਜਾਇਜ਼ ਆ? ਕਹਿਣ ਦਾ ਮਤਲਬ ਕਿ ਇੱਕ ਸਿੱਖ ਦੇ ਘਰ ਜਨਮ ਲੈਣ ਵਾਲੇ ਨੂੰ ਹੀ ਵੋਟ ਦਾ ਅਧਿਕਾਰ ਖੋਲਿਆ ਜਾਵੇ ਤਾਂ ਇਹ ਕਿੱਥੋਂ ਤੱਕ ਜਾਇਜ਼ ਆ? ਇਹ ਤਾਂ ਇੱਕ ਘਰ ਦੇ ਵਿੱਚ ਹੀ ਲਕੀਰ ਖਿੱਚਣ ਵਾਲੀ ਗੱਲ ਨੂੰ ਮੈਂ ਇਹਨੂੰ ਦੇਖਦਾ ਹਾਂ। मैं टैक्निकल टीम ਨੂੰ ਕਹੂੰਗਾ ਕਿ ਉਹ ਵੀਡੀਓ ਫਿਰ ਤੋਂ ਪਲੇ ਕਰਨ ਤਾਂ ਕਿ ਸਾਡੇ ਦਰਸ਼ਕ ਵੀ ਫਿਰ ਤੋਂ ਵੀਡੀਓ ਦੇਖ ਲੈਣ, ਜਿੱਥੇ ਕਿ ਜਥੇਦਾਰ ਸਾਹਿਬ ਇਹ ਕਹਿ ਰਹੇ ਨੇ ਕਿ ਸਿਰਫ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰ ਸਕਦੇ। ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਉਹ ਵੀਡੀਓ ਪਲੇ ਕਰ ਗੱਲ ਨੂੰ ਉਲਝਾਉਣਾ ਹੋਵੇ ਨਾ। ਜਿਸ ਤਰ੍ਹਾਂ ਹਿੰਦੂ ਵੀਰ ਮੰਦਰਾਂ ਦਾ ਪ੍ਰਬੰਧ ਕਰਦੇ ਨੇ, ਮੁਸਲਮਾਨ ਭਰਾ ਮਸਜਿਦਾਂ ਦਾ ਪ੍ਰਬੰਧ ਕਰਦੇ ਨੇ, ਈਸਾਈ ਗਿਰਜਿਆਂ ਦਾ ਪ੍ਰਬੰਧ ਕਰਦੇ ਨੇ, ਇਸੇ ਤਰ੍ਹਾਂ ਸਿੱਖ ਜਿਹੜੇ ਨੇ ਉਹ ਗੁਰਦੁਆਰਿਆਂ ਦਾ ਪ੍ਰਬੰਧ ਕਰਦੇ ਨੇ। ਜਿਹੜੇ ਦੂਸਰੇ ਮੱਥਾ ਕੋਈ ਵੀ ਟੇਕ ਸਕਦਾ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਕਿਉਂ ਨਾ ਹੋਵੇ, ਲੰਗਰ ਛਕ ਸਕਦਾ ਹੈ, ਮੱਥਾ ਟੇਕ ਸਕਦਾ ਹੈ, ਸੇਵਾ ਕਰ ਸਕਦਾ ਹੈ, ਅਰਦਾਸ ਕਰ ਸਕਦਾ ਹੈ। ਜਿਸ ਤਰ੍ਹਾਂ ਹਿੰਦੂ ਵੀਰ ਮੰਦਰਾਂ ਦਾ ਪ੍ਰਬੰਧ ਕਰਦੇ ਨੇ, ਮੁਸਲਮਾਨ ਭਰਾ ਮਸਜਿਦਾਂ ਦਾ ਪ੍ਰਬੰਧ ਕਰਦੇ ਨੇ, ਈਸਾਈ ਗਿਰਜਿਆਂ ਦਾ ਪ੍ਰਬੰਧ ਕਰਦੇ ਨੇ, ਇਸੇ ਤਰ੍ਹਾਂ ਸਿੱਖ ਜਿਹੜੇ ਨੇ ਉਹ ਗੁਰਦੁਆਰਿਆਂ ਦਾ ਪ੍ਰਬੰਧ ਕਰਦੇ ਨੇ। ਜਿਹੜੇ ਦੂਸਰੇ ਮੱਥਾ ਕੋਈ ਵੀ ਟੇਕ ਸਕਦਾ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਕਿਉਂ ਨਾ ਹੋਵੇ, ਲੰਗਰ ਛਕ ਸਕਦਾ ਹੈ, ਮੱਥਾ ਟੇਕ ਸਕਦਾ ਹੈ, ਸੇਵਾ ਕਰ ਸਕਦਾ ਹੈ, ਅਰਦਾਸ ਕਰ ਸਕਦਾ ਹੈ। ਮੈਂ ਇੱਕ ਵਾਰ ਫਿਰ ਤੋਂ ਤੁਹਾਨੂੰ ਵੀਡੀਓ ਦਿਖਾਇਆ, ਤੁਸੀਂ ਸਾਫ਼ ਦੇਖ ਰਹੇ ਹੋ ਕਿੱਦਾਂ ਮੱਕੜ ਸਾਹਿਬ ਇਹ ਕਹਿ ਰਹੇ ਨੇ ਕਿ ਸਿਰਫ ਜੋ ਗੁਰਦੁਆਰੇ ਦੇ ਪ੍ਰਬੰਧ ਕਰਦੇ ਨੇ ਉਹ ਸਿੱਖ ਨੇ, ਬਾਕੀ ਕੋਈ ਸਿੱਖ ਹੀ ਨਹੀਂ ਹੈਗਾ। ਕੁੱਲ ਮਿਲਾ ਕੇ ਹੁਣ ਮੈਨੂੰ ਸ਼ਾਇਦ ਉਹ ਕਹਿ ਰਹੇ ਨੇ ਤੂੰ ਸਿੱਖ ਹੀ ਨਹੀਂ ਆ। ਕੁਲਵੀਰ ਸਿੰਘ ਜੀ। ਬਿਲਕੁਲ ਹਰਪ੍ਰੀਤ ਜੀ, ਮੈਂ ਪਹਿਲਾਂ ਹੀ ਕਿਹਾ ਸੀਗਾ ਅਜੀਤ ਜੀ ਇੱਕ ਆਪਣੇ ਮੁੱਦੇ ਦੇ ਉੱਪਰ ਬਹਿਸ ਕਰ ਰਿਹਾ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹੀ ਉਹ ਲੋਕ ਨੇ ਜਿਹੜੇ ਕਦੀ ਤੇ ਮੱਕੜ ਨੂੰ ਕਹਿੰਦੇ ਨੇ ਕਿ SGPC ਦੇ ਉੱਪਰ ਕਬਜ਼ਾ ਕਰਕੇ ਬੈਠਾ ਹੋਇਆ ਹੈ, ਬਾਦਲ ਦਾ ਲਿਫਾਫੇ 'ਚੋਂ ਨਿਕਲਿਆ ਹੋਇਆ, ਕਦੀ ਗੁਰਬਚਨ ਸਿੰਘ ਹੁਣਾਂ ਨੂੰ ਜਥੇਦਾਰ ਮੰਨਣ ਤੋਂ ਮਨਾ ਕਰਦੇ ਆ, ਜਦ ਅੱਜ ਉਹੀ ਅਕਾਲੀ ਉਹੀ SGPC ਰਲ ਕੇ ਇੱਕ ਇਹੋ ਜਿਹਾ ਕੰਮ ਕਰ ਦਿੰਦੀ ਆ ਕਿ ਸਿੱਖਾਂ ਨੂੰ ਵੰਡਣ ਦਾ ਬਹੁਤ ਵੱਡਾ ਇੱਕ ਜਿਹੜਾ ਹੈਗਾ ਉਪਰਾਲਾ ਕੀਤਾ ਗਿਆ, ਸਿੱਖਾਂ ਨੂੰ ਵੰਡਣ ਦੀ ਬਹੁਤ ਵੱਡੀ ਸਾਜ਼ਿਸ਼ ਕਰ ਦਿੱਤੀ ਗਈ ਆ। ਉਹਨਾਂ ਨੂੰ ਅੱਜ ਇਹ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਆ। ਪਹਿਲਾਂ ਇਹ ਡਿਸਾਈਡ ਤਾਂ ਕਰ ਲੈਣ ਕਿ ਮੱਕੜ ਨੂੰ ਇਹ ਸਿੱਖ ਮੰਨਦੇ ਨੇ, ਕਿ ਗੁਰਬਚਨ ਸਿੰਘ ਹੁਣਾਂ ਨੂੰ ਇਹ ਸਿੱਖ ਮੰਨਦੇ ਨੇ ਜਿਨ੍ਹਾਂ ਨੂੰ ਜਥੇਦਾਰੀ ਤੋਂ ਇਹਨਾਂ ਨੇ ਉਤਾਰਿਆ ਹੋਇਆ, ਜਾਂ ਜਿਹੜੇ ਅਕਾਲ ਤਖਤ ਦੇ ਜਥੇਦਾਰ ਇਹਨਾਂ ਨੇ ਪਹਿਲਾਂ ਉਤਾਰੇ ਹੋਏ ਨੇ। ਮੈਨੂੰ ਤਾਂ ਪਹਿਲਾਂ ਇਹਨਾਂ ਦਾ ਹੀ ਸਮਝ ਨਹੀਂ ਆਉਂਦਾ ਕਿ ਆਪਣੇ ਆਪ ਕਦੀ ਇਹਨਾਂ ਦੇ ਅਰਥ ਗੱਲਾਂ ਦੇ ਕੁਝ ਹੋਰ ਹੋ ਜਾਂਦੇ, ਕਦੀ ਹੋਰ ਹੋ ਜਾਂਦੇ ਨੇ। ਦੂਜਾ ਅਜੀਤ ਜੀ ਗੱਲ ਕਰਦੇ ਨੇ ਦੋ ਸਿੱਖਾਂ ਪੀ ਕੇ ਕੋਈ ਆ ਜਾਊਗਾ। ਮੈਂ ਇੱਥੇ ਹਜ਼ਾਰਾਂ ਵੀਡੀਓ ਦਿਖਾ ਦੂੰਗਾ ਜਿਹੜੇ ਕਿ ਸਾਬਤ ਸੂਰਤ ਲੋਕ ਜਿਹੜੇ ਅੰਮ੍ਰਿਤ ਛਕ ਕੇ ਜਿਹੜੀ ਹੈਗੇ ਉਹ ਇਸ ਵੇਲੇ ਐਸੇ ਕੁਕਰਮ ਕਰਦੇ ਆ, ਉਹਨਾਂ ਦੇ ਉੱਪਰ ਕੋਈ ਮੀਟਰ
ਮੀਟਰ ਲੱਗਾ ਹੋਇਆ ਤੁਹਾਡੇ ਕੋਲ, ਜਿਹਨਾਂ ਕੋਈ ਜਿਹੜੇ ਸੇਵਾ ਕਰਨਗੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ, ਜਿਹੜੇ ਸਾਬਤ ਸੂਰਤ ਦਿਖਦੇ ਆ, ਦਿਲੋਂ ਸਾਬਤ ਸੂਰਤ ਹੈ ਨਹੀਂਗੇ, ਉਹਨਾਂ ਦਾ ਕੋਈ ਮੀਟਰ ਹੈਗਾ SGPC ਦੇ ਕੋਲ? ਕੋਈ ਚੈੱਕ ਕਰੇਗੀ ਕਿ ਇਹ ਬੰਦਾ ਵਾਕਿਆ ਹੀ ਦਿਲੋਂ ਸਿੱਖ ਹੈਗਾ, ਇਹ ਵਾਕਿਆ ਹੀ ਇਮਾਨਦਾਰ ਹੈਗਾ, ਵਾਕਿਆ ਹੀ ਇਹਦੇ ਅੰਦਰ ਉਹ ਸਾਰੀ ਚੀਜ਼ ਹੈਗੀ ਆ? ਕਿੰਨੇ ਅੰਮ੍ਰਿਤਧਾਰੀ ਹੈਗੇ ਆ ਜਿਹੜੇ ਦਾਜ ਲੈਂਦੇ ਆ? ਇੱਕ ਕਿੰਨੇ ਅੰਮ੍ਰਿਤਧਾਰੀ ਹੈਗੇ ਜਿਹੜੇ ਆਪਣੇ ਨਾਮਾਂ ਦੇ ਮਗਰ ਆਪਣੇ ਸਰਨੇਮ ਲਾਉਂਦੇ ਆ? ਕਿੰਨੇ ਅੰਮ੍ਰਿਤਧਾਰੀ ਹੈਗੇ ਜਿਹੜੇ ਪੁੱਠੇ ਸਿੱਧੇ ਕੰਮ ਕਰਦੇ, ਬਿਜ਼ਨਸ ਕਰਦੇ ਆ, ਵੱਡੀਆਂ ਖਾਂਦੇ ਆ, ਰਿਸ਼ਵਤਾਂ ਖਾਂਦੇ ਆ? ਉਹ ਸਾਰੇ ਜਣੇ ਸਿੱਖੀ ਸਰੂਪ ਦੇ ਵਿੱਚ ਹੁੰਦਿਆਂ ਹੋਇਆ ਵੀ ਸਿੱਖ ਨਹੀਂ ਹੈਗੇ। ਨਹੀਂ ਕੁਲਵੀਰ ਜੀ, ਤੁਸੀਂ ਫਿਰ ਤੋਂ ਥੋੜੀ ਜੀ ਮੈਂ ਕਹੂੰਗਾ ਭਟਕੋ ਨਾ। ਅਸੀਂ ਇੱਥੇ ਅੰਮ੍ਰਿਤਧਾਰੀਆਂ ਉੱਤੇ ਕੁਐਸਚਨ ਨਹੀਂ ਕਰ ਰਹੇ। ਨਹੀਂ, ਮੈਂ ਗੱਲ ਕਰ ਰਿਹਾ ਕਿ ਕੋਈ ਮੀਟਰ ਲਾਇਆ ਹੋਇਆ ਉਹਨਾਂ ਨੇ ਕਿ ਅੰਮ੍ਰਿਤਧਾਰੀ ਜਿਹੜਾ ਹੈਗਾ ਉਹ ਵੀ ਜ਼ਿਆਦਾ ਵਧੀਆ ਹੈਗਾ। ਜਿਨ੍ਹਾਂ ਨੇ ਕਲੀਅਰ ਕਰ ਦਵਾਂ, ਜਿਨ੍ਹਾਂ ਨੇ ਆਪਣੇ ਫਾਇਦੇ ਵਾਸਤੇ ਇਹ ਲਾਅ ਬਣਾਇਆ ਵਾ, ਇਹ ਲਾਅ। ਮੈਂ ਕੋਈ ਚੁਣੀ ਹੋਈ SGPC ਦੀ ਵਿਰੋਧਤਾ ਨਹੀਂ ਕਰਦਾ। ਮੈਂ ਚੁਣੀ ਹੋਈ ਜਿਹੜਾ ਐਕਟ ਹੈ ਉਹਦੇ ਚ ਸੁਧਾਰ ਦੀਆਂ ਗੱਲਾਂ ਜ਼ਰੂਰ ਕਰਦਾ। ਮੈਂ ਨਹੀਂ ਕਹਿੰਦਾ ਕਿ ਜਿਸ ਤਰ੍ਹਾਂ ਬੰਦੇ ਇਕੱਠੇ ਕਰਕੇ ਕਹਿ ਦਿੱਤਾ ਜਾਂਦਾ ਜਥੇਦਾਰਾਂ ਨੂੰ ਸਾਬਤਾ ਉਹਨੂੰ ਸਾਬਤਾ, ਮੈਂ ਕਦੇ ਉਹਨਾਂ ਦੀ ਹੱਕ ਵਿੱਚ ਉਹਦੀ ਤਾਈਦ ਨਹੀਂ ਕਰਦਾ। ਤੇ ਤੁਸੀਂ ਸਰਬੱਤ ਖਾਲਸਾ ਵਿੱਚ ਚੁਣੇਗਾ ਜਥੇਦਾਰਾਂ ਨੂੰ ਜਥੇਦਾਰ ਨਹੀਂ ਮੰਨਦੇ? ਤੁਸੀਂ ਸਰਬੱਤ ਫਿਰ ਅਜੀਤ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਤੁਸੀਂ ਸਰਬੱਤ ਖਾਲਸਾ ਵਿੱਚ ਚੁਣੇਗਾ ਜਥੇਦਾਰਾਂ ਨੂੰ ਜਥੇਦਾਰ ਨਹੀਂ ਮੰਨਦੇ? ਕਿ ਤੁਸੀਂ ਜੇ ਸਿਸਟਮ ਨੂੰ ਇੰਪਰੂਵ ਕਰਨਾ ਹੈ, ਕਿੱਦਾਂ ਤੁਸੀਂ ਆਪਣੇ ਖੁਦ ਦੇ ਬੱਚਿਆਂ ਨੂੰ ਜਿਹੜੇ ਮੰਨਦੇ ਆ ਧਰਮ ਦੀ ਰਾਹ ਤੇ ਪੂਰੀ ਤਰ੍ਹਾਂ ਨਹੀਂ ਚੱਲ ਰਹੇ, ਉਹਨਾਂ ਨੂੰ ਸਿਸਟਮ ਤੋਂ ਕਿਕ ਆਊਟ ਕਰਕੇ ਸਿਸਟਮ ਇੰਪਰੂਵ ਕਰਨ ਦੀ ਗੱਲਾਂ ਕਰ ਰਹੇ? ਜੋ ਸਿਸਟਮ ਇੰਪਰੂਵ ਕਰਨ ਵਾਸਤੇ ਤੁਹਾਡੇ ਕੋਲ ਸ਼ਾਇਦ ਹੋਰ ਬਹੁਤ ਰੀਜ਼ਨ ਨੇ। ਮੈਂ ਚਾਹੂੰਗਾ ਸਾਰੇ ਪੈਨਲਿਸਟ ਇਹਦੇ ਉੱਤੇ ਜਵਾਬ ਦੇਣ ਕਿ ਇਹਦੇ ਨਾਲ ਕੋਈ ਸਿਸਟਮ ਇੰਪਰੂਵ ਹੋਊਗਾ, ਕਿ ਇੱਥੇ ਸਿਸਟਮ ਇੰਪਰੂਵ ਹੋਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ? ਬਿਲਕੁਲ ਨਹੀਂ ਹਰਪ੍ਰੀਤ ਜੀ, ਇੱਥੇ ਕੋਈ ਸਿਸਟਮ ਨਹੀਂ ਹੋਏਗਾ। ਕਰਨੀ ਚਾਹੂੰਗਾ ਅਜੀਤ ਜੀ ਸਿਸਟਮ ਇੰਪਰੂਵ ਹੋਣਾ, ਸਿਸਟਮ ਇੰਪਰੂਵ SGPC ਦੇ ਮੈਨੇਜਮੈਂਟ ਦੇ ਤਰੀਕੇ ਦੇ ਨਾਲ ਹੋਣਾ। ਹਾਂ, ਜੇ ਕੋਈ ਧਰਮ ਪ੍ਰਚਾਰ ਦਾ ਕੁਝ ਹੈਗਾ ਤੇ ਉਹ ਤੁਸੀਂ ਅੰਮ੍ਰਿਤਧਾਰੀ ਰੱਖ ਸਕਦੇ ਹੋ, ਜਿਨ੍ਹਾਂ ਨੇ ਧਰਮ ਪ੍ਰਚਾਰ ਕਰਨਾ ਉਹ ਬੰਦਿਆਂ ਨੂੰ RPG ਤੁਸੀਂ ਰੱਖ ਸਕਦੇ ਹੋ। ਪਰ ਜੇ ਜਿੱਥੇ ਤੱਕ ਮੈਨੇਜਮੈਂਟ ਦੀ ਗੱਲ ਹੈ, ਮੈਂ ਤਾਂ ਕਹਿੰਦਾ ਕਿ ਉੱਥੇ ਵਿੱਚ ਅੰਮ੍ਰਿਤਧਾਰੀਆਂ ਦੀ ਤਾਂ ਅੰਮ੍ਰਿਤਧਾਰੀ ਨਾਲੋਂ ਤੁਸੀਂ ਕੋਈ MBA ਜਿਹੜੇ ਹਾਈਲੀ ਕੁਆਲੀਫਾਈਡ ਮੈਨੇਜਮੈਂਟ ਕਰਨ ਦੇ ਐਕਸਪਰਟਸ ਹੈ ਉਹਨਾਂ ਨੂੰ ਵੀ ਰੱਖ ਸਕਦੇ ਹੋ। SGPC ਦਾ ਕੰਮ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਾ ਤੇ ਸਿੱਖ ਧਰਮ ਦੀਆਂ ਜਿਹੜੀਆਂ ਹੋਰ ਚੀਜ਼ਾਂ ਵਾ, ਵਿਰਾਸਤਾਂ ਵਾ, ਉਹਨਾਂ ਨੂੰ ਮੈਨੇਜ ਕਰਨਾ, ਨਾਲ ਦੀ ਨਾਲ ਉਹਨਾਂ ਨੇ ਪ੍ਰਚਾਰ ਕਰਨਾ। ਪ੍ਰਚਾਰਕਾਂ ਲਈ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਅੰਮ੍ਰਿਤਧਾਰੀ ਸਿੱਖ ਰੱਖਣੇ ਚਾਹੀਦੇ ਨੇ, ਜਿਹਨਾਂ ਨੂੰ ਆਪ ਚੰਗੀ ਸੋਝੀ ਹੈ, ਆਪ ਚੰਗੀ ਨੌਲੇਜ ਹੈ ਤੇ ਦੂਜਿਆਂ ਨੂੰ ਦੇ ਸਕਣ। ਪਰ ਮੈਨੇਜਮੈਂਟ ਲਈ ਤਾਂ ਕੋਈ ਵੀ ਸਿੱਖ ਮੈਨੂੰ ਲੱਗਦਾ ਕੈਪੇਬਲ ਹੈ। ਸਿੱਖ ਕਿਉਂ, ਕੋਈ ਵੀ ਬੰਦਾ ਜਿਹੜਾ ਮੈਨੇਜਮੈਂਟ ਵਿੱਚ ਜਿਹਨੇ MBA ਕੀਤੀ ਹੋਈ ਹੈ ਜਾਂ ਵਧੀਆ ਵੈਲ ਕੁਆਲੀਫਾਈਡ ਹੈ, ਉਹਨੂੰ ਰੱਖਣਾ ਚਾਹੀਦਾ। ਉਹ ਜ਼ਿਆਦਾ ਵਧੀਆ ਢੰਗ ਦੇ ਨਾਲ ਮੈਨੇਜ ਕਰੇਗਾ। ਦੇਖ, ਮੈਂ ਤੁਹਾਨੂੰ ਦੱਸ ਇੱਕ ਗੱਲ ਹੈ ਜੀ, ਮੈਨੂੰ ਜੋ ਨਜ਼ਰ ਆਉਂਦਾ ਉਹ ਇਹ ਹੈ ਕਿ ਅਜੀਤ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ, ਅਜੀਤ ਜੀ ਮੈਂ ਤੁਹਾਨੂੰ ਇੱਕ ਚੇਤਾ ਕਰਵਾਉਣਾ ਚਾਹੂੰਗਾ, ਅਜੀਤ ਜੀ ਮੈਂ ਤੁਹਾਨੂੰ ਇੱਕ ਚੀਜ਼ ਚੇਤਾ ਕਰਵਾਉਣਾ ਚਾਹੂੰਗਾ ਕਿ ਪੈਨਲ 'ਚ ਹੋਰ ਲੋਕ ਵੀ ਨੇ, ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਵੇ। ਡਿਫਰੈਂਟ ਹੈ ਤੇ ਮੇਰਾ ਆਰਗੂਮੈਂਟ ਮੇਰੇ ਇਕੱਲੇ ਦਾ ਹੀ ਹੈ ਤੇ ਮੈਨੂੰ ਸਭ ਦਾ ਜਵਾਬ ਦੇਣਾ ਪੈਣਾ। ਨਹੀਂ, ਤੁਹਾਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ। ਸਾਰਿਆਂ ਨੇ ਆਪਣੇ ਨਹੀਂ ਸਬਦੀਸ਼ ਜੀ, ਅਜੀਤ ਜੀ ਨੂੰ ਇੱਕ ਮਿੰਟ, ਨਹੀਂ ਸਬਦੀਸ਼ ਜੀ, ਨਹੀਂ ਉਹਨਾਂ ਨੂੰ ਸਬਦੀਸ਼ ਜੀ ਇੱਕ ਮਿੰਟ, ਉਹਨਾਂ ਨੂੰ ਅਜੀਤ ਜੀ ਨੂੰ ਸਾਰਿਆਂ ਦਾ ਜਵਾਬ ਦੇਣ ਦੀ ਲੋੜ ਨਹੀਂ ਹੈਗੀ। ਸਾਰੇ ਪੈਨਲਿਸਟ ਨੇ ਆਪਣੇ ਆਪਣੇ ਵਿਊ ਦੇਣੇ ਆ, ਪਲੀਜ਼ ਆਪਣੇ ਆਪਣੇ ਵਿਊ ਅੱਗੇ ਰੱਖੋ। ਹਾਂਜੀ, ਦੇਖੋ ਮੇਰਾ ਸਵਾਲ ਇਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ, ਸਿੱਖ ਲੀਡਰਸ਼ਿਪ ਨੂੰ ਵੀ, ਜੇ ਕੋਈ ਪੈਨਲ ਦੇ ਵਿੱਚ ਵੀ ਸ਼ਾਮਲ ਹੈ ਉਹਨੂੰ ਵੀ, ਕਿ ਜਦੋਂ ਅਸੀਂ ਇਹ ਤੈਅ ਕਰ ਰਿਹਾ ਕਿ ਅੰਮ੍ਰਿਤਧਾਰੀ ਸਿੱਖ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੋਟਰ ਹੋ ਸਕਦਾ, ਤਾਂ ਇਹਦਾ ਇੱਕ ਸਿੰਪਲ ਜਿਹਾ ਮਤਲਬ ਆ ਕਿ ਅਸੀਂ ਸਹਿਜਧਾਰੀ ਜਿਹਨੂੰ ਸਿੱਖ ਕਿਹਾ ਜਾਂਦਾ, ਜਿਹਨੂੰ ਸਿੱਖ ਪਤਤ ਸਿੱਖ ਕਹਿ ਲੈਂਦੇ ਨੇ, ਉਹ ਆਪਣੇ ਆਪ ਨੂੰ ਸਹਿਜਧਾਰੀ ਕਹਿ ਲੈਂਦੇ ਨੇ, ਪਰ ਕੀ ਉਸ ਸਹਿਜਧਾਰੀ ਸਿੱਖ ਨੂੰ ਨੌਨ ਸਿੱਖ ਤਸਲੀਮ ਕਰ ਲਿਆ ਜਾਵੇ ਕਿਉਂਕਿ ਉਹ ਸਿੱਖੀ ਦੇ ਗੁਰਦੁਆਰਾ ਪ੍ਰਬੰਧ ਵਿੱਚ ਸ਼ਮੂਲੀਅਤ ਨਹੀਂ ਕਰ ਸਕਦਾ? ਜੇ ਅਸੀਂ ਉਹਨੂੰ ਗੁਰਦੁਆਰਾ ਪ੍ਰਬੰਧ ਦੇ ਵਿੱਚ ਨੌਨ ਸਿੱਖ ਤਸਲੀਮ ਕਰ ਚੁੱਕੇ ਹਾਂ, ਤਾਂ ਕੀ ਜਦੋਂ ਸਿੱਖਾਂ ਦੀ ਜਨਗਣਨਾ ਹੋਏਗੀ, ਜੇ ਉਹ ਬੰਦਾ ਆਪਣੇ ਆਪ ਨੂੰ ਨੌਨ ਸਿੱਖ ਲਿਖਵਾਉਣਾ ਚਾਹਵੇ, ਉਦੋਂ ਅਸੀਂ ਬਰਦਾਸ਼ਤ ਕਰ ਸਕਾਂਗੇ? ਉਦੋਂ ਅਸੀਂ ਸਿੱਖਾਂ ਦੀ ਗਿਣਤੀ ਕਿਸ ਬੇਸ ਦੇ ਉੱਤੇ ਕਰਾਂਗੇ? ਉਦੋਂ ਤੇ ਅਸੀਂ ਕਵਾਂਗੇ ਪੰਜਾਬ ਦੇ ਵਿੱਚ ਇੰਨੇ ਸਿੱਖ ਵਸਦੇ ਨੇ। ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੋਊਗੀ ਉਦੋਂ ਅਸੀਂ ਇਹ ਸਾਬਤ ਕਰਨ ਦਾ ਯਤਨ ਕਰਾਂਗੇ ਕਿ ਇੰਨੇ ਸਿੱਖ ਨੇ। ਉਸ ਤੋਂ ਅੱਗੇ ਇੱਕ ਹੋਰ ਸਵਾਲ, ਕਿਉਂਕਿ ਅਸੀਂ ਜਦੋਂ ਸਹਿਜਧਾਰੀ ਸਿੱਖ ਦਾ ਸਵਾਲ ਖੜਾ ਕਰਦੇ ਹਾਂ,
ਜਿਹੜੇ ਮਰਦ ਨੇ ਜਿਨ੍ਹਾਂ ਨੇ ਦਾੜੀ ਰੱਖੀ ਆ ਜਾਂ ਕੱਟੀ ਆ ਉਹਨਾਂ ਉੱਤੇ ਅਸੀਂ ਇਹ ਐਪਲੀਕੇਬਲ ਕਰ ਲਾਂਗੇ ਕਿ ਉਹ ਸਿੱਖ ਸਹਿਜਧਾਰੀ ਨੇ, ਪਤਿਤ ਨੇ, ਜਾਂ ਫਿਰ ਉਹ ਸਾਬਤ ਸੂਰਤ ਸਿੱਖ ਨੇ। ਔਰਤਾਂ ਬਾਰੇ ਅਸੀਂ ਕੀ ਕਰਾਂਗੇ? ਔਰਤਾਂ ਦਾ ਸਹਿਜਧਾਰੀ ਪੂਰਨ ਸਿੱਖ ਹੋਣਾ ਕਿਸ ਬੇਸ ਦੇ ਉੱਤੇ ਅਸੀਂ ਅਲੱਗ-ਅਲੱਗ ਕਰਾਂਗੇ? ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਔਰਤਾਂ ਸਾਰੀਆਂ ਸਿੱਖ ਮੰਨ ਲਈਆਂ ਜਾਣਗੀਆਂ, ਉਹਨਾਂ ਦੇ ਸਾਰੇ ਮਰਦ ਜਿਹੜੇ ਆ ਉਹ ਪਤਿਤ ਸਿੱਖ ਮੰਨ ਲਏ ਜਾਣਗੇ। ਓਕੇ, ਆਪਣੇ ਨਾਲ ਪਰਮਜੀਤ ਸਿੰਘ ਰਾਣੂ ਜੁੜ ਚੁੱਕੇ ਨੇ ਇੰਡੀਆ ਤੋਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਾਡੇ ਨਾਲ ਪਰਮਜੀਤ ਸਿੰਘ ਰਾਣੂ ਜੁੜ ਚੁੱਕੇ ਨੇ ਇੰਡੀਆ ਤੋਂ, ਜੋ ਕਿ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਇਸ ਟਾਈਮ ਦੇ ਪ੍ਰੈਜ਼ੀਡੈਂਟ ਨੇ। ਸਰ, ਸਭ ਤੋਂ ਪਹਿਲਾਂ ਮੈਂ ਤੁਹਾਡੇ ਵਿਊ ਜਾਣਨੇ ਚਾਹੂੰਗਾ, ਜੋ ਹੁਣ ਗੁਰਦੁਆਰਾ ਐਕਟ ਵਿੱਚ ਅਮੈਂਡਮੈਂਟ ਹੋਈ ਹੈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੇ ਕਿਉਂ? ਦੇਖੋ ਜੀ, ਜਿਹੜਾ ਇਹ ਗੁਰਦੁਆਰਾ ਬਿੱਲ ਪਾਸ ਕੀਤਾ ਇਹਨਾਂ ਨੇ, ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਬਿੱਲ ਇੱਕ ਫਿਰਕਾ ਪ੍ਰਸਤ ਬਿੱਲ ਪਾਸ ਹੋਇਆ ਹੈ, ਜਿਹੜਾ ਕਿ RSS ਨੇ ਆਪਣਾ ਏਜੰਡਾ, ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਥਰੂ ਇਹ ਲਾਗੂ ਕੀਤਾ ਸਿੱਖਾਂ ਤੇ। ਸਾਡੀ ਸਿੱਖ ਕੌਮ, ਸਾਡੇ ਸਿੱਖ ਲੀਡਰ ਇਹ ਰੌਲਾ ਪਾ ਰਹੇ ਨੇ ਕਿ ਸਾਡੇ ਧਰਮ ਦੇ ਉੱਪਰ ਕੋਈ ਗੈਰ ਸਿੱਖ ਕਬਜ਼ਾ ਨਾ ਕਰ ਲੈਣ, ਗੈਰ ਸਿੱਖ ਸਾਡੇ ਧਰਮ ਦੇ ਵਿੱਚ ਐਂਟਰ ਨਾ ਕਰ ਜਾਣ, ਇਸ ਕਰਕੇ ਇਹ ਬਿੱਲ ਪਾਸ ਕਰਾਉਣਾ। ਮੈਂ ਇਹਨਾਂ ਨੂੰ ਅਸੀਂ ਸਵਾਲ ਇਹ ਕੀਤਾ ਹੈ ਕਿ ਜਿਹੜਾ ਤੁਸੀਂ ਇਹ ਬਿੱਲ ਪਾਸ ਕਰਾ ਰਹੇ ਹੋ, ਇੱਥੇ ਤੁਸੀਂ ਸਿੱਖਾਂ ਤੋਂ ਪਾਸ ਕਰਾ ਰਹੇ ਹੋ। 550 ਮੈਂਬਰ ਪਾਰਲੀਮੈਂਟ ਜਿਹੜੇ ਬੈਠੇ ਸਨ, ਉਹਨਾਂ ਵਿੱਚੋਂ ਚੰਦ ਜੀ ਸਿੱਖ ਸਨ, ਪਰ ਬਾਕੀ ਸਾਰੇ ਗੈਰ ਸਿੱਖ ਸਨ ਜਿਨ੍ਹਾਂ ਤੋਂ ਇਹਨਾਂ ਨੇ ਬਿੱਲ ਪਾਸ ਕਰਾਇਆ। ਦੂਸਰੀ ਗੱਲ, ਇਹ ਫਿਰਕਾ ਪ੍ਰਸਤ ਬਿੱਲ ਜਿਹੜਾ ਸਿੱਖ ਧਰਮ ਪਹਿਲਾਂ ਮਾਈਨੋਰਿਟੀ 'ਚ ਹੈ, ਜਿਹਨੂੰ ਆਪਾਂ ਘੱਟ ਗਿਣਤੀ ਕਹਿ ਦਿੰਦੇ ਹਾਂ, ਔਰ ਉਸ ਘੱਟ ਗਿਣਤੀ ਵਿੱਚੋਂ 2 ਵਰਗ ਪੈਦਾ ਕਰਕੇ ਇੱਕ ਨਵੀਂ ਘੱਟ ਗਿਣਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਨਿੰਦਣਯੋਗ ਬਿੱਲ ਹੈ। ਜਿੱਥੋਂ ਤੱਕ ਗੱਲ ਸਹਿਜਧਾਰੀ ਦੀ ਚੱਲ ਰਹੀ ਸੀ, ਜੋ ਮੈਂ ਸੁਣ ਰਿਹਾ ਸੀਗਾ ਉਹਨੂੰ ਤੁਹਾਡੀ ਡਿਬੇਟ, ਮੈਂ ਥੋੜੀ ਜਿਹੀ ਗੱਲ ਕਲੀਅਰ ਕਰਨੀ ਚਾਹੁੰਦਾ। ਪਰਮਜੀਤ ਜੀ, ਥੋੜਾ ਜਿਹਾ ਤੁਸੀਂ ਉੱਚੀ, ਸਰ ਪਰਮਜੀਤ ਜੀ ਥੋੜਾ ਜਿਹਾ ਆਵਾਜ਼ ਉੱਚੀ ਰੱਖੋਗੇ? ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ ਸਾਡੇ ਪਾਸੇ, ਪਲੀਜ਼ ਸਰ। ਮੈਂ ਤੁਸੀਂ ਗੱਲ ਚਰਚਾ ਚੱਲ ਰਹੀ ਸੀ ਸਹਿਜਧਾਰੀ ਦੀ, ਤੇ ਜੋ ਇਹ ਬਿੱਲ ਦੀ ਅਮੈਂਡਮੈਂਟ ਦੀ ਗੱਲ ਚੱਲ ਰਹੀ ਸੀ, ਮੈਂ ਸੁਣ ਰਿਹਾ ਸੀ ਇਸਨੂੰ, ਔਰ ਇਹਦੇ ਵਿੱਚ ਥੋੜਾ ਜਿਹਾ ਮੈਂ ਤੁਹਾਡਾ ਕਨਫਿਊਜ਼ਨ ਦੂਰ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਇਹ ਨਹੀਂ ਕੀਤਾ ਗਿਆ ਹੈਗਾ ਕਿ ਸਿਰਫ ਅੰਮ੍ਰਿਤਧਾਰੀ ਵੋਟ ਪਾਏਗਾ। ਇਹਦੇ ਵਿੱਚ ਇਹ ਕੀਤਾ ਹੈ ਕਿ ਸਾਬਤ ਇਹ ਮੈਂ ਕਨਫਿਊਜ਼ਨ ਦੂਰ ਕਰਦੀ ਹੈ ਸਰ। ਇਹ ਮੈਂ ਸਾਰਾ ਐਕਟ, ਉਹ ਵੋਟ ਨਹੀਂ ਪਾਉਣਗੇ। ਹਾਂਜੀ, ਮੈਂ ਸਾਰਾ ਐਕਟ ਪੜ੍ਹ ਕੇ ਸੁਣਾਤਾ ਸੀ, ਮੈਂ ਦੱਸਤਾ ਸੀ ਇਹਨਾਂ ਨੂੰ ਕੀ ਚੇਂਜਸ ਕਰਤੀਆਂ। ਇਹ ਕਲੀਅਰ ਮੈਂ ਕਰਤੀ ਕਨਫਿਊਜ਼ਨ ਸਰ। ਹਾਂਜੀ, ਤੇ ਇਹ ਨਿੰਦਣਯੋਗ ਬਿੱਲ ਹੈ। ਇਹ RSS ਦੀ ਚਾਲ ਹੈ। RSS ਸਾਡੇ ਰਿਲੀਜਨ ਨੂੰ ਡਿਵਾਈਡ ਕਰਨਾ ਚਾਹੁੰਦੀ ਹੈ, ਔਰ ਉਹਦੇ ਕਰਕੇ ਇਹਨਾਂ ਨੇ ਇਹ BJP ਦੀ ਸਰਕਾਰ 'ਚ ਹਮੇਸ਼ਾ ਇਹ ਅਮੈਂਡਮੈਂਟ ਆਈ ਹੈ। 2003 'ਚ ਜਦੋਂ ਅਮੈਂਡਮੈਂਟ ਆਈ ਹੈ ਉਦੋਂ ਵੀ BJP ਦੀ ਸਰਕਾਰ ਸੀ, ਤੇ ਹੁਣ ਵੀ BJP ਦੀ ਸਰਕਾਰ ਹੈ। ਇਹ ਬੜੀ ਕੋਝੀ ਸਾਜ਼ਿਸ਼ ਹੈ, ਇੱਕ ਕਮਿਊਨਿਟੀ ਨੂੰ ਡਿਲਿਊਟ ਕਰਨ ਦੀ, ਵੀਕ ਕਰਨ ਦੀ। ਇੱਕ ਘਰ ਦੇ ਵਿੱਚ ਇੱਕ ਪਿਤਾ ਵੋਟ ਪਾਏਗਾ ਤੇ ਪੁੱਤਰ ਵੋਟ ਨਹੀਂ ਪਾਏਗਾ, ਮਤਲਬ ਇਹ ਘਰ ਦੇ ਵਿੱਚ ਹੀ ਡਿਫਰੈਂਸਿਸ ਕ੍ਰੀਏਟ ਕਰਨ ਵਾਲੀ ਗੱਲ ਕੀਤੀ ਗਈ ਹੈ। ਸਰ, ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਕਹਿ ਰਹੀ ਆ ਕਿ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਆ ਉਹ ਅੰਮ੍ਰਿਤਧਾਰੀ ਸਿੰਘ ਕੋ ਰਹਿਣਾ ਚਾਹੀਦਾ ਵਾ, ਆਈ ਥਿੰਕ ਉਸ ਗੱਲ ਤੇ ਤੁਹਾਨੂੰ ਆਬਜੈਕਸ਼ਨ ਹੈਗੀ ਆ ਕਿ ਉਸ ਗੱਲ ਤੇ ਵੀ ਤੁਸੀਂ ਐਗਰੀ ਕਰਦੇ ਜੋ? ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਅਸੀਂ ਕਦੇ ਵੀ ਇਹਦੇ ਤੇ ਕਿੰਤੂ ਨਹੀਂ ਕੀਤਾ, ਕਿਉਂ ਐਕਟ ਦੇ ਨੰਬਰ ਤੇ ਹੈ, ਸੈਕਸ਼ਨ 45 ਹੈ, ਜਿਹਦੇ ਚ ਲਿਖਿਆ ਹੋਇਆ ਕਿ ਸਿਰਫ ਅੰਮ੍ਰਿਤਧਾਰੀ ਸਿੰਘ ਹੀ ਚੋਣ ਲੜੇਗਾ। ਇਹ ਹਮੇਸ਼ਾ ਇਹਨਾਂ ਨੂੰ ਐਵੇਂ ਇੱਕ ਲੋਕਾਂ ਦੇ ਵਿੱਚ ਭੰਬਲ ਭੂਸਾ ਪਾ ਦਿੰਦੇ ਨੇ ਜੀ ਗੈਰ ਸਿੱਖ ਸਾਡੇ ਧਰਮ ਤੇ ਕਬਜ਼ਾ ਨਾ ਕਰਨ। ਮੈਂ ਇਹਨਾਂ ਨੂੰ ਇਹੀ ਪੁੱਛਿਆ, ਅਸੀਂ ਇਹੀ ਪੁੱਛ ਰਹੇ ਹਾਂ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਅੱਜ ਪਿਛਲੇ 70 ਸਾਲਾਂ ਦੇ ਵਿੱਚ ਕਦੋਂ ਕੋਈ SGPC ਮੈਂਬਰ ਕੋਈ ਗੈਰ ਸਿੱਖ ਬਣਿਆ ਜਾਂ ਕਿਸੇ ਤਖਤ ਦਾ ਜਥੇਦਾਰ ਕੋਈ ਗੈਰ ਸਿੱਖ ਬਣਿਆ? ਜਦ ਵੋਟਾਂ ਸਹੀ ਕਰਨੀਆਂ ਨੇ, ਸਿਰਫ ਵੋਟਾਂ ਹੀ ਪਾਣੀਆਂ ਨੇ, ਵਧੀਆ ਕਿਰਦਾਰ ਦੇ ਸਿੱਖਾਂ ਨੂੰ ਚੁਣਨਾ ਹੀ ਹੈ, ਤੇ ਤੁਸੀਂ ਖਤਰਾ ਕਿਸ ਚੀਜ਼ ਦਾ? ਚੁਣੇ ਤਾਂ ਤੁਸੀਂ ਖਾਲਸਾ ਨਹੀਂ ਜਾਣਾ, ਤੁਸੀਂ ਕਿਉਂ ਇਸ ਗੱਲ ਦਾ ਜ਼ਿਕਰ ਕਰਦੇ? ਤਾਂ ਸਾਨੂੰ ਕੋਈ ਕਿੰਤੂ ਨਹੀਂ ਹੈ, ਨਾ ਅਸੀਂ ਕਿਉਂ ਲੜਨੀ ਹੈ, ਅਸੀਂ ਤਾਂ ਸਿਰਫ ਵਿਅਕਤੀ ਚੁਣਨੇ ਆ ਸਾਡੇ ਪ੍ਰਬੰਧ ਨੂੰ ਦੇਖਣ ਵਾਸਤੇ। ਗੁਰਸਿੱਖ ਅਸੀਂ ਉਹ ਲੋਕਾਂ ਨੂੰ ਚੁਣਨਾ ਚਾਹੁੰਦੇ ਹਾਂ ਜਿਹੜੇ ਪੰਥ ਦੇ ਹਮਾਇਤੀ ਹੋਣ, ਨਾ ਕਿ ਬਾਦਲਾਂ ਦੇ ਹਮਾਇਤੀ ਹੋਣ। ਸਾਡੀ ਸੋਚ ਇੰਨੀ ਹੈ ਕਿ ਇਹ ਜਿਹੜਾ ਇੱਕ ਪਰਿਵਾਰ ਦਾ ਕਬਜ਼ਾ ਹੈ ਸ਼੍ਰੋਮਣੀ ਕਮੇਟੀ ਤੇ, ਉਹ ਨਹੀਂ ਰਹਿਣਾ ਚਾਹੀਦਾ। ਇਹ ਪੰਥ ਦੀ ਸਾਰਿਆਂ ਦੀ ਕਮਿਊਨਿਟੀ ਦੀ ਇੱਕ ਸੰਸਥਾ ਹੈਗੀ ਹੈ, ਇਹਦੇ ਤੇ ਇੱਕ ਪਰਿਵਾਰ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਇਸ ਕਰਕੇ ਸਾਰਿਆਂ ਨੂੰ ਹੱਕ ਹੋਣਾ ਚਾਹੀਦਾ ਕਿ ਉਹ ਆਪਣੇ ਨੁਮਾਇੰਦੇ ਚੁਣਨ। ਰਾਣੂ ਸਾਹਿਬ, ਮੈਂ ਟੋਰਾਂਟੋ ਤੋਂ ਬੋਲ ਰਿਹਾ ਕੁਲਵੀਰ। ਮੇਰੇ ਦਿਮਾਗ ਵਿੱਚ ਹੈਗਾ, ਕੀ ਤੁਸੀਂ ਇਹਦੇ ਵਾਸਤੇ ਕੋਈ ਲੀਗਲ ਲੜਾਈ ਵੀ ਲੜ ਰਹੇ ਹੋ ਜਾਂ ਲੜਨ ਜਾ ਰਹੇ ਹੋ?
ਸਰ ਆਲਰੇਡੀ ਲੜ ਰਹੇ ਹਾਂ ਅਸੀਂ। ਇਹ ਜਿਹੜਾ ਹੱਕ ਖੋਇਆ ਗਿਆ ਸੀਗਾ ਉਦੋਂ ਤੋਂ ਅਸੀਂ ਲੜਾਈ ਲੜ ਰਹੇ ਹਾਂ 2003 ਤੋਂ, ਔਰ ਅਸੀਂ ਜਿੱਤਦੇ ਸੀ ਇਹ ਲੜਾਈ ਹਾਈ ਕੋਰਟ ਦੇ ਵਿੱਚੋਂ। ਫਿਰ ਇਹ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਚਲੀ ਗਈ ਸੀ ਕਿਉਂਕਿ ਇਹਨਾਂ ਦੀ ਇੱਕ ਇਲੈਕਸ਼ਨ ਸੀ ਜਿਹੜੀ ਉਹ ਡਿਫੰਕਟ ਹੋ ਗਈ, 2011 ਦੀ ਇਲੈਕਸ਼ਨ ਰੱਦ ਕਰ ਦਿੱਤੀ ਸੀ ਅਦਾਲਤ ਨੇ। ਹਾਂਜੀ, ਹੁਣ ਇਹ ਜਿਹੜਾ ਇਹਨਾਂ ਨੇ ਬਿੱਲ ਪਾਸ ਕਰਾਇਆ, ਇਹਨਾਂ ਨੇ ਜਾਣਬੁੱਝ ਕੇ ਬੜੀ ਕੋਝੀ ਸਾਜ਼ਿਸ਼ ਦੇ ਨਾਲ, ਕਿਉਂਕਿ 2017 ਦੀ ਇਲੈਕਸ਼ਨ ਆ ਰਹੀ ਹੈ, ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੀ ਸਰਕਾਰ ਜਿਹੜੀ ਹੈ ਡਾਵਾਡੋਲ ਹੈ, 2017 ਚ ਉਮੀਦ ਨਹੀਂ ਹੈ ਇਹਨਾਂ ਨੂੰ ਜਿੱਤਣ ਦੀ, ਤੇ ਇਹਨਾਂ ਨੇ ਇਹੀ ਬਿੱਲ ਜਿਹੜਾ ਹੈਗਾ ਬੈਕ ਡੇਟ ਤੋਂ 2003 ਤੋਂ ਰੈਟਰੋਸਪੈਕਟਿਵਲੀ ਪਾਸ ਕਰਾਇਆ ਹੈਗਾ। ਇਹ ਆਪਣੇ ਹਾਊਸ ਨੂੰ ਰਿਵਾਈਵ ਕਰਨਾ ਚਾਹੁੰਦੇ ਨੇ। ਅਸੀਂ ਇਸ ਮੁੱਦੇ ਨੂੰ ਲੈ ਕੇ ਅਦਾਲਤ ਦੇ ਵਿੱਚ, ਪਹਿਲੀ ਗੱਲ ਤਾਂ ਇਹ ਕੇਸ ਅਦਾਲਤ ਪੈਂਡਿੰਗ ਪਿਆ ਹਲੇ, ਔਰ ਇੱਕ ਅਮੈਂਡਮੈਂਟ ਹੋਣੀ ਚਾਹੀਦੀ ਨਹੀਂ ਸੀਗੀ ਜਦ ਤੱਕ ਅਦਾਲਤ ਦਾ ਫੈਸਲਾ ਨਹੀਂ ਸੀ ਆਉਂਦਾ। ਹੁਣ ਇਹ ਅਦਾਲਤ ਦਾ ਫੈਸਲਾ ਆਉਣਾ ਹੈ ਕਿਉਂਕਿ ਇਹ ਬਿੱਲ ਫਿਰ ਦੁਬਾਰਾ ਅਦਾਲਤ 'ਚ ਹੀ ਜਾਣਾ ਹੈ। ਅਸੀਂ ਉੱਥੇ ਡਿਫੈਂਡ ਕਰਾਂਗੇ ਇਸ ਚੀਜ਼ ਨੂੰ। ਅਗਰ ਸਾਨੂੰ ਕੋਈ ਉੱਥੇ ਨਹੀਂ ਇਨਸਾਫ ਮਿਲੇਗਾ, ਸਾਨੂੰ ਦੁਬਾਰਾ ਵੀ ਕੋਈ ਪਟੀਸ਼ਨ ਪਾਉਣੀ ਪੈਂਦੀ, ਅਸੀਂ ਇਹਨੂੰ ਚੈਲੰਜ ਜ਼ਰੂਰ ਕਰਾਂਗੇ ਕਿਉਂਕਿ ਇਸ ਐਕਟ ਦੀ ਵਾਇਰਸ ਨੂੰ ਚੈਲੰਜ ਕਰਨ ਦਾ ਸਾਡਾ ਮੌਲਿਕ ਅਧਿਕਾਰ ਹੈਗਾ। ਜੀ ਬਿਲਕੁਲ। ਤੇ ਰਾਏ ਸਾਹਿਬ, ਇੱਕ ਗੱਲ ਮੈਂ ਪੁੱਛਣਾ ਚਾਹੁੰਦਾ, ਤੁਸੀਂ ਆਖਿਆ ਕਿ ਬਾਦਲਾਂ ਦਾ ਕਬਜ਼ਾ ਪੱਕਾ ਕਰਨ ਵਾਸਤੇ, ਪਰ ਮੈਂ ਹਾਲਾਂਕਿ ਮੈਂ ਕੋਈ ਬਾਦਲਾਂ ਦੇ ਜਿਹੜੇ ਬਾਕੀ ਕੰਮ ਨੇ ਉਹਨਾਂ ਦੀ ਸਪੋਰਟ ਨਹੀਂ ਕਰਦਾ ਹੈਗਾ ਜਿਹੋ ਜਿਹਾ ਪ੍ਰਬੰਧ ਉਹ ਕਰ ਰਹੇ ਨੇ, ਪਰ ਸਵਾਲ ਇਹ ਹੈ ਕਿ ਇਹ ਸਹਿਜਤਾਰੀ ਵੋਟਰਾਂ ਦੇ ਹੁੰਦੇ ਹੀ ਕਿੰਨੇ ਸਾਲਾਂ ਤੋਂ ਬਾਦਲ ਇਸ ਚੀਜ਼ ਤੇ ਕਾਬਜ਼ ਹੋਈ ਬੈਠਾ ਹੈ, ਤੇ ਹੁਣ ਸਿਰਫ ਸਹਿਜਤਾਰੀ ਦੇ ਕੱਢਣ ਨਾਲ ਕਬਜ਼ਾ ਜ਼ਿਆਦਾ ਕਿਵੇਂ ਪੱਕਾ ਹੋ ਜਾਊਗਾ? ਤੇ ਜੇ ਬੀਜੇਪੀ ਦੀ ਉਹਨਾਂ ਦੀ ਹੱਕ ਦੀ ਸਰਕਾਰ ਹੈ ਤਾਂ ਉਹ ਇਸ ਕਰਕੇ ਕਾਬਜ਼ ਨੇ, ਤਾਂ ਇਹ ਤਾਂ ਸਰਕਾਰ 2 ਸਾਲ ਤੋਂ ਆਈ ਹੈ, ਉਸ ਤੋਂ ਕਿੰਨੇ ਹੀ ਸਾਲਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਰਹੀ ਹੈ ਜਿਹੜੀ ਅਕਾਲੀਆਂ ਦੀ ਬਾਦਲਾਂ ਦੀ ਕੱਟੜ ਵਿਰੋਧੀ ਸੀ, ਪਰ ਉਸ ਦੇ ਬਾਵਜੂਦ ਵੀ ਉਹੀ ਕਾਬਜ਼ ਰਹੇ। ਫਿਰ ਉਹਦਾ ਕੀ ਕਾਰਨ ਸੀ? ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦਾ, ਪਹਿਲਾਂ ਵੀ ਮੈਂ ਇਹੀ ਗੱਲ ਕੀਤੀ ਹੈ ਕਿ ਇਹ ਜਿਹੜਾ ਏਜੰਡਾ ਹੈਗਾ ਇਹ RSS ਦਾ ਏਜੰਡਾ ਹੈ, ਇੱਕ ਕਮਿਊਨਲ ਏਜੰਡਾ ਹੈਗਾ, ਇੱਕ ਕਮਿਊਨਿਟੀ ਨੂੰ ਡਿਵਾਈਡ ਕਰਨ ਦਾ, ਉਹਨੂੰ ਡਿਲੀਟ ਕਰਨ ਦਾ। ਕਿਉਂਕਿ ਸਾਂਪਰਦਾਇਕ ਤਾਕਤਾਂ ਹਮੇਸ਼ਾ ਇਸੇ ਤਾੜ 'ਚ ਰਹੀਆਂ ਨੇ ਕਿ ਧਰਮ ਨੂੰ ਡਿਵਾਈਡ ਕਰੋ, ਮਾਈਨੋਰਿਟੀਜ਼ ਨੂੰ ਵੀਕ ਕਰੋ। ਔਰ ਜਦੋਂ ਵੀ ਇਹ ਅਮੈਂਡਮੈਂਟ ਆਈ ਹੈ 2003 ਦੇ ਵਿੱਚ ਵੀ ਅਡਵਾਨੀ ਸਾਹਿਬ ਦੀ ਰਹਿਨੁਮਾਈ ਹੇਠ ਹੀ ਇਹ ਫਾਈਲ ਚੱਲੀ ਸੀ, ਔਰ ਬਿੱਲ ਜਿਹੜਾ ਸੀ ਉਦੋਂ ਉਸ ਟਾਈਮ ਤੇ ਨੇ ਨੋਟੀਫਿਕੇਸ਼ਨ ਰਾਹੀਂ ਅਮੈਂਡਮੈਂਟ ਕੀਤੀ। ਔਰ ਇਹ ਜਿਹੜਾ ਹੁਣ ਹੋ ਰਿਹਾ ਹੈਗਾ, ਹੁਣ ਰਾਜਨਾਥ ਜੀ ਇਹ ਹੈਗੇ ਦੋਨੇ ਪਾਸੇ, ਤੁਸੀਂ ਆਪ ਦੇਖ ਲਓ ਕਿ ਕਦੇ ਵੀ ਕਿਸੇ ਵੀ ਹੋਰ ਸਰਕਾਰ ਦੇ ਵਿੱਚ, ਚਾਹੇ ਉਹ ਕਾਂਗਰਸ ਦੀ ਹੋਵੇ, ਚਾਹੇ ਜਨਤਾ ਦਲ ਦੀ, ਚਾਹੇ ਕਿਸੇ ਦੀ ਵੀ ਸਰਕਾਰ ਆਈ, ਕਦੇ ਵੀ ਕੋਈ ਵੀ ਮਤਲਬ ਐਸੀ ਅਮੈਂਡਮੈਂਟ ਦੀ ਕੋਈ ਗੱਲ ਨਹੀਂ ਚੱਲੀ ਹੈਗੀ। ਸਰਦਾਰ ਗੁਰਚਰਨ ਸਿੰਘ ਟੌੜਾ ਜੀ ਵੀ 21-25 ਸਾਲ ਦੇ ਕਰੀਬ ਤਕਰੀਬਨ ਉਹ ਪ੍ਰਧਾਨ ਰਹੇ ਨੇ SGPC ਦੇ, ਉਹ ਸ਼ਾਇਦ ਤਰੀ ਵੋਟ ਪਾਉਂਦੇ ਆਏ ਨੇ, ਕਦੇ ਕੋਈ ਐਸੀ ਗੱਲ ਨਹੀਂ ਚੱਲੀ। ਇਹ ਸਿਰਫ RSS ਨੇ ਜਦੋਂ ਦੀ ਸਰਕਾਰ ਇਹਨਾਂ ਦੀ BJP ਦੀ ਆਈ ਹੈ ਸੈਂਟਰ ਦੇ ਵਿੱਚ ਬਹੁਮਤ ਦੇ ਨਾਲ, ਉਦੋਂ ਤੋਂ ਹੀ ਇਹ ਸਾਜ਼ਿਸ਼ਾਂ ਚੱਲੀਆਂ ਨੇ, ਔਰ ਇਹ ਮਾਈਨੋਰਿਟੀ ਨੂੰ ਡਿਵਾਈਡ ਕਰਨ ਦੀ ਗੱਲ ਹੈ। ਅੱਜ ਉਸ ਚੀਜ਼ ਦਾ ਇਹਨਾਂ ਨੂੰ, ਸਾਡੇ ਜਿਹੜੇ ਸਿੱਖ ਕੌਮ ਦੇ ਲੀਡਰ ਨੇ ਇਸ ਗੱਲ ਨੂੰ ਸਮਝ ਨਹੀਂ ਰਹੇ ਜੀ। ਇਹ ਕਹਿ ਦਿੰਦੇ ਜੀ ਜਿਹੜੇ ਬਾਹਰਲੇ ਧਰਮਾਂ ਦੇ ਲੋਕ ਨੇ ਉਹ ਸਹਿਜਤਾਰੀ ਨੇ ਜੀ, ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਐਕਚੁਅਲ ਕੀ ਹੈ, ਜਿਹੜੇ RSS ਦੇ ਲੋਕ ਨੇ ਉਹ ਦੇਖ ਰਹੇ ਸੀ ਕਿ ਜਿਹੜੇ ਹਿੰਦੂ ਧਰਮ ਦੇ ਲੋਕ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਜ਼ਿਆਦਾ ਹੋਣ ਸ਼ੁਰੂ ਹੋ ਗਏ ਨੇ, ਔਰ ਸਾਰੇ ਵਿਸ਼ਵਾਸ ਕਰਨ ਲੱਗੇ ਨੇ ਗੁਰੂ ਸਾਹਿਬ ਦੇ ਵਿੱਚ, ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਘਰਾਂ 'ਚ ਕਰਾਉਣ ਲੱਗੇ ਨੇ ਵੀ ਇਹਨਾਂ ਨੂੰ ਉਸ ਪਾਸੇ ਇਹਨਾਂ ਦਾ ਮੋਹ ਤੋੜਿਆ ਜਾਵੇ, ਇਹਨਾਂ ਨੂੰ ਪਿੱਛੇ ਹਟਾਇਆ ਜਾਵੇ। ਉਹਨਾਂ ਨੇ ਤਾਂ ਇਸ ਮਕਸਦ ਨਾਲ ਇਹ ਮੂਵ ਚਲਾਇਆ ਸੀ, ਪਰ ਸਾਡਿਆਂ ਨੇ ਕੀ ਕੀਤਾ ਕਿ ਆਪਣਿਆਂ ਨੂੰ ਵੀ ਬਾਹਰ ਕੱਢ ਦਿੱਤਾ। ਇਹਨਾਂ ਨੇ ਤਾਂ ਕਰ ਦਿੱਤਾ ਕਿ ਜਿਹੜੇ ਘਰਾਂ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਨੇ, ਚਾਹੇ ਉਹ ਰਹਿਤ ਨਹੀਂ ਰੱਖਦੇ ਹਨ, ਦਾੜੀ ਕੇਸ ਨਹੀਂ ਰੱਖਦੇ, ਉਹਨਾਂ ਨੂੰ ਵੀ ਬਾਹਰ ਕੱਢ ਦਿਓ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ, ਈਵਨ ਤੁਸੀਂ ਦੇਖ ਲਓ ਜਿੱਦਣ ਦਾ ਇਹ ਬਿੱਲ ਪਾਸ ਹੋਇਆ, ਜਿਹੜੀ ਹਿੰਦੂ ਜਥੇਬੰਦੀਆਂ ਨੇ, ਸ਼ਿਵ ਸੈਨਾ ਹੋਈ, ਹਿੰਦੂ ਨਿਆਏ ਪੀਠ ਜਥੇਬੰਦੀ ਨੇ ਲੁਧਿਆਣੇ ਪੋਸਟਰ ਵੀ ਲਾ ਦਿੱਤੇ ਕਿ ਦੇਖੋ ਤੁਸੀਂ ਆਪਣੇ, ਤੁਸੀਂ ਹਿੰਦੂ ਹੀ ਹੋ, ਤੁਸੀਂ ਆਪਣੇ ਘਰ ਵਾਪਸ ਆ ਜਾਓ, ਤੁਹਾਨੂੰ ਕਨਵਰਸ਼ਨ ਕਰਨ ਦੀ ਨਹੀਂ ਲੋੜ। ਦੇਖੋ ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਉੱਥੋਂ ਸਾਫ਼ ਪਤਾ ਲੱਗਦਾ ਹੈ ਕਿ ਇਹਨਾਂ ਦੀ ਜਿਹੜੀ ਇਹ ਪਾਲਿਸੀ ਸੀਗੀ ਕਿ ਕਨਵਰਸ਼ਨ ਕੀਤੀ ਜਾਵੇ ਜਾਂ ਘਰ ਵਾਪਸੀ ਦੀ ਜਿਹੜੀ ਜੋ ਕੁਛ ਅੱਜ ਕੱਲ੍ਹ ਚੱਲ ਰਿਹਾ ਹੈ, ਮੈਂ ਜ਼ਿਆਦਾ ਇਹ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ, ਤੁਸੀਂ ਸਾਰੇ ਸਿਆਣੇ ਹੋ, ਮੀਡੀਆ 'ਚ ਪੜ੍ਹਦੇ ਰਹਿੰਦੇ ਹੋ, ਸੁਣਦੇ ਰਹਿੰਦੇ ਹੋ। ਇਹ ਇੱਕ ਰਾਸ਼ਟਰੀ ਸਿੱਖ ਸੰਗਤ ਹੈਗੀ ਆ, ਉਹਨੂੰ ਤਾਂ ਇਹ ਸਮੁੰਦਰੀ ਹਾਲ ਦੇ ਵਿੱਚ ਪਰਮਿਸ਼ਨ ਦਿੰਦੇ ਨੇ ਮੀਟਿੰਗਾਂ ਕਰਨ ਦੀ, ਤੇ ਸਹਿਜਤਾਰੀ ਸਿੱਖਾਂ ਨੂੰ ਤਾਂ ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਦੀ ਸਾਨੂੰ ਗਰੰਟੀ ਸਿੰਘ ਨੂੰ ਨਹੀਂ ਦਿੱਤੇ। ਕਿ ਮੈਂ ਬੇਨਤੀ ਕਰਦਾ ਹਾਂ ਕਿ ਇਹਨਾਂ ਦੀ ਸਾਜ਼ਿਸ਼ ਨੂੰ ਸਮਝੋ, ਆਪਾਂ ਆਪਣੇ ਧਰਮ ਨੂੰ ਡਾਇਲਿਊਟ ਨਾ ਹੋਣ ਦੇਈਏ, ਆਪਣੇ ਘਰਾਂ ਦੇ ਵਿੱਚ ਵੀ ਆਪਾਂ ਫਰਕ ਨਾ ਪੈਣ ਦੇਈਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੀ ਸਿੱਖ ਜਿਹੜਾ ਹੈਗਾ ਦੂਰ ਨਾ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਸਿੱਖ ਨੇ, ਸਿੱਖ ਪਰਿਵਾਰਾਂ 'ਚ ਜਿਹੜੇ ਪੈਦਾ ਹੋਏ ਸਿੱਖ ਨੇ, ਉਹ ਸਿੱਖ ਹੀ ਨੇ, ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਇਹ ਸ਼੍ਰੋਮਣੀ ਅਕਾਲੀ ਦਲ ਜਾਂ SGPC ਨੂੰ ਕਿ ਉਹ ਉਹਨਾਂ ਨੂੰ ਇਹ ਕਹਿਣ ਕਿ ਤੁਸੀਂ ਗੈਰ ਸਿੱਖ ਹੋ, ਤੁਸੀਂ ਪਤਿਤ ਹੋ, ਤੁਸੀਂ ਸਹਿਜਤਾਰੀ ਹੋ, ਤੁਸੀਂ ਬਾਹਰ ਹੋ ਜਾਓ, ਤੁਸੀਂ ਗੁਰਦੁਆਰਾ ਸਾਹਿਬ 'ਚ ਵੋਟ ਨਹੀਂ ਪਾ ਸਕਦੇ। ਦੇਖੋ ਜਦੋਂ ਜਨਗਣਨਾ ਦੀ ਗੱਲ ਤੁਸੀਂ ਕਰ ਰਹੇ ਸੀਗੇ, ਜਨਗਣਨਾ ਜਦੋਂ ਹੁੰਦੀ ਹੈ, ਸਾਡੀ ਪਿਛਲੀ 2011 ਦੀ ਜਿਹੜੀ ਜਨਗਣਨਾ ਸੀਗੀ, ਗ੍ਰਹਿ ਮੰਤਰਾਲੇ ਦੀ ਰਿਪੋਰਟ ਆ,
ਉਹਦੇ 'ਚ 2.25 ਕਰੋੜ ਸਿੱਖ ਦੱਸੇ ਗਏ ਨੇ, ਜਿਹਦੇ ਤੇ ਸਿਰਫ ਸ਼੍ਰੋਮਣੀ ਕਮੇਟੀ ਨੇ 55 ਲੱਖ ਵੋਟਰ ਜਿਹੜੇ ਨੇ ਉਹ ਐਨਰੋਲ ਕੀਤੇ ਜਦੋਂ ਐਸਜੀਪੀਸੀ ਇਲੈਕਸ਼ਨ ਹੋਈਆਂ। 50 ਲੱਖ ਤੁਸੀਂ ਨਾਬਾਲਗ ਕੱਢ ਦਿਓ ਤੇ 70 ਲੱਖ ਸਿੱਖ ਐਸੇ ਨੇ ਜਿਹੜੇ ਜਨਗਣਨਾ 'ਚ ਆਪਣੇ ਆਪ ਨੂੰ ਸਿੱਖ ਦਿਖਾਉਂਦੇ ਨੇ। ਪਰ ਲੇਕਿਨ ਇਹੀ ਐਸਜੀਪੀਸੀ ਔਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਵੋਟਾਂ ਦੇ ਟਾਈਮ ਤੇ ਕਹਿੰਦੇ ਕਿ ਤੁਸੀਂ ਪਤਿਤ ਹੋ, ਤੁਸੀਂ ਗੈਰ ਸਿੱਖ ਹੋ, ਤੁਸੀਂ ਸਹਿਜਧਾਰੀ ਹੋ, ਤੁਹਾਨੂੰ ਵੋਟ ਨਹੀਂ ਪਾਉਣ ਦੇਣੀ। ਤਾਂ ਆਪ ਸੋਚੋ ਕਿ ਐਡਾ ਵੱਡਾ ਵਰਗ ਅਗਰ ਅਲੱਗ ਹੋ ਜਾਂਦਾ ਤਾਂ ਇੱਕ ਬਹੁਤ ਵੱਡਾ ਬੇਇਨਸਾਫੀ ਹੈ ਸਿੱਖਾਂ ਦੇ ਨਾਲ। ਸਾਨੂੰ ਜੀ ਇੱਕ ਛੋਟਾ ਜਿਹਾ ਮੇਰਾ ਪ੍ਰਸ਼ਨ ਹੈਗਾ, ਤੁਸੀਂ ਤੁਹਾਡੀ ਜਿਹੜੀ ਫੈਡਰੇਸ਼ਨ ਹੈਗੀ ਹੈ ਕੋਰਟ ਵਿੱਚ ਤਾਂ ਕੇਸ ਲੜ ਰਹੀ ਹੈ, ਕਦੀ ਐਸਜੀਪੀਸੀ ਦੇ ਨਾਲ ਕੋਈ ਟਾਕ ਵੀ ਹੋਈ ਹੈ ਤੁਹਾਡੀ, ਕੋਈ ਬਹਿ ਕੇ ਵੀ ਗੱਲਬਾਤ ਹੋਈ ਹੈ, ਤੁਸੀਂ ਆਪਣੇ ਪੁਆਇੰਟ ਉਹਨਾਂ ਨਾਲ ਕਦੀ ਕਲੀਅਰ ਕੀਤੇ ਆ? ਅਸੀਂ ਇਹਨਾਂ ਨਾਲ ਅਕਸਰ ਟੀਵੀ ਤੇ ਡਿਬੇਟਸ ਕਰਦੇ ਨੇ, ਰਿਟਨ ਇਹਨਾਂ ਨੂੰ ਰਿਕੁਐਸਟਾਂ ਭੇਜਦੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਮੈਂ ਪਰਸਨਲੀ ਮਿਲ ਕੇ ਵੀ ਰਿਕੁਐਸਟ ਕੀਤੀ ਹੈ ਕਿ ਜੀ ਇਹ ਕੌਮ ਦਾ ਮਸਲਾ, ਇਹਨੂੰ ਅਦਾਲਤਾਂ ਦੀ ਬਜਾਏ ਤੁਸੀਂ ਬੈਠ ਕੇ ਨਿਬੇੜ ਸਕਦੇ ਹੋ। ਇੱਕੋ ਇਹਦਾ ਫਾਰਮੂਲਾ ਸਰ ਮੈਂ ਜਿਹੜਾ ਹੁਣ ਵੀ ਤੁਹਾਨੂੰ ਦੱਸਦਾ, ਇਹਦੇ 'ਚ ਕੋਈ ਵੱਡਾ ਨੁਕਤਾ ਨਹੀਂ ਹੈਗਾ। ਜਿਹੜਾ ਸਿੱਖ ਗੁਰਦੁਆਰਾ ਐਕਟ ਹੈ ਉਹਦੇ ਵਿੱਚ ਕਮੈਂਟਰੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਜਿਹੜੇ ਵਿਅਕਤੀ ਗੁਰੂ ਗ੍ਰੰਥ ਸਾਹਿਬ ਤੇ ਸ਼੍ਰੀ ਦਸਾਂ ਗੁਰੂਆਂ ਨੂੰ ਮੰਨਦੇ ਨੇ ਉਹ ਸਿੱਖ ਨੇ, ਔਰ ਉਹਦੇ ਚੋਂ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦੇ ਨੇ ਉਹ ਅੰਮ੍ਰਿਤਧਾਰੀ ਸਿੰਘ ਖਾਲਸਾ ਕਹਾਉਂਦੇ ਨੇ, ਬਾਕੀ ਸਾਰੇ ਹੀ ਸਹਿਜਧਾਰੀ ਨੇ। ਮੈਂ ਇਹ ਗੱਲ ਉਹਨਾਂ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਜੀ ਸਹਿਜਧਾਰੀ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਾਡੇ ਕੌਮ ਦੇ ਵਿੱਚ ਕੋਈ ਸਹਿਜਧਾਰੀ ਲਫ਼ਜ਼ ਹੀ ਹੈ ਨਹੀਂਗਾ। ਇਹ ਐਵੇਂ ਕ੍ਰੀਏਸ਼ਨਸ ਕੀਤੀਆਂ ਹੋਈਆਂ ਨੇ ਅਦਾਲਤਾਂ ਦੇ ਐਕਟਸ ਦੇ ਵਿੱਚ ਸਰਕਾਰਾਂ ਦੀਆਂ, ਜਿਹਦੇ ਕਰਕੇ ਸਾਨੂੰ ਇਹ ਮਜਬੂਰਨ ਡਿਫੈਂਡ ਕਰਨ ਲਈ ਅਦਾਲਤਾਂ ਦੇ ਵਿੱਚ ਸਹਿਜਧਾਰੀ ਲਫ਼ਜ਼ ਸਾਨੂੰ ਵੀ ਯੂਜ਼ ਕਰਨਾ ਪਿਆ, ਬੜੀ ਦੁੱਖ ਨਾਲ ਹੈਵੀ ਹਾਰਟ ਨਾਲ ਯੂਜ਼ ਕਰਨਾ ਪਿਆ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਿਰਫ ਇਸ ਚੀਜ਼ ਨੂੰ ਅਮੈਂਡ ਕਰਾਓ ਕਿ ਜੀ ਜਿਹੜਾ ਅੰਮ੍ਰਿਤਧਾਰੀ ਸਿੰਘ ਖਾਲਸਾ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਬਾਕੀ ਸਾਰੇ ਸਿੱਖ ਹੀ। ਤੋ ਅਗਰ ਸਿੱਖ ਔਰ ਸਿੰਘ ਦੇ ਵਿੱਚ ਡਿਫਰੈਂਸ ਨੂੰ ਕਲੀਅਰ ਕਰ ਦੋ ਤਾਂ ਇਹ ਮਾਮਲਾ ਖਤਮ ਹੋ ਜਾਂਦਾ। ਦੂਸਰੀ ਗੱਲ, ਜਿੱਥੇ ਤੱਕ ਪਤਿਤ ਦਾ ਸਵਾਲ ਹੈ, ਉਹ ਅਮੈਂਡਮੈਂਟ ਦੀ ਲੋੜ ਸੀ ਕਿ ਪਤਿਤ ਜਿਹੜਾ ਉਹ ਵਿਅਕਤੀ ਹੈ ਜਿਹਨੇ ਅੰਮ੍ਰਿਤ ਛਕ ਕੇ ਭੰਗ ਕਰ ਦਿੱਤਾ, ਜਿਹਨੇ ਅੰਮ੍ਰਿਤ ਛਕਿਆ ਹੀ ਨਹੀਂ ਹੈਗਾ, ਉਹ ਪਤਿਤ ਹੈ ਨਹੀਂ ਹੈ, ਫਿਰ ਤੁਸੀਂ ਉਹਨੂੰ ਕਿਉਂ ਬਾਹਰ ਕਰਦੇ? ਬਿਕੋਜ਼ ਕੋਰਟ ਨੇ ਇਹ ਗੱਲ ਕਹੀ ਸੀ ਕਿ ਪਤਿਤ ਇਜ਼ ਨਾਟ ਅ ਸਿੱਖ। ਪਤਿਤ ਦੀ ਡੈਫੀਨੇਸ਼ਨ ਵੀ ਪੜ੍ਹ ਲਓ ਤੁਸੀਂ ਡਿਕਸ਼ਨਰੀ ਲੈ ਕੇ ਆਕਸਫੋਰਡ ਦੀ, ਤਾਂ ਉਹਦਾ ਮਤਲਬ ਹੁੰਦਾ ਆਊਟਕਾਸਟ, ਜਿਹੜਾ ਧਰਮ ਚੋਂ ਕੱਢਿਆ ਹੋਵੇ। ਸੋ ਪਤਿਤ ਇਜ਼ ਨਾਟ ਅ ਸਿੱਖ। ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਭੰਗ ਕਰਤਾ ਉਹ ਪਤਿਤ ਹੈ, ਉਹ ਦੁਬਾਰਾ ਅੰਮ੍ਰਿਤ ਛਕ ਸਕਦਾ। ਹੁਣ ਜੇ ਅਸੀਂ ਪਤਿਤ ਕਹਿ ਦਈਏ ਤੇ ਪਤਿਤ ਨੂੰ ਤਾਂ ਫਿਰ ਦੁਬਾਰਾ ਅੰਮ੍ਰਿਤ ਛਕ ਕੇ ਹੀ ਉਹ ਦੁਬਾਰਾ ਮਤਲਬ ਕਿ ਸਿੰਘ ਬਣ ਸਕਦਾ, ਅਦਰਵਾਈਜ਼ ਉਹਦੇ ਲਈ ਰਸਤਾ ਖਤਮ ਹੈ, ਉਹ ਸਿੱਖ ਧਰਮ 'ਚ ਫਿਰ ਵਾਪਸ ਆਊਗਾ। ਸੋ ਇਹ ਛੋਟੀ ਜਿਹੀ ਅਮੈਂਡਮੈਂਟ ਸੀ। ਦੂਸਰੀ ਗੱਲ, ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਗੁਰਦੁਆਰਾ ਐਕਟ ਦੇ ਵਿੱਚ ਅਨੁਸੂਚਿਤ ਜਾਤੀ ਦੀ ਗੱਲ ਕੀਤੀ ਗਈ, ਜਦੋਂ ਵੋਟ ਬਣਦੀ ਹੈ ਥੱਲੇ ਫਾਰਮ ਲਿਖਿਆ ਕਿ ਮੈਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹਾਂ ਜਾਂ ਨਾ। ਫਿਰ ਇਹਨਾਂ ਦੀਆਂ ਜਿਹੜੀਆਂ ਰਿਜ਼ਰਵੇਸ਼ਨ ਸੀਟਸ ਨੇ, ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਧਰਮ ਦੇ ਵਿੱਚ ਤਾਂ ਕਿਤੇ ਹੈ ਹੀ ਨਹੀਂ। ਸਾਡਾ ਪਹਿਲਾ ਟੇਨੈਂਟ ਸਿੱਖੀਜ਼ਮ ਦਾ ਹੀ ਹੈ ਕਿ ਸਾਡੇ ਕੋਈ ਜਾਤ ਪਾਤ ਹੀ ਹੈ ਨਹੀਂ ਜੀ। ਤੇ ਇਹਨਾਂ ਚੀਜ਼ਾਂ ਨੂੰ ਅਮੈਂਡ ਕਰਨ ਦੀ ਬਜਾਏ ਇਹ ਲੋਕ ਸਿਰਫ ਵੋਟ ਪੋਲਿਟਿਕਸ ਕਰਦੇ। ਤੁਸੀਂ ਇੱਥੋਂ ਸਾਫ਼ ਸਮਝ ਸਕਦੇ ਕਿ ਕਿੰਨੇ ਰੀਅਲ ਸਿੰਸੀਅਰ ਲੋਕ ਨੇ। ਅੱਜ ਅਸੀਂ ਇਹੀ ਤੁਸੀਂ ਸਵਾਲ ਕੀਤਾ ਕਿ ਅਸੀਂ ਐਸਜੀਪੀਸੀ ਗੱਲ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਕੋਈ ਗੱਲ ਕੀਤੀ ਕਿ ਨਹੀਂ। ਤੁਸੀਂ ਆਪ ਸੋਚੋ, ਜਿਹੜੇ ਲੋਕ ਬਾਦਲ ਸਾਹਿਬ ਦੇ ਲਿਫਾਫਿਆਂ ਚੋਂ ਕੱਢ ਕੇ ਨਿਯੁਕਤ ਕੀਤੇ ਹੁਣ ਸਾਡੇ ਨਾਲ ਕਿੱਥੋਂ ਇਨਸਾਫ ਕਰਨਗੇ, ਸਾਡੇ ਨਾਲ ਕਿਸ ਤਰ੍ਹਾਂ ਬੈਠ ਕੇ ਗੱਲ ਕਰ ਸਕਦੇ? ਸਾਨੂੰ ਕਿਸੇ ਨੇ ਕੋਈ ਟਾਈਮ ਹੀ ਨਹੀਂ ਦਿੱਤਾ ਕਦੇ। ਆਪਾਂ ਇਹਨਾਂ ਨੂੰ ਛੱਡ ਵੀ ਇੱਕ ਮਿੰਟ ਜੀ। ਰਾਣੂ ਜੀ, ਇੱਕ ਮੇਰਾ ਛੋਟਾ ਜਿਹਾ ਪ੍ਰਸ਼ਨ ਹੋ ਰਿਹਾ, ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਦਈਏ, ਕਿਸੇ ਹੋਰ ਪਾਰਟੀ ਦੇ ਨਾਲ ਤੁਹਾਡਾ ਕਦੀ ਸਰੋਕਾਰ ਹੋਇਆ ਜਿਹੜੀ ਐਸਜੀਪੀਸੀ ਇਲੈਕਸ਼ਨ ਲੜਦੀ ਹੈ? ਕਿਸੇ ਪਾਰਟੀ ਨੇ ਤੁਹਾਡੇ ਨਾਲ ਕੋਈ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ? ਤੁਸੀਂ ਆਪਣੀ ਗੱਲ, ਜਿੱਦਾਂ ਆਪਾਂ ਮਾਨ ਸਾਹਿਬ ਦੀ ਗੱਲ ਕਰੀਏ ਜਾਂ ਹੋਰ ਕਿਸੇ ਪਾਰਟੀ ਦੀ ਗੱਲ ਕਰੀਏ? ਜੀ ਮੈਂ ਦੱਸਣਾ ਚਾਹੁੰਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਪਿੱਛੇ ਬਿਆਨ ਵੀ ਆਇਆ। ਉਹਨਾਂ ਨੇ ਇਹ ਜਿੱਦਣ ਰਾਜ ਸਭਾ ਤੋਂ ਪਾਸ ਹੋਇਆ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਜੀ ਜੇ ਸਹਿਜਧਾਰੀ ਸਿੱਖ ਨੇ, ਜਿਹੜਾ ਉਹਨਾਂ ਦੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਲਓ, 7 ਤਰੀਕ ਦੀ ਗੱਲ ਹੈ, 7 ਫਰਵਰੀ ਜਾਂ ਮਾਰਚ ਦੀ ਗੱਲ। ਉਹਨਾਂ ਨੇ ਬਕਾਇਦਾ ਇੱਕ ਆਪਣੀ ਬਿਆਨ ਪਾਇਆ ਕਿ ਦੇਖੋ ਇਹ ਜਿਹੜੇ ਸਹਿਜਧਾਰੀ ਸਿੱਖ ਨੇ, ਇਹ ਸਿੱਖੀ ਦਾ ਨਿਖੜਵਾਂ ਅੰਗ ਨੇ, ਇਹਨਾਂ ਨੂੰ ਦੂਰ ਨਹੀਂ ਕਰਿਆ ਜਾਣਾ ਚਾਹੀਦਾ। ਇਹਨਾਂ ਵਾਸਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਪ੍ਰਬੰਧ ਇਹ ਹੋਣਾ ਚਾਹੀਦਾ ਕਿ ਅਪਰ ਹਾਊਸ ਬਣਾ ਦੇਣਾ ਚਾਹੀਦਾ ਇਹਨਾਂ ਲਈ, ਜਿਸ ਤਰ੍ਹਾਂ ਹਰ ਪਾਰਲੀਮੈਂਟ ਦਾ ਲੋਅਰ ਹਾਊਸ ਤੇ ਅਪਰ ਹਾਊਸ ਹੁੰਦਾ, ਇਹਨਾਂ ਦਾ ਇੱਕ ਅਪਰ ਹਾਊਸ ਬਣ ਜਾਣਾ ਚਾਹੀਦਾ। ਬੁੱਧੀਜੀਵੀ ਸਹਿਜਧਾਰੀ ਇਨਕਲੂਡ ਕਰਨੇ ਚਾਹੀਦੇ ਹੈ ਤਾਂ ਕਿ ਕੌਮ ਦੇ ਜਿਹੜੇ ਵੱਡੇ ਫੈਸਲੇ, ਜਿਵੇਂ ਕਿਸੇ ਨੂੰ ਮਾਫੀ ਦੇਣੀ ਹੈ ਜਾਂ ਕੋਈ ਹੋਰ ਮਸਲਾ ਆਉਂਦਾ ਹੈ, ਉਹ ਜਿਵੇਂ ਹਾਊਸ ਦੇ ਵਿੱਚ ਡਿਸਾਈਡ ਹੋਵੇ, ਅਦਰ ਹਾਊਸ ਦੇ ਵਿੱਚ ਉਹ ਪਾਸ ਹੋ ਵੀ ਜਾਂਦਾ ਹੈ ਤੇ ਅਪਰ ਹਾਊਸ ਦੇ ਵਿੱਚ ਜਾ ਕੇ ਉਹਦੇ ਤੇ ਵਿਚਾਰ ਚਰਚਾ ਹੋਵੇ। ਤੇ ਅਗਰ ਉਹ ਕੌਮ ਦੇ ਹਿੱਤ ਵਿੱਚ ਨਹੀਂ ਹੈਗਾ ਤਾਂ ਅਪਰ ਹਾਊਸ ਦੇ ਵਿੱਚ ਉਹ ਰਿਜੈਕਟ ਹੁੰਦਾ ਤਾਂ ਉਹ ਕੌਮ ਨੂੰ ਰਿਜੈਕਟ ਕਰ ਦੇਵੇ। ਸੋ ਇਸ ਤਰ੍ਹਾਂ ਦੀ ਗੱਲ ਜਿਹੜੀ ਸਾਡੇ ਹੱਕ ਦੇ ਵਿੱਚ ਆਈ ਹੈ, ਮਾਨ ਸਾਹਿਬ ਵੱਲੋਂ ਵੀ ਆਈ ਹੈ, ਜਿਹੜੇ ਕਿ ਬਿਲਕੁਲ ਕੱਟਰ ਸਿੱਖ ਨੇ, ਉਹਨਾਂ ਨੇ ਵੀ ਇਸ ਗੱਲ ਦੀ ਹਮਾਇਤ ਕੀਤੀ ਹੈ। ਰਾਣੂ ਜੀ, ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਕਾਫੀ ਗੱਲਾਂ ਬਹੁਤ ਕਲੀਅਰ ਹੋ ਗਈਆਂ, ਜਿਨ੍ਹਾਂ ਬਾਰੇ ਫਰਦਰ ਕੋਈ ਬਹਿਸ ਦੀ ਜ਼ਰੂਰਤ ਨਹੀਂ। ਸਹਿਜਧਾਰੀ ਸਿੱਖੀ ਦੇ ਸੰਕਲਪ ਮੁਤਾਬਕ ਕੀ ਹੁੰਦਾ ਤੇ ਕਿੰਨਾ ਮਜਬੂਰੀਆਂ ਵੱਸ
ਤੁਹਾਨੂੰ ਇਹੀ ਸ਼ਬਦ ਇਸਤੇਮਾਲ ਕਰਨਾ ਪੈਂਦਾ। ਦੂਸਰੀ ਗੱਲ ਇਹ ਕਿ ਜਿਹੜਾ ਚੋਣ ਲੜਨ ਦਾ ਅਧਿਕਾਰ ਰੱਖਦਾ ਉਹ ਅੰਮ੍ਰਿਤਧਾਰੀ ਸਿੱਖ ਹੀ ਹੈ। ਸਹਿਜਧਾਰੀ ਸਿੱਖਾਂ ਨੇ ਉਹਨਾਂ ਨੂੰ ਚੁਣਨ ਦੇ ਵਿੱਚ ਆਪਣੇ ਵੋਟ ਦਾ ਹੀ ਇਸਤੇਮਾਲ ਕਰਨਾ। ਉਹ ਉਹਨਾਂ ਦੀ ਕੋਈ ਇੱਛਾ ਨਹੀਂ ਹੈ ਕਿ ਉਹਨਾਂ ਨੇ ਵੋਟ ਚੋਣ ਲੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੋਈ ਕਬਜ਼ਾ ਕਰਨਾ। ਉਹ ਸਿਰਫ ਵੋਟਰ ਦੇ ਤੌਰ ਤੇ ਆਪਣਾ ਹੱਕ ਇਸਤੇਮਾਲ ਕਰਨ ਦੀ ਗੱਲ ਕਰਦੇ ਨੇ। ਪਰ ਮੈਂ ਫਿਰ ਵੀ ਇੱਕ ਸਵਾਲ ਕਰਾਂਗਾ ਕਿ ਜਦੋਂ ਅਸੀਂ ਕਹਿੰਦੇ ਕਿ ਸਾਬਤ ਸੂਰਤ ਸਿੱਖ, ਉਹ ਤਾਂ ਸਾਬਤ ਸੂਰਤ ਸਿੱਖ ਤਾਂ ਮਰਦਾਂ ਉੱਤੇ ਅਪਲਾਈ ਹੋ ਜਾਊਗਾ। ਜਦੋਂ ਸਵਾਲ ਔਰਤਾਂ ਦਾ ਆਏਗਾ, ਉਹਨਾਂ ਬਾਰੇ ਸਾਬਤ ਸੂਰਤ ਦੀ ਤੇ ਪਤਤ ਸਿੱਖ ਦੀ ਡੈਫੀਨੇਸ਼ਨ ਜਿਵੇਂ ਇਹ ਕਰਦੇ ਨੇ, ਉਹ ਕਿਵੇਂ ਅਪਲਾਈ ਕੀਤੀ ਜਾਵੇਗੀ? ਦਾੜੀ ਕੱਟਣ ਵਾਲੇ ਨੂੰ ਅਸੀਂ ਪਤਤ ਸਿੱਖ ਕਰਾਰ ਦੇ ਦਾਂਗੇ, ਸਹਿਜਧਾਰੀ ਸਿੱਖ ਕਰਾਰ ਦੇ ਦਾਂਗੇ, ਪਰ ਜੇ ਕੋਈ ਔਰਤ ਹੈ ਉਹਨੇ ਕੇਸ ਰੱਖੇ ਹੋਏ ਨੇ ਤੇ ਅੰਮ੍ਰਿਤ ਨਹੀਂ ਵੀ ਛਕਿਆ ਹੋਇਆ, ਉਹਦੇ ਬਾਰੇ ਸਿੱਖੀ ਦੇ ਸਿਧਾਂਤਾਂ 'ਚ ਸਹਿਜਧਾਰੀ ਸਿੱਖ ਦਾ ਸੰਕਲਪ ਕਿਵੇਂ ਕੀਤਾ ਜਾਏਗਾ ਜਾਂ ਕਿਵੇਂ ਉਹਨੂੰ ਪਤਤ ਕਰਾਰ ਦਿੱਤਾ ਜਾਏਗਾ? ਇਹਦੇ ਲਈ ਕੋਈ ਸਿਧਾਂਤ ਬਣਦਾ ਕਿ ਨਹੀਂ? ਮੈਂ ਇਹਦੇ ਬਾਰੇ ਤੁਹਾਨੂੰ ਗੱਲ ਇਹੀ ਕਰਨੀ ਚਾਹੁੰਦਾ ਕਿ ਇਹ ਜਿਹੜੀ ਗਰਾਊਂਡ ਰਿਐਲਿਟੀਜ਼ ਨੇ ਪ੍ਰੈਕਟੀਕਲੀ ਐਪਲੀਕੇਬਲ ਨਹੀਂ ਹੋ ਸਕਦੀਆਂ ਹੈਗੀਆਂ। ਇੱਕ ਵਿਵਾਦ ਖੜਾ ਕਰਨ ਵਾਲੀਆਂ ਗੱਲਾਂ ਨੇ। ਅੱਜ ਸਾਨੂੰ ਸਿਰਫ ਇੰਨਾ ਹੀ ਸੋਚਣਾ ਚਾਹੀਦਾ, ਇਹ ਅਮੈਂਡਮੈਂਟਸ ਹੋਣੀਆਂ ਚਾਹੀਦੀਆਂ ਨੇ ਜਾਂ ਇਹਦੇ 'ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਕਿ ਅਗਰ ਸਿੱਖ ਪਰਿਵਾਰ 'ਚ ਜੋ ਪੈਦਾ ਹੋ ਗਿਆ, ਉਸ ਨੂੰ ਪਤਾ ਹੈ ਕਿ ਉਹਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ। ਉਹਨੂੰ ਪਤਾ ਕਿ ਸਾਡੇ ਧਰਮ ਦਾ ਰਾਖਾ ਕੌਣ ਹੋ ਸਕਦਾ ਤੇ ਸਾਡੇ ਧਰਮ ਨੂੰ ਡੈਮੇਜ ਕਰਨ ਵਾਲੇ ਕੌਣ ਹੋ ਸਕਦੇ ਨੇ। ਉਹਨੂੰ ਪਤਾ ਹੋਏਗਾ ਕਿ ਮੈਂ ਕਿਸ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ 'ਚ ਅਸੀਂ ਭੇਜੀਏ। ਉਹਨਾਂ ਨੂੰ ਦਰਦ ਹੋਏਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵੀ ਉਹਨਾਂ ਨੂੰ ਦਰਦ ਹੋਏਗਾ। ਜਿਹੜਾ ਗੈਰ ਸਿੱਖ ਹੋਏਗਾ ਉਹਨੂੰ ਕੋਈ ਦਰਦ ਨਹੀਂ ਹੋਏਗਾ। ਅੱਜ ਜਿਹੜੀ ਲੋੜ ਹੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਤਿਤ ਪੁਣੇ ਦੀ ਜਾਂ ਜਿਹੜੀ ਲੇਡੀਜ਼ ਦੇ ਵਿੱਚ ਆਪਾਂ ਕਿੱਥੋਂ ਪਤਾ ਕਰ ਸਕਦੇ ਹਾਂ, ਇਹ ਗੱਲ ਜੈਂਟਸ ਦੇ ਵਿੱਚ ਵੀ ਅਸੀਂ ਕਈ ਵਾਰ ਨਹੀਂ ਪਤਾ ਕਰ ਸਕਦੇ ਹੈਗੇ। ਸੋ ਇਸ 'ਚ ਸਿਰਫ ਇੰਨਾ ਹੀ ਰੱਖਣਾ ਚਾਹੀਦਾ ਹੈ ਕਿ ਜਿਹੜੇ ਸਿੱਖ ਨੇ, ਸਿੱਖ ਪਰਿਵਾਰਾਂ 'ਚ ਪੈਦਾ ਹੋਏ ਨੇ, ਉਹਨਾਂ 'ਤੇ ਕੋਈ ਵੀ ਐਸੀ ਟਿੱਪਣੀ ਨਹੀਂ ਕਰਨੀ ਚਾਹੀਦੀ। ਉਹ ਸਿੱਖੀ ਨੇ। ਜਿਹੜੇ ਅੰਮ੍ਰਿਤਧਾਰੀ ਨੇ, ਖਾਲਸਾ ਨੇ, ਉਹ ਸਾਡੇ ਸਤਿਕਾਰਯੋਗ ਨੇ। ਉਹਨਾਂ ਨੂੰ ਪ੍ਰਬੰਧ ਦੇਣਾ ਚਾਹੀਦਾ ਸਾਨੂੰ। ਉਹਨਾਂ ਨੂੰ ਚੁਣ ਕੇ ਵਧੀਆ ਕਿਰਦਾਰ ਦੇ ਵਿਅਕਤੀ ਨੂੰ ਅੱਗੇ ਲਿਆਉਣਾ ਚਾਹੀਦਾ। ਪਰ ਚੁਣਨ ਦੇ ਵਿੱਚ ਸਾਨੂੰ ਇਹਦੇ 'ਤੇ ਰੋਕ ਨਹੀਂ ਕਰਨੀ ਚਾਹੀਦੀ ਕਿ ਜਿਹੜੇ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਨੇ, ਜੇ ਉਹ ਨਹੀਂ ਵੀ ਰਹਿਤ ਰੱਖਦੇ ਜਾਂ ਉਹਨਾਂ ਦੀਆਂ ਮਜਬੂਰੀਆਂ ਨੇ ਜਾਂ ਉਹ ਕਿਸੇ ਕਾਰਨ ਮਤਲਬ ਕਿ ਨਹੀਂ ਆਪਣੇ ਆਪ ਨੂੰ ਪੂਰਨ ਉਹ ਗੁਰਸਿੱਖ ਬਣਾ ਸਕੇ, ਪਰ ਉਹ ਹੈਗੇ ਤਾਂ ਸਿੱਖ ਹੀ ਨੇ। ਨੰਬਰ 2, ਇਹ ਹੱਕ ਕੋਈ ਅਸੀਂ ਮੰਗ ਨਹੀਂ ਰਹੇ ਇਹਨਾਂ ਤੋਂ। ਇਹ ਹੱਕ 1944 ਤੋਂ ਮਿਲਿਆ ਹੋਇਆ ਔਰ ਇਹ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਤਾਂ ਇਹਨਾਂ ਨੂੰ ਕਹਿ ਰਹੇ ਵੀ ਤੁਸੀਂ ਖੋਹੋ ਨਾ। ਜੇ ਤੁਸੀਂ 70 ਸਾਲਾਂ 'ਚ ਸਾਨੂੰ ਇੱਕ ਐਗਜ਼ਾਮਪਲ ਦਿਖਾ ਦਿਓ। ਮੇਰੇ ਕੋਲ ਅਕਸਰ ਇਹਨਾਂ ਦੀ ਗੱਲ ਜੋ ਮੀਡੀਆ ਰਾਹੀਂ ਆ ਰਹੀ ਹੈ ਬਾਹਰ ਅਕਾਲੀ ਦਲ ਦੀ, ਉਹ ਇਹ ਕਹਿ ਰਹੇ ਨੇ ਕਿ ਅਸੀਂ ਕਿਉਂ ਕੀਤਾ ਹੈ, ਇਸ ਕਰਕੇ ਕੀਤਾ ਕਿ ਗੈਰ ਸਾਡੇ ਧਰਮ ਤੇ ਕਬਜ਼ਾ ਨਾ ਕਰ। ਇਹਨਾਂ ਨੂੰ ਐਗਜ਼ਾਮਪਲ ਦਿਖਾ ਦਿਓ ਕੋਈ ਗੈਰ ਸਿੱਖ ਤੁਹਾਡਾ ਸ਼੍ਰੋਮਣੀ ਕਮੇਟੀ ਮੈਂਬਰ ਬਣ ਗਿਆ ਹੋਵੇ, ਇਹ ਜਾਂ ਕੋਈ ਤੁਹਾਡਾ ਕੋਈ ਜਥੇਦਾਰ ਬਣ ਗਿਆ ਹੋਵੇ ਸ਼੍ਰੀ ਕਿਸੇ ਵੀ ਤੱਕ 'ਚ। ਤਾਂ ਇਹ ਜਿਹੜਾ ਡਰ ਹੈ ਇਹ ਐਵੇਂ ਬਿਨਾਂ ਗੱਲ ਤੋਂ ਪ੍ਰਚਾਰ ਕਰਨਾ ਕਰਨ। ਇੱਕ ਕੌਮ ਦੇ ਵਿੱਚ ਤਾਂ ਇਹ ਬਹੁਤ ਵੱਡਾ ਵਿਸ਼ਾਲ ਧਰਮ ਆ, ਸਾਡਾ ਨੂੰ ਵੱਡਿਆ ਕੀਤਾ ਜਾਵੇ। ਜੇ ਕੋਈ ਹੋਰ ਧਰਮ ਦਾ ਵਿਅਕਤੀ ਸਾਡੇ ਧਰਮ ਨੂੰ ਅਡਾਪਟ ਵੀ ਕਰਦਾ, ਜੇ ਉਹ ਅੰਮ੍ਰਿਤ ਛਕ ਲੈਂਦਾ, ਉਹਦਾ ਵੈਲਕਮ ਹੋਣਾ ਚਾਹੀਦਾ। ਤੋ ਇਹ ਚੀਜ਼ਾਂ ਤੇ ਥੋੜਾ ਜਿਹਾ ਸਾਡੀ ਕੌਮ ਨੂੰ ਸੈਂਸਿਟਿਵਲੀ ਸੋਚਣ ਦੀ ਲੋੜ ਹੈ। ਬੁੱਧੀਜੀਵੀ ਜਿਹੜੇ ਲੋਕ ਨੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ, ਖਾਸ ਕਰਕੇ ਮੈਂ ਅੰਮ੍ਰਿਤਧਾਰੀ ਸਿੰਘਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਸਾਡੀਆਂ ਭਾਵਨਾਵਾਂ ਨੂੰ ਸਮਝੋ। ਆਪਣਾ 9 ਮਾਸ ਦਾ ਰਿਸ਼ਤਾ ਹੈ। ਅਸੀਂ ਤੁਹਾਡੇ ਹੀ ਬੱਚੇ ਆ, ਤੁਹਾਡੇ ਹੀ ਜਿਹੜੇ ਬੱਚੇ ਨੇ ਉਹਨਾਂ ਨੂੰ ਬਾਹਰ ਨਾ ਕੱਢਿਆ ਜਾਵੇ। ਉਹਨਾਂ ਨੂੰ ਅਗਰ ਤੁਸੀਂ ਅੱਜ ਵੋਟ ਦਾ ਹੱਕ ਦਿੰਦੇ ਹੋ, ਜਾ ਕੇ ਦੇਖਦੇ ਨੇ ਕਿ ਜੀ ਇਹ SGPC ਹੈ ਔਰ ਇੱਥੇ ਗੁਰਸਿੱਖ ਚੋਣ ਦਾ ਹੋ ਸਕਦਾ, ਕੱਲ ਨੂੰ ਉਹ ਵੀ ਅੰਮ੍ਰਿਤ ਛਕ ਕੇ ਕਹਿਣ ਵੀ ਹਾਂਜੀ ਅਸੀਂ ਵੀ SGPC ਦੇ ਪ੍ਰਬੰਧ 'ਚ ਜਾਣਾ ਹੈ, ਉੱਥੇ ਜਿਹੜਾ ਹੈਗਾ ਸੇਵਾ ਕਰਾਂਗੇ। ਸੋ ਇਹ ਚੀਜ਼ਾਂ ਨਾ ਸਾਨੂੰ ਜਿਹੜੇ ਸਿੱਖ ਫੈਮਿਲੀ 'ਚ ਬੋਰਨ ਨੇ ਉਹਨਾਂ ਨੂੰ ਜ਼ਰੂਰ ਨਾਲ ਲੈਣਾ ਚਾਹੀਦਾ। ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਡਿਬੇਟ ਨੂੰ ਜ਼ਿਆਦਾ ਖਿੱਚੀਏ, ਪਰ ਅਖੀਰ 'ਚ ਇੱਕ ਕੁਐਸਚਨ ਜ਼ਰੂਰ ਪੁੱਛਣਾ ਚਾਹੂੰਗਾ ਕਿ ਜਿਹੜੇ ਲੋਕ ਅੱਜ ਇਸ ਬਿੱਲ ਦੀ ਸਪੋਰਟ ਕਰ ਰਹੇ ਨੇ, ਉਹ ਸਾਰੇ ਲੋਕ ਉਹ ਨੇ ਜੋ RSS ਨੂੰ ਗਾਲਾਂ ਕੱਢਦੇ ਨੇ। ਉਹ ਸਾਰੇ ਲੋਕ ਉਹ ਨੇ ਜੋ ਆਂਦੇ ਨੇ RSS ਸਾਡੇ 'ਚੋਂ ਵੰਡ ਪਾਉਣਾ ਚਾਹੁੰਦਾ ਵਾ। ਉਹ ਸਾਰੇ ਲੋਕ ਉਹ ਨੇ ਜੋ BJP ਨੂੰ ਗਾਲਾਂ ਕੱਢਦੇ ਨੇ। ਉਹ ਸਾਰੇ ਲੋਕ ਉਹ ਨੇ ਜੋ ਆਂਦੇ ਨੇ BJP ਸਾਡੇ 'ਚ ਵੰਡ ਪਾਉਣਾ ਚਾਹੁੰਦੀ ਆ। ਉਹ ਸਾਰੇ ਲੋਕ ਉਹ ਨੇ ਜੋ ਨਰਿੰਦਰ ਮੋਦੀ ਦੇ 2002 ਦੇ ਉੱਤੇ ਅਜੇ ਵੀ ਕੁਐਸਚਨ ਚੱਕਦੇ ਨੇ। ਪਰ ਪਤਾ ਨਹੀਂ ਕਿਉਂ ਜਦੋਂ ਗੁਰਦੁਆਰਾ ਬਿੱਲ 'ਚ ਅਮੈਂਡਮੈਂਟ ਕਰਾਉਣ ਦੀ ਗੱਲ ਆਈ, ਇਹਨਾਂ ਨੂੰ ਲੱਗਣ ਲੱਗ ਗਿਆ ਅੱਜ ਮੋਦੀ ਸਾਹਿਬ ਵੀ, ਅੱਜ RSS ਵੀ, ਅੱਜ BJP ਵੀ ਸਾਡਾ ਭਲਾ ਚਾਹੁੰਦੀ ਆ ਤੇ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਵਾ। ਇਹ ਬਹੁਤ ਜ਼ਿਆਦਾ ਸੋਚਣ ਦੀ ਲੋੜ ਆ। ਕਿਉਂ?
ਅੱਜ ਇਹ ਸਾਰੇ ਲੋਕ ਜੋ ਇਸ ਬਿੱਲ ਦੀ ਸਪੋਰਟ ਕਰ ਰਹੇ ਨੇ, ਇਹਨਾਂ ਨੂੰ RSS, BJP ਤੇ ਮੋਦੀ ਸਾਹਿਬ 'ਚ ਆਪਣਾਪਨ ਵਿਖਣ ਲੱਗ ਗਿਆ ਵਾ। ਹਰਪ੍ਰੀਤ ਜੀ ਪਰ ਮੈਂ ਨਿੱਜੀ ਤੌਰ ਤੇ ਜ਼ਰੂਰ ਕਹਿਣਾ ਕਿ ਮੈਂ ਕਦੇ ਵੀ ਕਿਸੇ ਨੂੰ ਵੀ, ਚਾਹੇ ਮੋਦੀ ਹੋਵੇ ਤੇ ਚਾਹੇ ਕੋਈ ਹੋਵੇ, ਬਿਨਾਂ ਸੋਚੇ ਸਮਝੇ, ਬਿਨਾਂ ਮੈਰਿਟਸ ਤੋਂ ਕਦੇ ਕਿਸੇ ਨੂੰ ਬੁਰਾ ਕਹਿਣਾ ਪਸੰਦ ਨਹੀਂ ਕਰਦਾ ਹੈਗਾ। ਮੈਂ ਇਸ ਗੱਲ ਕਰਕੇ ਇਸ ਚੀਜ਼ ਦੀ ਸਪੋਰਟ ਕਰ ਰਿਹਾ ਕਿ ਇਹ ਚੀਜ਼ ਜਿਵੇਂ ਤੁਸੀਂ ਪੱਖ ਲੈ ਰਹੇ ਹੋ ਨਾ ਕਿ ਉਹ ਲੋਕਾਂ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ, ਪਰ ਜੇ ਪੋਜ਼ਿਟਿਵ ਸੋਚ ਹੋਵੇ ਤਾਂ ਇਹ ਵੀ ਤਾਂ ਹੋ ਸਕਦਾ ਅਸੀਂ ਬੱਚਿਆਂ ਨੂੰ ਦੱਸ ਸਕਦੇ ਹਾਂ ਕਿ ਤੁਸੀਂ ਇਸ ਚੀਜ਼ ਦੇ ਨੇੜੇ ਤਾਂ ਜਾ ਸਕਦੇ ਹੋ ਤੁਸੀਂ ਜੇ ਇਹਨਾਂ ਦੇ ਅਸੂਲਾਂ ਨੂੰ ਅਪਣਾਓਗੇ। ਬਿਲਕੁਲ ਬਿਲਕੁਲ ਅਜੀਤ ਜੀ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਐਸਟੈਬਲਿਸ਼ ਕੀਤੇ ਗਏ ਨੇ। ਮੈਂ ਇਹ ਚੀਜ਼ ਦੀ ਹਰ ਗੱਲ ਦੀ ਵਿਰੋਧਤਾ ਕਰੂੰਗਾ ਕਿ ਆਪਣੇ ਕਨਵੀਨੀਅੰਸ ਵਾਸਤੇ ਜੇ ਮੈਂ ਮੇਰੀ ਗੱਲ ਪੂਰੀ ਕਰ ਦਿਓ, ਜੇ ਮੈਂ ਸਵੇਰੇ ਉੱਠ ਕੇ ਤਿਆਰ ਹੋਵਾਂ ਮੈਨੂੰ ਆਪਣੇ ਦਾੜੀ ਕੇ ਸਵਾਰ ਨੂੰ ਟਾਈਮ ਲੱਗਦਾ ਹੈ ਤੇ ਜੇ ਮੈਂ ਕਹਾਂ ਕਿ ਮੈਂ ਕਹਾਂ ਕਿ ਮੈਂ ਇਹ ਵੀ ਤੁਸੀਂ ਧਰਮ ਨੂੰ ਬਾਰ-ਬਾਰ ਇੱਕ ਪੋਲੀਟੀਕਲ ਮੁੱਦੇ ਨਾਲ ਜੋੜ ਕੇ ਮੁੱਦਾ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਜੋ। ਇਹ ਜਿਹੜੇ ਅਸੂਲ ਨੇ ਇਹ ਬਾਦਲ ਸਾਹਿਬ ਬਣਾ ਰਹੇ ਨੇ, ਨਾ ਕਿ ਤੁਸੀਂ ਕਿਹੋ ਦਾ ਨਾਲ ਹੋ, ਇਹ ਮੋਦੀ ਸਾਹਿਬ ਬਣਾ ਰਹੇ ਨੇ। ਅਜੀਤ ਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਆਲ ਆਫ ਸਡਨ ਤੁਹਾਨੂੰ ਜਿਹੜੀ ਹੈਗੀ ਆ ਸਿੱਖੀ ਦਾ ਇੰਨਾ ਬਚਾਅ ਕਰਨ ਦੀ ਜਿਹੜੀ ਹੈਗੀ ਆ ਇੱਕ ਚੀਜ਼ ਲੱਭੀ ਆ ਕਿ ਸਿਰਫ ਜੀ ਇੱਕ ਵੋਟ ਪਾਉਣ ਦਾ ਅਧਿਕਾਰ ਇਹਨਾਂ ਤੋਂ ਖੋਹ ਲਿਆ ਜਾਵੇ ਤਾਂ ਇਹ ਸਿੱਖੀ ਨਾਲ ਜੁੜ ਜਾਣਗੇ। ਇਹ ਕੋਈ ਤਰੀਕਾ ਨਹੀਂ ਹੈਗਾ ਸਿੱਖੀ ਨਾਲ ਜੋੜਨੇ ਦਾ। ਦੂਜੀ ਗੱਲ ਰਹੀ ਜੇ ਜੀ ਮੈਂ ਤੇ ਇਹ ਵੀ ਪੁੱਛਣਾ ਚਾਹ ਰਿਹਾ ਕਿ ਡਿਸਾਈਡ ਦੇਖੋ ਕੌਣ ਕਰਦਾ ਪਿਆ, ਡਿਸਾਈਡ 553 ਬੰਦੇ ਉਹ ਕਰਦੇ ਪਏ ਨੇ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਉੱਥੇ ਆ ਰਿਹਾ ਦਿਲਰਾਜ ਜੀ, ਅੱਜ ਜੇ ਆਪਾਂ ਗੱਲ ਕਰੀਏ ਕਿ ਸਾਨੂੰ ਡਰ ਕਿਹਦਾ ਕਿੰਨਾ ਜਿਹੜਾ ਮੈਨੂੰ ਹਾਸੋਹੀਣਾ ਜਿਹੜਾ ਇਹਨਾਂ ਦਾ ਕਾਰਨ ਲੱਗਦਾ ਕਿ ਅਸੀਂ ਇਹ ਬਿੱਲ ਇਸ ਕਰਕੇ ਲਿਆਉਣਾ ਚਾਹੁੰਦੇ ਆ ਕਿ ਸਾਡੇ ਜਿਹੜੀ ਇਹ ਬੋਡੀ ਹੈਗੀ ਹੈ, ਧਾਰਮਿਕ ਬੋਡੀ ਹੈਗੀ, ਜਿਹੜੇ ਉੱਥੇ ਕੋਈ ਗੈਰ ਸਿੱਖ ਜਿਹੜਾ ਹੈ ਨਾ ਕਾਬਜ਼ ਨਾ ਹੋ ਜਾਏ। ਪਹਿਲਾਂ ਸਭ ਤੋਂ ਇਹਨਾਂ ਨੇ ਗੱਲ ਕੀਤੀ ਹੋਈ ਕਿ ਜਿਹੜਾ ਬੰਦਾ ਮੈਂਬਰ ਬਣੂਗਾ, ਇਲੈਕਸ਼ਨ ਲੜੂਗਾ, ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ ਔਰ ਇਹ ਸ਼ੁਰੂ ਤੋਂ ਅੰਮ੍ਰਿਤਧਾਰੀ ਹੀ ਹੋਣਾ ਚਾਹੀਦਾ, ਕਾਨੂੰਨ 'ਚ ਲਿਖਿਆ ਹੋਇਆ ਹੈ। ਫਿਰ ਉਹਦੇ 'ਚ ਅਮੈਂਡਮੈਂਟ ਦੀ ਲੋੜ ਕਿੱਥੋਂ ਆ ਗਈ? ਕਿਉਂਕਿ ਜਦ ਅੰਮ੍ਰਿਤਧਾਰੀ ਹੋਊਗਾ ਉਹ ਹੋਰ ਕਿਸੇ ਧਰਮ ਦਾ ਹੋ ਨਹੀਂ ਸਕਦਾ। ਫਿਰ ਇਹ ਕਿੱਦਾਂ ਕਹਿ ਸਕਦੇ ਕਿ ਹੋਰ ਕਿਸੇ ਧਰਮ ਦਾ ਬੰਦਾ ਜਿਹੜਾ ਕਾਬਜ਼ ਹੋ ਜਾਊਗਾ ਉੱਤੇ ਆ ਕੇ? ਹੋਰ ਧਰਮਾਂ ਦੇ ਬੰਦੇ ਤਾਂ ਇਹਨਾਂ ਦੇ ਅੰਮ੍ਰਿਤਧਾਰੀ ਲੋਕਾਂ ਦੇ ਰੂਪ ਦੇ ਵਿੱਚ ਆਲਰੇਡੀ ਕਾਬਜ਼ ਹੈਗੇ ਨੇ। ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਆ। RSS ਜੇ ਅੱਜ ਮੂੰਹ ਚੱਕ ਕੇ ਪਿੰਡਾਂ ਦੇ ਵਿੱਚ ਤੇ ਲੁਧਿਆਣੇ ਵਿੱਚ ਤੇ ਬਠਿੰਡੇ ਦੇ ਵਿੱਚ ਪੋਸਟਰ ਲਾਉਂਦੀ ਆ ਤੇ ਲੋਕਾਂ ਨੂੰ ਆ ਕੇ ਇਹ ਹਿੰਮਤ ਕਰਨ ਲੱਗ ਪਈ ਆ ਕਹਿਣ ਦੀ ਕਿ ਤੁਸੀਂ ਘਰ ਵਾਪਸ ਆ ਜਾਓ, ਸਿੱਖੀ ਛੱਡ ਦਿਓ, ਤਾਂ ਇਹ ਜਿਹੜਾ ਕਾਰਨ ਦਿੱਤਾ ਨਾ ਉਹਨਾਂ ਨੂੰ, ਇਹ ਕਾਰਨ ਸਾਡੇ ਆਪਣਿਆਂ ਨੇ ਦਿੱਤਾ। ਆਪਣੀ ਸੌੜੀ ਸੋਚ ਕਰਕੇ ਸਿਰਫ ਤੇ ਸਿਰਫ ਇੱਕ ਇਲੈਕਸ਼ਨ ਜਿੱਤਣ ਕਰਕੇ ਗੁਰਦੁਆਰਿਆਂ ਦੀ ਪ੍ਰੋਪਰਟੀ ਦੇ ਉੱਪਰ, ਗੁਰਦੁਆਰਿਆਂ ਦੇ ਪੈਸੇ ਦੇ ਉੱਪਰ ਕਬਜ਼ਾ ਰੱਖਣ ਵਾਸਤੇ ਇਹ ਜਿਹੜੇ ਸਾਰੇ ਕੁਝ ਕੀਤਾ ਗਿਆ। ਇਹਨਾਂ ਨੂੰ ਧਰਮ ਨਾਲ ਤੁਸੀਂ ਕਹਿੰਦੇ ਹੋ SGPC ਨੂੰ ਇਹ ਸਿੱਖੀ ਬਚਾਉਣ ਵਾਸਤੇ, ਗੁਰਦੁਆਰਿਆਂ ਦਾ ਪ੍ਰਬੰਧਨ ਬਚਾਉਣ ਵਾਸਤੇ ਕੁਝ ਕੀਤਾ? ਬਿਲਕੁਲ ਨਹੀਂ। SGPC ਦੇ ਵਿੱਚ ਜਿਹੜੇ ਲੋਕ ਬੜੇ ਹੋਏ ਨੇ ਉਹਨਾਂ ਲੋਕਾਂ ਨੇ ਆਪਣਾ ਕਬਜ਼ਾ, ਆਪਣਾ ਪੈਸਾ ਆਪ ਜੋ ਕਾਰਪੋਰੇਟ ਚਲਾ ਰਹੇ ਨੇ, SGPC ਦੇ ਵਿੱਚ ਬੈਠ ਕੇ ਪੈਸਾ ਖਾ ਰਹੇ ਨੇ ਸੰਗਤ ਦਾ, ਉਹ ਪੈਸਾ ਖਾਣ ਵਾਸਤੇ ਇਹੋ ਜਿਹਾ ਫੈਸਲਾ ਕੀਤਾ ਗਿਆ। ਦੂਜੀ ਗੱਲ RSS ਜਿਹੜੀ ਕਿ ਬਾਦਲਾਂ ਦੀ ਮਾਂ ਬਣੀ ਬੈਠੀ ਹੈ ਇਸ ਵੇਲੇ, BJP ਜਿਹੜੀ ਬਾਦਲਾਂ ਦੀ ਮਾਂ ਬਣੀ ਬੈਠੀ ਆ, ਆਪਣੀ ਮਾਂ ਨੂੰ ਖੁਸ਼ ਕਰਨ ਵਾਸਤੇ ਇਹ ਕੰਮ ਕੀਤਾ ਗਿਆ ਕਿਉਂਕਿ ਉਹ ਚਾਹੁੰਦੇ ਨੇ ਕਿ ਸਿੱਖਾਂ ਨੂੰ ਡਿਵਾਈਡ ਕੀਤਾ ਜਾਵੇ। ਮੈਂ ਪਹਿਲਾਂ ਵੀ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਜਦੋਂ ਸਿੱਖਾਂ ਦੀ ਗਿਣਤੀ ਹੋਏਗੀ ਇੱਕ ਨਾ ਇੱਕ ਦਿਨ ਇਹ ਆਵਾਜ਼ ਜ਼ਰੂਰ ਉੱਠੇਗੀ ਕਿ ਕਿਹੜੇ ਸਿੱਖ ਨੂੰ ਸਿੱਖ ਗਿਣਨਾ ਆ। ਤੇ ਇਹੀ ਪੰਜਾਬ ਦੇ ਵਿੱਚ ਜਿਹੜੇ ਸਿੱਖ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਕਿ ਅਸੀਂ ਇੱਕੋ ਘਰ ਦੇ ਵਿੱਚ ਜਿਹਨੇ ਬਾਲ ਕੱਟੇ ਹੋਏ ਨੇ, ਕੇਸ ਕਤਲ ਕੀਤੇ ਹੋਏ ਨੇ, ਉਹਨੂੰ ਸਿੱਖ ਨਹੀਂ ਮੰਨਣਾ। ਇਹੀ ਲੋਕ ਦੇਖਣਗੇ ਕਿ ਇਹਨਾਂ ਨੂੰ ਮਿਨੋਰਟੀ ਦੇ ਵਿੱਚ ਲਿਆ ਕੇ ਖੜਾ ਕਰਤਾ ਜਾਊਗਾ। ਇਹ ਹਜ਼ਾਰਾਂ ਲੱਖਾਂ ਦੇ ਵਿੱਚ ਸਿਰਫ ਰਹਿ ਜਾਣਗੇ। ਇਹਨਾਂ ਨੂੰ ਇਹ ਨਹੀਂ ਪਤਾ ਕਿੰਨੀ ਵੱਡੀ ਸਾਜ਼ਿਸ਼ ਦੇ ਅਧੀਨ ਇਹਨਾਂ ਲੋਕਾਂ ਤੋਂ ਇਹ ਗਲਤ ਰਸਤਾ ਜਿਹੜਾ ਅਪਣਾਇਆ ਜਾ ਰਿਹਾ। ਅੱਜ ਲੋਕਾਂ ਨੂੰ ਲੱਗ ਰਿਹਾ ਕਿ ਜਿਹੜਾ ਇਹ ਬਹੁਤ ਚੰਗੀ ਗੱਲ ਹੈਗੀ ਆ, ਵੋਟ ਪਾਉਣ ਦਾ ਅਧਿਕਾਰ ਨਹੀਂ ਖੋਇਆ ਜਾ ਸਕਦਾ ਔਰ ਇਹ ਬਿਲਕੁਲ ਨਜਾਇਜ਼ ਗੱਲ ਹੈਗੀ ਆ, ਧੱਕਾ ਹੈਗਾ ਆ, ਇਹ ਬਿਲਕੁਲ ਨਾ ਇਨਸਾਫੀ ਹੈਗੀ ਆ। ਜਿਹੜਾ ਬੰਦਾ ਜੰਮਿਆ ਸਿੱਖ ਆ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਤੇ ਜਾਂਦਾ ਹੀ ਨਹੀਂ, ਉਹਦਾ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ, ਉਹ ਉਹਨਾਂ ਦੇ ਸਿਸਟਮ ਦੇ ਉੱਪਰ ਚੱਲਦਾ ਪਿਆ ਆ। ਜੇ ਉਹ ਸਾਬਤ ਸੂਰਤ ਨਹੀਂ ਹੈਗਾ ਤੇ ਉਹ ਤੋਂ ਤੁਸੀਂ ਵੋਟ ਦਾ ਹੱਕ ਨਹੀਂ ਖੋ ਸਕਦੇ। ਦੂਜੇ ਪਾਸੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਮੈਂਬਰ ਬਣਦੇ ਹੋ
ਹੋ, ਤੁਸੀਂ ਅੰਮ੍ਰਿਤਧਾਰੀ ਸਿੱਖ ਹੋ, ਬਹੁਤ ਖੁਸ਼ੀ ਦੀ ਗੱਲ ਆ ਕਿ ਤੁਸੀਂ ਗੁਰੂ ਵਾਲੇ ਹੋ। ਪਰ ਜੇ ਤੁਸੀਂ ਕਹਿਣੀ ਜਿਹੜੀ ਕਥਨੀ ਤੇ ਕਹਿਣੀ ਵਾਲੇ ਨਹੀਂ ਹੈਗੇ, ਜੇ ਤੁਹਾਡਾ ਸਰੂਪ ਗੁਰੂ ਵਾਲਾ ਹੈਗਾ ਪਰ ਤੁਹਾਡੇ ਅੰਦਰ ਗੁਰੂ ਵਾਲੇ ਗੁਣ ਨਹੀਂ ਹੈਗੇ, ਜੇ ਤੁਸੀਂ ਉਹ ਸਿਸਟਮ ਜਿਹੜਾ ਗੁਰੂ ਸਾਹਿਬ ਨੇ ਅਪਣਾਇਆ ਸੀਗਾ, ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਜਿਹਦੇ ਵਿੱਚ ਕੋਈ ਕਾਸਟਿਜ਼ਮ ਨਹੀਂ ਹੈਗੀ, ਕੋਈ ਉੱਚਾ ਕੋਈ ਨੀਵਾਂ ਨਹੀਂ ਹੈਗਾ, ਕਿਸੇ ਨੇ ਉਹਨਾਂ ਨੇ ਸਿੰਘ ਸਾਨੂੰ ਲਫ਼ਜ਼ ਦਿੱਤਾ ਸੀਗਾ ਆਪਣੇ ਨਾਮਾਂ ਦੇ ਮਗਰ ਲਾਉਣ ਲਈ, ਤੇ ਜੇ ਤੁਸੀਂ ਆਪਣੇ ਨਾਂ ਦੇ ਮਗਰ ਇਕੱਲਾ ਸਿੰਘ ਵੀ ਨਹੀਂ ਲਾ ਸਕਦੇ, ਉਹਦੇ ਮਗਰ ਤੁਹਾਨੂੰ ਆਪਣਾ ਸਰਨੇਮ ਜਾਂ ਆਪਣੀ ਜਾਤ ਬਰਾਦਰੀ ਲਾਉਣੀ ਪੈਂਦੀ ਆ, ਫਿਰ ਤੁਸੀਂ ਵੀ ਸਿੱਖ ਨਹੀਂ ਹੈਗੇ, ਤੁਸੀਂ ਵੀ ਸਹਿਜਧਾਰੀ, ਤੁਸੀਂ ਵੀ ਪਤਿਤੀ ਹੋ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਜਿਹੜੀ ਮੈਨੇਜਮੈਂਟ ਹੈਗੀ ਆ ਉਹ ਉਹਨਾਂ ਲੋਕਾਂ ਦੇ ਹੱਥ 'ਚ ਹੋਵੇ ਜਿਹੜੇ ਪੂਰਨ ਗੁਰੂ ਵਾਲੇ ਹੋਣ। ਪਰ ਜਿਹੜੇ ਲੋਕ ਜੰਮੇ ਸਿੱਖ ਨੇ, ਹੈਗੇ ਸਿੱਖ ਨੇ, ਦਿਲੋਂ ਸਿੱਖ ਨੇ, ਹਰ ਵੇਲੇ ਸਿੱਖੀ ਦੀ ਗੱਲ ਕਰਦੇ ਨੇ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਖੋਣਾ ਸਰਾਸਰ ਨਾ ਇਨਸਾਫੀ ਹੈ। ਕੁਲਵੀਰ ਜੀ, ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਕੰਟੀਨਿਊ ਕਰਾਂਗਾ, ਕੁਝ ਹੋਰ ਨੁਕਤੇ ਇਹਦੇ 'ਚ ਜੋੜ ਕੇ ਜੀ। ਦੇਖੋ, ਜਦੋਂ ਅਸੀਂ ਸਹਿਜਧਾਰੀ ਸਿੱਖ ਕੋ ਵੋਟ ਦਾ ਅਧਿਕਾਰ ਖੋਹ ਲੈਂਦੇ ਹਾਂ ਤਾਂ ਅਸੀਂ ਇਹ ਕਹਿਣ ਦਾ ਯਤਨ ਕਰਦੇ ਹਾਂ ਕਿ ਘੱਟੋ ਘੱਟ ਤੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਦੇ ਵਿੱਚ ਸਿੱਖ ਨਹੀਂ ਹੈ, ਤੂੰ ਇੱਕ ਤਰ੍ਹਾਂ ਨਾਲ ਨੌਨ ਸਿੱਖ ਸਾਬਤ ਹੋ ਚੁੱਕਾ ਹੈ। ਮੈਂ ਸਮਝਦਾ ਕਿ ਜੇ ਇਹਦੇ ਐਨ ਉਲਟ, ਜਿਵੇਂ RSS ਨੇ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਇੱਕ ਜਥੇਬੰਦੀ ਸਿੱਖਾਂ ਦੇ ਵਿੱਚ ਬਣਾ ਰੱਖੀ ਹੈ, ਉਸ ਜਥੇਬੰਦੀ ਦੇ ਮੈਂਬਰ ਧਰਮ ਦੇ ਤੌਰ ਤੇ ਸਿੱਖ ਨੇ ਪਰ ਉਹ ਸਿੱਖੀ ਦੀ ਵਿਆਖਿਆ ਬ੍ਰਾਹਮਣਵਾਦੀ ਤਰੀਕੇ ਦੇ ਨਾਲ ਕਰਦੇ ਨੇ। ਪੰਜਾਬ ਦੇ ਵਿੱਚ ਬੇਅੰਤ ਡੇਰੇ ਨੇ ਜਿਹੜੇ ਸਿੱਖੀ ਦੀ ਵਿਆਖਿਆ ਬ੍ਰਾਹਮਣਵਾਦੀ ਤਰੀਕੇ ਦੇ ਨਾਲ ਕਰਦੇ ਨੇ ਤੇ ਅੰਮ੍ਰਿਤ ਛਕਣ ਦਾ ਸੱਦਾ ਵੀ ਦੇਈ ਜਾਂਦੇ ਨੇ। ਜੇ ਕੱਲ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਲੋਕ ਅੰਮ੍ਰਿਤ ਛਕ ਲੈਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ 'ਚ ਸ਼ਾਮਲ ਹੋ ਜਾਣ, ਬ੍ਰਾਹਮਣਵਾਦੀ ਕਿਸਮ ਦੇ ਡੇਰੇ ਤੋਂ ਅੰਮ੍ਰਿਤ ਛਕਣ ਵਾਲੇ ਸਿੱਖ ਇੱਕ ਸਿੱਖ ਹੋਣ ਦੇ ਨਾਤੇ, ਅੰਮ੍ਰਿਤਧਾਰੀ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਜਾਣ ਤਾਂ ਕੀ ਉਹਦੇ ਨਾਲੋਂ ਉਹ ਸਿੱਖ ਜ਼ਿਆਦਾ ਬਿਹਤਰ ਨਹੀਂ ਹੈ ਜਿਹੜਾ ਗੁਰਬਾਣੀ ਦੀ ਵਿਆਖਿਆ ਗੁਰਮਤਿ ਮੁਤਾਬਕ ਕਰਦਾ ਪਰ ਉਹ ਸ਼੍ਰੋਮਣੀ ਕਮੇਟੀ ਦੇ ਕਾਗਜ਼ਾਂ ਦੇ ਵਿੱਚ ਸਿੱਖ ਹੀ ਨਹੀਂ ਮੰਨਿਆ ਜਾਂਦਾ? ਮੇਰੇ ਮੁਤਾਬਕ ਜਿਹੜਾ ਬੰਦਾ ਗੁਰਮਤਿ ਦੀ ਵਿਆਖਿਆ ਗੁਰਮਤਿ ਦੇ ਹਵਾਲੇ ਨਾਲ ਕਰਦਾ ਉਹ ਸਹੀ ਅਰਥਾਂ 'ਚ ਸਿੱਖਿਆ, ਚਾਹੇ ਉਹਨੇ ਅੰਮ੍ਰਿਤ ਛਕਿਆ ਵਾ ਤੇ ਚਾਹੇ ਉਹ ਹਾਲੇ ਅੰਮ੍ਰਿਤ ਛਕਣ ਬਾਰੇ ਸੋਚ ਰਿਹਾ ਵਾ, ਜਾਂ ਉਹ ਇਸ ਪ੍ਰਕਿਰਿਆ ਜਾਂ ਇਸ ਪੱਖ ਤੋਂ ਉਹਨੂੰ ਸਹਿਜਧਾਰੀ ਕਹਿ ਸਕਦੇ ਕਿ ਉਹਨੇ ਕੱਲ ਨੂੰ ਅੰਮ੍ਰਿਤ ਛਕ ਲੈਣਾ। ਪਰ ਜਿਹੜਾ ਬੰਦਾ ਅੰਮ੍ਰਿਤ ਛਕ ਕੇ ਬ੍ਰਾਹਮਣਵਾਦੀ ਵਿਆਖਿਆ ਕਰਦਾ, ਮੈਂ ਸਮਝਦਾ ਸਭ ਤੋਂ ਵੱਡਾ ਸਿੱਖੀ ਦਾ ਦੁਸ਼ਮਣ ਉਹ ਆ। ਪਰ ਤੁਸੀਂ ਇੱਕ ਅੰਮ੍ਰਿਤ ਦੇ ਹਵਾਲੇ ਦੇ ਨਾਲ ਉਹਨਾਂ ਨੂੰ ਤਾਂ ਸਿੱਖ ਸਵੀਕਾਰ ਕਰਨ ਲਈ ਤਿਆਰ ਹੋ, ਪਰ ਬੰਦਾ ਗੁਰਮਤਿ ਦੇ ਹਵਾਲੇ ਨਾਲ ਸਿੱਖੀ ਨੂੰ ਮੰਨਦਾ ਹੋਵੇ ਪਰ ਅੰਮ੍ਰਿਤ ਨਾ ਛਕਿਆ ਹੋਵੇ, ਉਹਨੂੰ ਤੁਸੀਂ ਸਿੱਖ ਮੰਨਣ ਲਈ ਤਿਆਰ ਨਹੀਂ ਹੋ। ਦੂਸਰੀ ਗੱਲ, ਸਹਿਜਧਾਰੀ ਸਿੱਖਾਂ ਨੇ ਬਹੁਤ ਹੁਣੇ ਸਪਸ਼ਟ ਕਰਕੇ ਗਏ ਨੇ ਰਾਣੂ ਜੀ ਵੀ ਅਸੀਂ ਚੋਣ ਲੜਨ ਦੀ ਗੱਲ ਨਹੀਂ ਕਰ ਰਹੇ, ਅਸੀਂ ਚੋਣ ਪ੍ਰਕਿਰਿਆ 'ਚ ਸਿਰਫ ਸ਼ਮੂਲੀਅਤ ਤੱਕ ਦੀ ਗੱਲ ਕਰ ਰਹੇ ਹਾਂ। ਇਸ ਕਰਕੇ ਨੌਨ ਸਿੱਖਾਂ ਦਾ ਜਾਂ ਸਹਿਜਧਾਰੀ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋਣ ਦਾ ਡਰ ਦੇ ਕੇ ਵੀ ਜਿਹੜੀ ਗੱਲ ਕੀਤੀ ਜਾਂਦੀ ਉਹ ਵੀ ਬੜੀ ਰੌਂਗ ਹੈ। ਇੱਕ ਗੱਲ ਆਖਰੀ ਮੈਂ ਇਹ ਕਹਿਣੀ ਚਾਹੁੰਦਾ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਬਹਿਸ ਹੁੰਦੀ ਆ, ਉੱਥੇ ਦੋ ਸਿੱਖ ਬਹਿਸ ਕਰਦੇ ਨੇ, ਬੀਬੀ ਹਰਸਿਮਰਤ ਕੌਰ ਬਾਦਲ ਤੇ ਭਗਵੰਤ ਮਾਨ, ਦੋਨੋਂ ਜਾਣੇ ਬਹਿਸ ਕਰਦੇ ਨੇ। ਇਹ ਦੋਨੋਂ ਸਿੱਖ ਨੇ ਤੇ ਹਾਊਸ ਦੇ ਵਿੱਚ ਬੈਠੇ ਹੋਏ ਲੋਕ ਬੀਬੀ ਦੀ ਤੇ ਰੌਲੇ ਰੱਪੇ ਨੂੰ ਵੀ ਸਵੀਕਾਰ ਕਰਦੇ ਨੇ, ਭਗਵੰਤ ਮਾਨ ਦੀਆਂ ਦਲੀਲਾਂ ਨੂੰ ਵੀ ਸਵੀਕਾਰ ਨਹੀਂ ਕਰਦੇ। ਇਹਦਾ ਅਰਥ ਇਹ ਨਿਕਲਿਆ ਕਿ ਇਹ ਇੱਕ ਪੋਲੀਟੀਕਲ ਫੈਸਲਾ ਵਾ, ਇਹ ਸਿਧਾਂਤਕ ਫੈਸਲਾ ਨਹੀਂ ਕਿ ਘੱਟੋ ਘੱਟ ਭਗਵੰਤ ਮਾਨ ਦੀ ਗੱਲ ਹਾਊਸ ਨੂੰ ਚੱਜ ਨਾਲ ਸੁਣ ਤਾਂ ਘੱਟੋ ਘੱਟ ਜ਼ਰੂਰ ਲੈਣੀ ਚਾਹੀਦੀ ਸੀ। ਮੈਂ ਇਹਦੇ ਨਾਲ ਇਹ ਨਹੀਂ ਕਹਿਣ ਜਾ ਰਿਹਾ ਕਿ ਆਮ ਆਦਮੀ ਪਾਰਟੀ 'ਚ ਜੋ ਕੁਝ ਹੋ ਰਿਹਾ ਉਹ ਸਭ ਕੁਝ ਬਿਹਤਰ ਹੈ। ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਦੋ ਸਿੱਖਾਂ ਦੀ ਗੱਲ ਵਿੱਚੋਂ ਇੱਕ ਨੂੰ ਪਿਕ ਐਂਡ ਚੂਜ਼ ਰਾਹੀਂ ਪੂਰਾ ਸਵੀਕਾਰ ਕੀਤਾ ਗਿਆ, ਦੂਜੇ ਨੂੰ ਰੱਦ ਕਰ ਦਿੱਤਾ ਗਿਆ ਹਾਊਸ ਵੱਲੋਂ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਜੀਤ ਸਿੰਘ ਜੀ, ਜੋ ਤੁਸੀਂ ਕੁਝ ਕਹਿਣਾ ਚਾਹੋ। ਹਾਂਜੀ, ਦੇਖੋ ਇਸ ਤਰ੍ਹਾਂ ਹੈ। ਜਰਮਨਜੀਤ ਸਿੰਘ ਜੀ, ਮੈਂ ਜਰਮਨਜੀਤ ਸਿੰਘ ਜੀ ਦਾ ਨਾਮ ਲਿਆ ਜੀ। ਓਕੇ, ਜਰਮਨਜੀਤ ਸਿੰਘ ਜੀ, ਆਈ ਥਿੰਕ ਜਰਮਨਜੀਤ ਸਿੰਘ ਜੀ ਸਾਡੇ ਨਾਲ ਜੁੜ ਨਹੀਂ ਪਾ ਰਹੇ ਨੇ। ਸਮਾਂ ਕਿਉਂਕਿ ਸਮਾਂ ਸਾਡੇ ਕੋਲ ਬਹੁਤ ਘੱਟ ਆ, ਆਲਰੇਡੀ ਸੀ ਉਹ ਸ਼ੋਅ ਦਾ ਟਾਈਮ ਉੱਤੇ ਹੋ ਚੁੱਕਿਆ। ਅਸੀਂ ਤੁਹਾਡੇ ਕੋਲ ਇਜਾਜ਼ਤ ਮੰਗਦੇ ਹਾਂ, ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਊਗੀ। ਨਾਲ ਹੀ ਮਾਫੀ ਮੰਗਦੇ ਹਾਂ ਕਿ ਅਸੀਂ ਤੁਹਾਡੀਆਂ ਕਾਲਾਂ ਨਹੀਂ ਚੱਕ ਸਕੇ। ਤੁਹਾਡੇ ਕੋਲ ਗੈਸਟ ਵੀ ਜੁੜ ਗਏ ਸੀ, ਅਸੀਂ ਟਾਈਮ ਰੱਖਿਆ ਸੀ ਕਾਲਾਂ ਚੱਕਣ ਦਾ, ਪਰ ਅੱਗੇ ਤੁਹਾਡੇ ਜੋ ਵੀ ਸੁਝਾਅ ਹੋਣ ਤੁਸੀਂ ਸ਼ੋਅ ਤੋਂ ਬਾਅਦ ਵੀ ਸਾਨੂੰ ਕਾਲ ਕਰਕੇ ਈਮੇਲ ਤੇ WhatsApp ਤੇ ਸਾਡੇ ਤੱਕ ਪਹੁੰਚਾ ਸਕਦੇ ਹੋ। ਇੱਥੇ ਮੈਨੂੰ, ਕੁਲਵੀਰ ਜੀ ਨੂੰ, ਸਬਦੀਸ਼ ਜੀ ਨੂੰ, ਜਰਮਨਜੀਤ ਸਿੰਘ ਜੀ ਨੂੰ, ਦਲਰਾਜ ਜੀ ਨੂੰ, ਅਜੀਤ ਜੀ ਨੂੰ ਦੋ ਇਜਾਜ਼ਤ। ਧੰਨਵਾਦ।